ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਕੁਛ ਪ੍ਰੋਗਰਾਮਾਂ ਤੋਂ ਕਿਤਾਬ ਪੜ੍ਹ ਰਹੇ ਹਾਂ ਸੌਫਟ ਟਾਰਗੇਟ, ਜੀ, ਜਿਹੜੀ 1999 ਦੇ ਵਿੱਚ ਕੈਨੇਡਾ ਦੇ ਵਿੱਚ ਛਪੀ ਸੀ। ਅਤੇ ਇਸ ਕਿਤਾਬ ਦੇ ਵਿੱਚ ਜਿਹੜੇ ਭੇਦ ਖੋਲ੍ਹੇ ਗਏ ਨੇ ਵੀ ਕਿਵੇਂ ਭਾਰਤੀ ਸਰਕਾਰੀ ਏਜੰਸੀਆਂ ਜਿਹੜੀਆਂ ਨੇ ਜੀ, ਵੀ ਉਹਨਾਂ ਨੇ ਕੈਨੇਡਾ ਦੇ ਵਿੱਚ ਰਹਿੰਦੇ ਸਿੱਖਾਂ ਦੇ ਵਿੱਚ ਕਿਵੇਂ ਘੁਸਪੈਠ ਕੀਤੀ, ਕਿੱਦਾਂ ਅੰਦਰ ਬੰਦੇ ਆਪਣੇ ਵਾੜ ਕੇ ਅਤੇ ਸਿੱਖ ਕੌਮ ਨੂੰ ਅਤੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਪੂਰੀ ਜਿਹੜੀ ਆ ਵੀ ਉਹ ਕੋਸ਼ਿਸ਼ ਕੀਤੀ ਗਈ ਵੀ ਤਾਂ ਕਿ ਵੀ ਦੁਨੀਆ ਦੇ ਪੱਧਰ ਦੇ ਉੱਤੇ ਸਿੱਖਾਂ ਨੂੰ ਵੀ ਅੱਤਵਾਦੀ ਅਤੇ ਹੋਰ ਜਿਹੜੇ ਵੀ ਨਾ ਪੱਖੀ ਲਕਬ ਨਾਲ ਪਛਾਣਿਆ ਜਾ ਸਕਦਾ ਵੀ ਉਹ ਸਿੱਖਾਂ ਦੇ ਨਾਲ ਜੋੜਨ ਦੀ ਜਿਹੜੀ ਆ ਵੀ ਉਹ ਪੂਰਾ ਪਲਾਨ ਜਿਹੜਾ ਵੀ ਉਹ ਭਾਰਤੀ ਏਜੰਸੀਆਂ ਵੱਲੋਂ ਜਿਹੜਾ ਕੀਤਾ ਗਿਆ ਉਹਦੇ ਭੇਦ ਇਸ ਕਿਤਾਬ 'ਚ ਖੁੱਲ੍ਹੇ ਗਏ ਨੇ ਜੀ। ਅਤੇ ਇਹ ਕਿਤਾਬ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਜਦੋਂ ਛਪੀ ਆ ਉਦੋਂ ਹੀ ਇੰਡੀਆ ਦੇ ਵਿੱਚ ਬੈਨ ਕਰ ਦਿੱਤੀ ਗਈ ਅਤੇ ਅੱਜ ਵੀ ਬੈਨ ਹੀ ਚੱਲ ਰਹੀ ਆ। ਅਤੇ ਕਿਉਂਕਿ ਇਹਨੂੰ ਛਪਿਆ ਵੀ ਹੁਣ 30 ਸਾਲ ਤੋਂ ਉੱਪਰ ਹੋ ਗਏ, ਇਸ ਕਰਕੇ ਇਸ ਕਿਤਾਬ ਦੀਆਂ ਕਾਪੀਆਂ ਜਿਹੜੀਆਂ ਉਹ ਵੀ ਘੱਟ ਵੱਧ ਹੀ ਮਿਲਦੀਆਂ ਨੇ। ਪਰ ਅਸੀਂ ਜ਼ਰੂਰ ਬੇਨਤੀ ਕਰਾਂਗੇ ਵੀ ਜਿਹਨੂੰ ਵੀ ਇਹ ਕਿਤਾਬ ਪੜ੍ਹਨ ਦਾ ਮੌਕਾ ਮਿਲੇ ਉਹ ਜ਼ਰੂਰ ਇੱਕ ਵਾਰੀ ਪੜ੍ਹੇ ਇਹ ਕਿਤਾਬ, ਵੀ ਤਾਂ ਕਿ ਵੀ ਸਰਕਾਰੀ ਏਜੰਸੀਆਂ ਕਿਵੇਂ ਕੰਮ ਕਰਦੀਆਂ ਨੇ ਅਤੇ ਕਿਵੇਂ ਕੌਮਾਂ ਨੂੰ ਬਦਨਾਮ ਕੀਤਾ ਜਾਂਦਾ, ਕਿਵੇਂ ਕੌਮਾਂ ਦੀ ਇਮੇਜ ਜਿਹੜੀ ਆ ਵੀ ਉਹ ਚੇਂਜ ਕਰ ਦਿੱਤੀ ਜਾਂਦੀ ਆ ਅਤੇ ਅੰਦਰੋਂ ਬੰਦੇ ਜਿਹੜੇ ਆ ਵੀ ਘੁਣ ਵਾਂਗ ਜਿਹੜੇ ਆ ਵੀ ਉਹ ਕੌਮ ਨੂੰ ਕਿਵੇਂ ਖਾ ਜਾਂਦੇ ਆ। ਜੀ, ਇਹ ਸਾਰੀਆਂ ਗੱਲਾਂ ਜਿਹੜੀਆਂ ਸਮਝਣੇ ਲਈ ਵੀ ਇਹ ਕਿਤਾਬ ਜਿਹੜੀ ਆ ਵੀ ਬਹੁਤ ਲਾਹੇਵੰਦ ਜਿਹੜੀ ਆ ਵੀ ਉਹ ਸਾਬਤ ਹੋਊ। ਅਤੇ ਆਪਾਂ ਇਹਦਾ ਪਹਿਲਾ ਚੈਪਟਰ ਜਿਹੜਾ ਇੰਟਰੋਡਕਸ਼ਨ ਅਤੇ ਚੈਪਟਰ 1 ਜਿਹੜਾ ਵੀ ਉਹ ਆਪਾਂ ਪੜ੍ਹ ਚੁੱਕੇ ਹਾਂ। ਅੱਜ ਆਪਾਂ ਚੈਪਟਰ 2 ਜਿਹੜਾ ਆ ਵੀ ਦੂਜਾ ਚੈਪਟਰ ਜਿਹੜਾ ਵੀ ਉਹ ਸ਼ੁਰੂ ਕਰਨਾ। ਇਹਦੇ ਵਿੱਚ ਆਪਾਂ ਮੋਟੇ ਤੌਰ ਦੇ ਉੱਤੇ ਦੱਸ ਦਈਏ ਵੀ ਮੁੱਖ ਜਿਹੜੇ ਕਿਰਦਾਰ ਇਹਦੇ ਵਿੱਚ ਮੈਨਸ਼ਨ ਕੀਤੇ ਗਏ ਨੇ ਇਸ ਚੈਪਟਰ ਦੇ ਵਿੱਚ, ਉਹ ਜਗਜੀਤ ਚੌਹਾਨ ਆ, ਜਿਹੜਾ ਪਹਿਲਾਂ ਹੀ ਆਪਾਂ ਪਿਛਲੇ ਚੈਪਟਰ 'ਚ ਵੀ ਉਹਦੇ ਬਾਰੇ ਡਿਸਕਸ਼ਨ ਕਰਿਆ ਆ। ਪਰ ਜਿਹੜਾ ਮੇਨ ਆ ਉਹ ਹੈਗਾ ਜੀ ਕੁਲਦੀਪ ਸਿੰਘ ਸਮਰਾ। ਉਹ ਮੇਨ ਬੰਦਾ ਆ ਵੀ ਜਿਹਦੇ ਬਾਰੇ ਜਾਣਕਾਰੀ ਇਸ ਚੈਪਟਰ ਦੇ ਵਿੱਚ ਦਿੱਤੀ ਗਈ ਆ ਅਤੇ ਕਿਵੇਂ ਉਹਦੇ ਲਿੰਕ ਜਿਹੜੇ ਆ, ਹੁਣ ਜਿਹੜੀ ਤੁਸੀਂ ਗੱਲ ਸੁਣ ਕੇ ਹੈਰਾਨੀ ਵੀ ਹੁੰਦੀ ਆ, ਪੜ੍ਹ ਕੇ ਅਤੇ ਸਮਝਣਾ ਵੀ ਮਤਲਬ ਲੱਗਦਾ ਵੀ ਇਹ ਵੀ ਕਮਾਲ ਆ ਵੀ ਉਹ ਜਿਹੜੇ ਆਲੇ ਦੁਆਲੇ ਲੋਕ ਸੀਗੇ ਵੀ ਉਹਨਾਂ ਨੂੰ ਸਮਝ ਨਹੀਂ ਲੱਗੀ ਵੀ ਇਹ ਕੁਲਦੀਪ ਸਿੰਘ ਸਮਰਾ ਕੌਣ ਆ। ਅਤੇ ਉਹਦੇ ਜਿਹੜੇ ਮੁੱਖ ਹੈਗੇ ਆ ਪੁਆਇੰਟ ਜਿਹੜੇ ਉਹ ਆਪਾਂ ਜੇ ਦੱਸਣੇ ਹੁਣ ਤਾਂ ਕੁਲਦੀਪ ਸਿੰਘ ਸਮਰਾ ਜਿਹੜਾ ਆ ਵੀ ਇਹ ਅਖੇ ਜੀ ਪਈ ਕਾਮਰੇਡ ਸੀਗਾ ਜੀ। ਪਰ ਕੈਨੇਡਾ ਜਾ ਕੇ ਅਤੇ ਜਦੋਂ ਉਹਨੇ ਵੇਖਿਆ BSc ਸੀ ਉੱਥੋਂ ਖਾਲਸਾ ਕਾਲਜ ਜਲੰਧਰ ਤੋਂ, ਅਤੇ ਕੈਨੇਡਾ ਜਾ ਕੇ ਅਤੇ ਕੋਸ਼ਿਸ਼ ਕੀਤੀ ਵੀ ਜਿਵੇਂ ਸਾਰੇ ਕਰਦੇ ਹੀ ਸੀਗੇ ਵੀ ਡਿਗਰੀ ਹੋਵੇ ਕੋਲ ਅਤੇ ਮੈਂ ਸੋਹਣੀ ਨੌਕਰੀ ਦੇ ਉੱਤੇ ਲੱਗਾ। ਪਰ ਉੱਥੇ ਓਬਵੀਅਸਲੀ ਵੀ ਕੈਨੇਡਾ ਦੇ ਵਿੱਚ ਉਹਦੀ ਡਿਗਰੀ ਦਾ ਕੋਈ ਮੁੱਲ ਨਾ ਪਿਆ ਅਤੇ ਫਿਰ ਫੈਕਟਰੀ ਵਰਕਰ ਵਜੋਂ ਵੀ ਉਹਨੇ ਉੱਥੇ ਕੰਮ ਕੀਤਾ। ਪਰ ਉਹ ਜਿਹੜੀ ਹੁੰਦੀ ਨਾ ਵੀ ਦਿਮਾਗ ਦੇ ਵਿੱਚ ਵੀ ਇੱਕ ਇਨਫੀਰੀਅਰਟੀ ਕੰਪਲੈਕਸ ਆ ਜਾਂਦਾ ਕਿ ਮੈਂ ਪੜ੍ਹਿਆ ਲਿਖਿਆ ਬੰਦਾ ਅਤੇ ਮੈਂ ਹੁਣ ਇੱਥੇ ਫੈਕਟਰੀ ਦੇ ਵਿੱਚ ਮਜ਼ਦੂਰੀ ਕਰ ਰਿਹਾ, ਜਾਂ ਜਿਹੜਾ ਕੋਈ ਹੋਵੇ ਵੀ ਮੇਰੇ ਕੋਲ ਡਿਗਰੀ ਆ ਅਤੇ ਮੈਂ ਟੈਕਸੀ ਚਲਾ ਰਿਹਾ ਜੀ। ਅੱਜ ਤਾਂ ਅਜੇ ਕਾਫੀ ਹੱਦ ਤੱਕ ਇਹ ਜਿਹੜੀ ਸੋਚਣੀ ਆ ਵੀ ਇਹਨੂੰ ਠੱਲ ਪਈ ਆ, ਪਰ ਸੋਚ ਕੇ ਵੇਖੋ ਵੀ 1970ਵਿਆਂ ਦੇ ਵਿੱਚ ਬਿਲਕੁਲ ਵੀ ਕੀ ਹਾਲ ਹੋਊਗਾ। ਅਤੇ ਉਦੋਂ ਜਿਹੜਾ ਇਨਫੀਰੀਅਰਟੀ ਕੰਪਲੈਕਸ ਆ ਉਹਦੇ ਵਿੱਚੋਂ ਫਿਰ ਇਹਨੇ ਕੁਲਦੀਪ ਸਿੰਘ ਸਮਰੇ ਨੇ ਵੀ ਜਦੋਂ ਆਪਣਾ ਜਿਹੜਾ ਆ ਵੀ ਸਮਾਜ ਦੇ ਵਿੱਚ ਮਾਣ ਸਤਿਕਾਰ ਵਧਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਪਹਿਲਾਂ ਇਹਨੇ ਗੁਰਦੁਆਰਾ ਜਿਹੜਾ ਉੱਥੇ ਦਾ ਟੋਰਾਂਟੋ ਦਾ ਸ਼ਹਿਰ, ਹਾਂਜੀ ਟੋਰਾਂਟੋ ਦਾ, ਉਹ ਗੁਰਦੁਆਰੇ ਦਾ ਇਹ ਖਜ਼ਾਨਚੀ ਬਣਿਆ। ਉਹ ਤੋਂ ਬਾਅਦ ਜਦੋਂ ਪ੍ਰਧਾਨਗੀ ਲਈ ਚੋਣ ਲੜੀ ਆ ਤਾਂ ਉਹ ਹਾਰ ਗਿਆ, 2-3 ਵਾਰੀ ਹਾਰਿਆ। ਉਹ ਤੋਂ ਬਾਅਦ ਕੇਸ ਕਰ ਦਿੱਤਾ ਕੋਰਟ ਦੇ ਵਿੱਚ। ਕੋਰਟ ਦੇ ਵਿੱਚ ਵੀ ਜਦੋਂ ਫੈਸਲਾ ਜਿਹੜਾ ਇਹਦੇ ਖਿਲਾਫ ਹੋ ਗਿਆ ਤਾਂ ਇਹਨੇ ਉੱਥੇ ਗੋਲੀਆਂ ਚਲਾਤੀਆਂ। ਹੁਣ ਗੋਲੀਆਂ ਚਲਾਈਆਂ ਜਦੋਂ 2 ਬੰਦੇ ਮਰ ਗਏ ਉੱਥੇ ਜੀ। ਅਤੇ ਇਹ ਹੁਣ ਤੁਸੀਂ ਇਹ ਵੇਖੋ ਵੀ ਇੱਕ ਤਾਂ ਕਾਮਰੇਡ ਬੰਦਾ ਜੀ ਗੁਰਦੁਆਰੇ ਦੀ ਪ੍ਰਧਾਨਗੀ ਭਾਲ ਰਿਹਾ, ਔਰ ਦੂਜਾ ਵੀ ਜਿਹੜਾ ਦਵਿੰਦਰ ਸਿੰਘ ਆਹਲੂਵਾਲੀਆ ਜਾਂ ਦਵਿੰਦਰ ਸਿੰਘ ਵਾਲੀਆ, ਆਹਲੂਵਾਲੀਆ ਕਰਕੇ ਜਿਹੜਾ ਚੱਲਦਾ ਮਸ਼ਹੂਰ ਨਾਂ ਆਇਆ ਇਹ ਜੀ, ਵੀ ਬਦਨਾਮੀ ਦੇ ਹਿਸਾਬ ਦੇ ਨਾਲ ਮਸ਼ਹੂਰ। ਜਦੋਂ ਦਵਿੰਦਰ ਸਿੰਘ ਆਹਲੂਵਾਲੀਆ ਹਾਈ ਕਮਿਸ਼ਨ ਦੇ ਵਿੱਚ ਆਇਆ ਆ ਟੋਰਾਂਟੋ, ਉੱਥੇ ਫਿਰ ਇਹ ਜਿਹੜਾ ਸਮਰਾ ਆ ਵੀ ਇਹਦੀ ਅਤੇ ਉਹਦੀ ਆਪਸ ਦੇ ਵਿੱਚ ਵੀ ਇਹ ਜਿਹੜੀ ਦੋਸਤੀ ਆ ਅਤੇ ਗੱਠਜੋੜ ਜਿਹੜਾ ਜੀ ਵੀ ਉਹ ਬਣਿਆ।
ਤੇ ਇੱਕ ਪਾਸੇ ਇਹ ਬੰਦਾ ਜਿਹੜਾ ਆ ਭਈ ਸਮਰਾ ਗੁਰਦੁਆਰੇ ਦੀ ਪ੍ਰਧਾਨਗੀ ਭਾਲ ਰਿਹਾ, ਤੇ ਦੂਜੇ ਪਾਸੇ ਇਹਦੀ ਮਸ਼ਹੂਰੀ ਜਿਹੜੀ ਆ ਉਹ ਇਸ ਗੱਲ ਦੀ ਆ ਭਈ ਜੀ ਇਹ ਤੇ ਮਤਲਬ ਰੋਜ਼ ਜਿਹੜੀ ਆ ਸਕਾਚ ਵਿਸਕੀ ਪੀਂਦਾ। ਤੇ ਉਹ ਇਹ ਵੀ ਦੱਸਦੇ ਆ ਵੀ ਜਿਹੜਾ ਦਵਿੰਦਰ ਸਿੰਘ ਆਹਲੂਵਾਲੀਆ ਆ ਵੀ ਉਹ ਇਸ ਚੀਜ਼ ਦਾ ਲਾਹਾ ਲੈਂਦਾ ਸੀ ਭਈ ਜਿਹੜਾ ਇੰਡੀਅਨ ਹਾਈ ਕਮਿਸ਼ਨ ਹੈ ਕਿ ਕੋਈ ਵੀ ਹਾਈ ਕਮਿਸ਼ਨ ਹੋਵੇ ਉਹਦੇ ਉੱਤੇ ਭਈ ਜਿਹੜੇ ਕੈਨੇਡਾ ਦੇ ਟੈਕਸ ਆ ਵੀ ਉਹ ਲੱਗਦੇ ਨਹੀਂ। ਸੋ ਇਸ ਕਰਕੇ ਵੀ ਸ਼ਰਾਬ ਜਿਹੜੀ ਆ ਵੀ ਉੱਥੇ ਸਟਾਕ ਜਿਹੜਾ ਸ਼ਰਾਬ ਦਾ ਆਉਂਦਾ ਸੀ ਉਹ ਬਾਹਰ ਜਿਹੜੀ ਸ਼ਰਾਬ ਮਿਲਦੀ ਸੀ ਵੀ ਉਹਦੇ ਨਾਲ ਬਹੁਤ ਸਸਤਾ ਹੁੰਦਾ ਜੀ। ਸੋ ਇਸ ਕਰਕੇ ਵੀ ਉਹ ਆਹਲੂਵਾਲੀਆ ਕੀ ਕਰਦਾ ਸੀ ਭਈ ਅੰਦਰੋਂ ਜਿਹੜੀ ਆ ਵਿਸਕੀ ਤੇ ਹੋਰ ਜਿਹੜੀ ਮਹਿੰਗੀ ਸ਼ਰਾਬ ਉਹ ਸਸਤੇ ਭਾਅ 'ਤੇ ਲੈ ਕੇ ਤੇ ਬਾਹਰ ਇੱਦਾਂ ਵਰਤਾ ਕੇ ਤੇ ਇਹਨਾਂ ਨੂੰ ਆਪਣਾ ਜਿਹੜਾ ਆ ਵੀ ਗੁਲਾਮ ਬਣਾਉਂਦਾ ਸੀ ਜੀ। ਉਹ ਕਹਿ ਲਓ ਵੀ ਇਹ 70ਵਿਆਂ ਦੀਆਂ ਗੱਲਾਂ ਨੇ ਵੀ ਜਦੋਂ ਨਾ ਜਿਹੜੀ ਹੈਰੋਇਨ ਆ ਜਾਂ ਹੋਰ ਜਿਹੜੇ ਨਸ਼ੇ ਆ ਜਿੱਦਾਂ ਅੱਜ ਕੱਲ੍ਹ ਆ ਦੂਸਰੀ ਆ ਮੈਥੈਮਫੈਟਾਮੀਨ ਆ ਜੀ, ਤੇ ਉਹੋ ਜਿਹੇ ਜਿਹੜੇ ਕ੍ਰਿਸਟਲ ਮੈਥ ਤੇ ਹੋਰ ਸਾਰੀਆਂ ਜਿਹੜੇ ਨਸ਼ੇ ਨੇ ਵੀ ਉਹ ਬਾਅਦ ਦੇ ਨੇ। ਸੋ ਉਸ ਵੇਲੇ ਸ਼ਰਾਬ ਹੀ ਸੀਗੀ ਵੀ ਜਿਹਦੇ ਰਾਹੀਂ ਭਈ ਕਿਸੇ ਨੂੰ ਗੁਲਾਮ ਬਣਾਇਆ ਜਾਂਦਾ ਹੈ। ਬਿਲਕੁਲ। ਅੱਜ ਨਹੀਂ ਤਾਂ ਵੀ ਅਗਲਿਆਂ ਨੇ ਵੀ ਉਹ ਜਿਹੜੀ ਕ੍ਰਿਸਟਲ ਮੈਥ ਤੇ ਹੋਰ ਜਿਹੜੇ ਆ ਨਸ਼ੇ ਉਹਨਾਂ ਦੇ ਉੱਤੇ ਲਾ ਕੇ ਤੇ ਚੰਗੀ ਤਰ੍ਹਾਂ ਬਸ ਉਹੀ ਕਰਿਆ ਕਰਨਾ ਸੀ ਵੀ ਜਦੋਂ ਕਹਿਣ ਬਹਿ ਜਾ ਤੇ ਬਹਿ ਜਾ ਕਰਨਾ ਸੀ ਅਗਲੇ ਨੇ, ਜਦੋਂ ਕਹਿਣਾ ਸੀ ਵੀ ਖੜ ਜਾ ਤੇ ਅਗਲੇ ਨੇ ਖੜ ਜਾਇਆ ਕਰਨਾ ਜੀ। ਸੋ ਉਹ ਸਾਰੀ ਕਹਾਣੀ ਜਿਹੜੀ ਆ ਉਹ ਇਹਦੇ ਵਿੱਚ ਦਿੱਤੀ ਆ ਵੀ ਆਪਾਂ ਵਿੱਚੋਂ ਕੁਛ ਸਕਿਪ ਵੀ ਕਰਦੇ ਜਾਵਾਂਗੇ, ਪਰ ਇਹ ਆ ਵੀ ਇਹ ਮੁੱਢਲੇ ਤੌਰ ਦੇ ਉੱਤੇ ਵੀ ਇਹ ਸਾਰਾ ਜਿਹੜਾ ਆ ਵੀ ਉਹ ਕਿਵੇਂ ਸਰਕਾਰ ਇੱਧਰੋਂ ਭਾਰਤੀ ਸਰਕਾਰ ਦੀਆਂ ਏਜੰਸੀਆਂ ਭਾਰਤੀ ਕੌਂਸਲੇਟ ਦੇ ਰਾਹੀਂ ਉੱਧਰੋਂ ਜਿਹੜਾ ਇੱਕ ਕਾਮਰੇਡ ਬੰਦਾ ਤੇ ਉਹਨੂੰ ਉਹਨਾਂ ਨੇ ਏਜੰਸੀਆਂ ਨੇ ਖੜਾ ਕੀਤਾ ਖਾਲਿਸਤਾਨ ਦੇ ਖਿਲਾਫ ਜੀ, ਇਹ ਕੁਲਦੀਪ ਸਿੰਘ ਸਮਰਾ। ਪਰ ਕੋਸ਼ਿਸ਼ ਕੀਤੀ ਭਈ ਉਹ ਗੁਰਦੁਆਰੇ ਦੇ ਉੱਤੇ ਕਬਜ਼ਾ ਕਰਾਉਣੇ ਦੀ, ਭਈ ਜਿਹੜੇ ਗੁਰਦੁਆਰੇ ਦੇ ਉੱਤੇ ਭਈ ਪਹਿਲੀ ਵਾਰੀ ਆ ਕੇ ਜਗਜੀਤ ਸਿੰਘ ਚੌਹਾਨ ਨੇ ਜਿਹੜਾ ਆਪਾਂ ਚੇਤੇ ਕਰਾ ਦਈਏ ਭਈ ਇਹ ਸਰਕਾਰ ਨੇ ਭਾਰਤੀ ਸਰਕਾਰ ਨੇ ਡਿਕਲੇਅਰ ਕੀਤਾ ਸੀ ਵੀ ਇਹ ਭਾਰਤ ਦਾ ਦੁਸ਼ਮਣ ਆ, ਪਰ ਜਦੋਂ ਉਹ ਪੰਜਾਬ 'ਚ ਆ ਕੇ ਮਰਿਆ ਆ ਤੇ ਸਰਕਾਰੀ ਸਨਮਾਨਾਂ ਦੇ ਨਾਲ ਵੀ ਉਹਦਾ ਸੰਸਕਾਰ ਜਿਹੜਾ ਵੀ ਉੱਥੇ ਕੀਤਾ ਗਿਆ। ਬਿਲਕੁਲ। ਸੋ ਉਹ ਸਾਰੀਆਂ ਕਹਾਣੀਆਂ ਜਦੋਂ ਤੁਸੀਂ ਜੋੜਦੇ ਆ ਭਈ ਉਸੇ ਗੁਰਦੁਆਰੇ ਨੂੰ ਹੀ ਖਾਲਿਸਤਾਨ ਦੇ ਨਾਲ ਜੋੜਨੇ ਵਾਲਾ ਜਗਜੀਤ ਸਿੰਘ ਚੌਹਾਨ ਜੀ ਜਿਹੜਾ ਕਿ ਪ੍ਰੂਵਨ ਸੀਗਾ ਵੀ ਸਰਕਾਰੀ ਬੰਦਾ ਆ। ਬਿਲਕੁਲ। ਔਰ ਉਸੇ ਗੁਰਦੁਆਰੇ ਦੇ ਉੱਤੇ ਬਾਅਦ ਵਿੱਚੋਂ ਕਬਜ਼ਾ ਕਰਨ ਲਈ ਅਗਲਿਆਂ ਨੇ ਦੂਜੀ ਧਿਰ ਖੜੀ ਕੀਤੀ ਵੀ ਜਿਹੜੀ ਖਾਲਿਸਤਾਨ ਦੇ ਖਿਲਾਫ ਬੋਲਦੀ ਤੇ ਕਾਮਰੇਡ ਬੰਦਾ ਕੁਲਦੀਪ ਸਿੰਘ ਸਮਰਾ ਤੇ ਉਹਨੇ ਆ ਕੇ ਉਸੇ ਗੁਰਦੁਆਰੇ ਤੇ ਕਬਜ਼ਾ ਕਰਨੀ। ਬਿਲਕੁਲ ਜੀ। ਔਰ ਫਿਰ ਤੁਸੀਂ ਇਹ ਦੇਖੋ ਭਈ ਆਪਸ ਦੇ ਵਿੱਚ ਜਦੋਂ ਦੇਖਦੇ ਆ ਭਈ ਜਗਜੀਤ ਸਿੰਘ ਚੌਹਾਨ ਖਾਲਿਸਤਾਨ ਦੇ ਹੱਕ ਦੇ ਵਿੱਚ ਨਾਅਰੇ ਲਾਉਣੇ ਵਾਲਾ ਜੀ, ਸਮਰਾ ਖਾਲਿਸਤਾਨ ਦੇ ਖਿਲਾਫ ਨਾਅਰੇ ਲਾਉਣੇ ਵਾਲਾ ਜੀ, ਪਰ ਜਦੋਂ ਜਗਜੀਤ ਸਿੰਘ ਚੌਹਾਨ ਟੋਰਾਂਟੋ ਆਉਂਦਾ ਆ ਤੇ ਉਹਦੀ ਸਪੋਰਟ ਦੇ ਵਿੱਚ ਜਿਹੜਾ ਸਮਾਗਮ ਹੁੰਦਾ ਆ ਉਹਦੇ ਵਿੱਚ ਸਮਰਾ ਜਿਹੜਾ ਆ ਵੀ ਉਹ ਜਾ ਕੇ ਜਗਜੀਤ ਸਿੰਘ ਚੌਹਾਨ ਦੇ ਹੱਕ ਦੇ ਵਿੱਚ ਉੱਥੇ ਬੈਠਦਾ। ਸੋ ਮਤਲਬ ਵੀ ਤੁਸੀਂ ਕਿਹੜੇ ਪਾਸੇ ਜਮਾ ਘਟਾਓ ਕਰਕੇ ਤੇ ਸਾਰੀ ਜਿਹੜੀ ਕਹਾਣੀ ਆ ਉਹਨੂੰ ਸਮਝੂਗੇ, ਸਵਾਏ ਇਹਦੇ ਕਿ ਸਰਕਾਰੀ ਏਜੰਸੀ ਦੀ ਕੋਸ਼ਿਸ਼ ਸੀਗੀ ਭਈ ਜਿਹੜੀ ਖੇਡ ਉਹਨਾਂ ਨੇ ਖੇਡਣੀ ਸ਼ੁਰੂ ਕੀਤੀ ਆ ਉਹਦੇ ਦੋਵੇਂ ਪਾਸੇ ਜਿਹੜੇ ਖਿਡਾਰੀ ਨੇ ਜੀ ਉਹ ਸਰਕਾਰ ਦੇ ਕੰਟਰੋਲ ਦੇ ਹੇਠ ਹੋਣ, ਜਿਹਨੂੰ ਜਿਤਾਉਣਾ ਹੋਇਆ ਮੌਕਾ ਪੈਣ ਦੇ ਉੱਤੇ ਉਹਨੂੰ ਉਹ ਜਿਤਾ ਸਕਣ ਵੀ ਤਾਂ ਕਿ ਭਈ ਜਿਹੜਾ ਜੋ ਉਹਨਾਂ ਦਾ ਏਜੰਡਾ ਹੈ ਬਿਲਕੁਲ ਸਿੱਖ ਕੌਮ ਨੂੰ ਬਦਨਾਮ ਕਰਨੇ ਦਾ ਤੇ ਸਿੱਖ ਕੌਮ ਨੂੰ ਅੱਤਵਾਦੀ ਡਿਕਲੇਅਰ ਕਰਨੇ ਦਾ ਜੀ ਭਈ ਉਹ ਜਿਹੜਾ ਆ ਵੀ ਉਹ ਨੇਪਰੇ ਚਾੜ ਸਕਣ। ਬਿਲਕੁਲ। ਨਹੀਂ ਸਹੀ ਗੱਲ ਹੈ ਭਾਜੀ ਕਿ ਇਹਦੇ ਵਿੱਚ ਨਾ ਜਿੱਦਾਂ ਜਿਹਨੂੰ ਅੱਜ ਦੇ ਹਾਲਾਤਾਂ ਦੇ ਵਿੱਚ ਸਮਝਣਾ ਹੋਵੇ, ਹੁਣ ਆ ਸਾਡੇ ਕੋਲ ਰੇਡੀਓ ਵਿਰਸੇ ਵਾਲਾ ਜਿਹੜਾ ਪਲੇਟਫਾਰਮ ਹੈ ਇੱਕ ਬੈਸਟ ਐਗਜ਼ਾਮਪਲ ਆ ਜਿੱਦਾਂ ਘਿਓ ਖਿਚੜੀ ਕਿੱਦਾਂ ਕਰਦੀ ਹੈ ਸਰਕਾਰਾਂ ਹਰ ਪਲੇਟਫਾਰਮ ਤੇ ਜਾ ਕੇ ਗੇਮਾਂ ਖੇਡਦੀਆਂ ਆ ਤੇ ਜਿਹੜਾ ਪਲੇਟਫਾਰਮ ਉਹਨਾਂ ਨੂੰ ਚਾਹੀਦਾ ਹੁੰਦਾ ਕਿ ਹੁਣ ਇਹ ਮੂਰੇ ਕਰਨ ਵਾਲਾ ਆ ਫਰੰਟ ਤੇ ਜਾ ਕੇ ਗੇਮਾਂ ਖੇਡਦੀਆਂ ਆ ਉਹ ਫਰੰਟ ਮੂਰੇ ਕਰ ਦਿੰਦੇ ਹੈਗੇ ਆ। ਹੁਣ ਰੇਡੀਓ ਵਿਰਸਾ ਵਾਲੇ ਸਾਰਿਆਂ ਨੂੰ ਪਤਾ ਆ ਕਿ ਇਹ ਜਿੱਦਾਂ ਸਿੱਖੀ ਦੀ ਜੜ੍ਹਾਂ 'ਚ ਤੇਲ ਦਿੰਦੇ ਹੈਗੇ ਆ, ਠੀਕ ਹੈ। ਫਿਰ ਇੱਥੇ ਕੈਟਾਂ ਵੀ ਆ ਕੇ ਆਪਣੀਆਂ ਗੱਲਾਂ ਕਰਦੀਆਂ ਆ, ਕਾਮਰੇਡ ਵੀ ਆ ਕੇ ਆਪਣੀਆਂ ਗੱਲਾਂ ਕਰਦੇ ਆ, ਫਿਰ ਉੱਥੋਂ ਦੀ ਜੀ ਜਿਹੜੇ ਗੁਰਬਾਣੀ ਦੀਆਂ ਗੱਲਾਂ ਕਰਦੇ ਨੇ ਜਾਂ ਗੁਰਮਤਿ ਦੀਆਂ ਗੱਲਾਂ ਕਰਦੇ ਨੇ ਜਾਂ ਜਿਹੜੇ ਆਪਣੇ ਆਪ ਨੂੰ ਪ੍ਰਚਾਰਕ ਕਹਿੰਦੇ ਨੇ ਉਹ ਵੀ ਆ ਕੇ ਉੱਥੇ ਆ ਕੇ ਆਪਣੀਆਂ ਗੱਲਾਂ ਕਰਦੇ ਨੇ। ਤੇ ਤੁਸੀਂ ਹੁਣ ਜਦੋਂ ਕਹੋਗੇ ਕਿ ਵੀ ਇਹਦਾ ਕਾਮਰੇਡ ਆ ਫਿਰ ਉਹਨਾਂ ਨੇ ਉਹ ਵਾਲੀਆਂ ਕਲਿੱਪਾਂ ਸੁਣਾਉਣ ਲੱਗ ਜਾਣੀਆਂ ਆ। ਹਰ ਐਂਗਲ ਤੋਂ ਗੇਮਾਂ ਖੇਡੀਆਂ ਜਾਂਦੀਆਂ ਆ। ਇਸ ਕਰਕੇ ਤਾਂ ਭਾਜੀ ਜਦੋਂ ਕਿਹਾ ਜਾਂਦਾ ਆ ਕਿ ਭਾਈ ਇਹ ਜਿਹੜੇ ਬੰਦੇ ਆ ਜਿਹੜੀਆਂ ਗੱਲਾਂ ਕਰਦੇ ਆ ਜਾਂ ਜੋ ਇਹ ਬੋਲਦੇ ਆ, ਇੱਕ ਤਾਂ ਇਹ ਹੇਟ ਸਪੀਚ ਹੈਗਾ ਆ, ਦੂਜਾ ਇਹ ਸਿੱਖੀ ਦੀ ਜੜ੍ਹਾਂ 'ਚ ਤੇਲ ਦੇ ਰਹੇ ਆ। ਫਿਰ ਇਹ ਜਿਹੜੀਆਂ ਚੰਗੀਆਂ ਗੱਲਾਂ ਕੀਤੀਆਂ ਹੁੰਦੀਆਂ ਨਾ ਕਿਤੇ ਐਵੇਂ ਹਵਾ 'ਚ ਹੀ, ਤੇ ਉਹ ਲਿਆ ਕੇ ਫਿਰ ਕਲਿੱਪਾਂ ਸਾਡੇ ਸਾਹਮਣੇ ਲਿਆ ਕੇ ਜਾਂ ਸੰਗਤ ਸਾਹਮਣੇ ਲਿਆ ਕੇ ਰੱਖੀਆਂ ਜਾਂਦੀ ਕਿ ਦੇਖੋ ਜੀ ਆਹ ਤਾਂ ਕਿੰਨੀਆਂ ਸੋਹਣੀਆਂ ਗੱਲਾਂ ਕਰ ਰਹੇ ਆ, ਹਾਲਾਂਕਿ ਉਹਦੇ ਵਿੱਚ ਵੀ ਮਿੱਠੀ ਜ਼ਹਿਰ ਹੀ ਹੁੰਦੀ ਹੈਗੀ ਹੈ। ਕਹਿਣ ਦਾ ਭਾਵ ਹੈ ਜੇ ਸਮਝਣਾ ਹੋਵੇ ਤਾਂ ਬੜੇ ਤਰੀਕੇ ਨਾਲ ਇਹ ਗੇਮਾਂ ਖੇਡੀਆਂ ਜਾਂਦੀਆਂ ਆ, ਤਾਂ ਉਹ ਸਾਨੂੰ ਬੜੀ ਬਰੀਕੀ ਦੇ ਵਿੱਚ ਇਹਨੂੰ ਸਮਝਣ ਦੀ ਲੋੜ ਹੈਗੀ ਹੈ। ਇਹੀ ਨਹੀਂ, ਇਹ ਜਿਹੜਾ ਹੈਗਾ ਨਾ ਕਾਮਰੇਡਾਂ ਵਾਲਾ ਕੰਮ ਇਹ ਨੇਕੀ ਦੇ ਉੱਤੇ ਵੀ ਲੱਗਦਾ। ਬਿਲਕੁਲ। ਕਿਉਂਕਿ ਨੇਕੀ ਆਪ ਆਪਣੇ ਮੂੰਹ ਕਹਿੰਦਾ ਰਿਹਾ ਵੀ ਮੈਂ ਪਹਿਲਾਂ ਕਾਮਰੇਡ ਸੀਗਾ ਜੀ ਬਿਲਕੁਲ। ਇਹ ਕਾਮਰੇਡ ਵਜੋਂ ਐਜ਼ ਵੀ ਇੱਥੇ ਨਿਊਜ਼ੀ
ਨਿਊਜ਼ੀਲੈਂਡ ਦੇ ਵਿੱਚ ਪਹੁੰਚਿਆ ਆ ਔਰ ਇੱਥੇ ਆ ਕੇ ਤੇ ਜਦੋਂ ਇਲੀਗਲ ਹੋ ਗਿਆ, ਗੈਰ ਕਾਨੂੰਨੀ ਹੋ ਗਿਆ, ਵੀਜ਼ਾ ਨਹੀਂ ਮਿਲਿਆ ਉਰੇ ਲੀਗਲੀ ਰਹਿਣੇ ਦਾ, ਕਾਨੂੰਨੀ ਤੌਰ ਦੇ ਉੱਤੇ ਪੱਕੇ ਹੋਣੇ ਦਾ, ਤੇ ਉਦੋਂ ਇਹਨੇ ਖੰਡੇ ਦੀ ਪੌਲ ਲੈ ਕੇ ਤੇ ਆਪਣਾ ਜਿਹੜਾ ਭੇਸ ਭੂਸ ਆ ਉਹ ਸਾਰਾ ਬਦਲਿਆ। ਬਿਲਕੁਲ ਭਈ ਤਾਂ ਕਿ ਨੰਬਰ 1 ਤਾਂ ਇਹ ਭਈ ਜਿਹੜੇ ਪਛਾਣਦੇ ਸੀ ਇਹਨੂੰ ਵੀ ਅੱਛਾ ਵੀ ਇਹ ਨੇਕੀ ਓਵਰਸਟੇਅਰ ਆ, ਉਹਨਾਂ ਨੂੰ ਭੁਲੇਖਾ ਪੈ ਜਾਵੇ। ਬਿਲਕੁਲ। ਦੂਜਾ ਇਹ ਭਈ ਅਗੇ ਵੀ ਜਦੋਂ ਧਰਮੀ ਬਣ ਜਾਣਾ ਹੈ, ਬਿਲਕੁਲ, ਫੇਰ ਧਰਮੀ ਬੰਦੇ ਦੇ ਖਿਲਾਫ ਵੀ ਸਰਕਾਰ ਦੇ ਕੋਲੇ ਪਹੁੰਚ ਕਰਨੇ ਲਈ ਵੈਸੇ ਹੀ ਮਨ ਝਿਜਕਦਾ ਆ ਵੀ ਚੱਲ ਠੀਕ ਆ ਵੀ ਇਹ ਬਦਲ ਗਿਆ, ਵੀ ਜੇ ਉਰੇ ਰਹੀ ਜਾਂਦਾ ਤੇ ਰਹੀ ਜਾਵੇ, ਉਹਦਾ ਲਾਹਾ ਲਿਆ। ਜਦੋਂ ਪੱਕਾ ਹੋ ਗਿਆ ਉਹ ਤੋਂ ਬਾਅਦ ਫਿਰ ਇਹਨੇ ਐਸੇ ਰੰਗ ਦਿਖਾਉਣੇ ਸ਼ੁਰੂ ਕੀਤੇ। 14 ਸਾਲ ਗੈਰ ਕਾਨੂੰਨੀ ਤਰੀਕੇ ਦੇ ਉੱਤੇ ਇੱਥੇ ਰਿਹਾ ਤੇ ਜਿਹੜਾ ਹੁਣ ਗੱਲਾਂ ਕਰਦਾ ਹੁੰਦਾ ਵੀ ਇਹਨਾਂ ਮੁਲਕਾਂ ਨੂੰ ਵੀ ਅਖੇ ਨਰਕ ਨਾ ਬਣਾਓ, ਭਈ ਇਹ ਤੋਂ ਪੁੱਛੋ ਕੋਈ ਵੀ ਇਹਨੇ ਕਿੰਨਾ ਜਿਹੜਾ ਨਰਕ ਦੇ ਬੀਜ ਜਿਹੜੇ ਇਹਨ ਬੀਜੇ ਆ ਉਹਦਾ ਹਿਸਾਬ ਕਦੋਂ ਦੇਣਾ ਭਾਈ। ਬਿਲਕੁਲ। ਸੋ 14 ਸਾਲ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਕੇ ਉਹ ਤੋਂ ਬਾਅਦ ਜਦੋਂ ਪੱਕਾ ਹੋ ਗਿਆ ਆ ਤੇ ਫੇਰ ਅਖੇ ਭਈ ਇਹ ਸਾਰਾ ਜਿਹੜਾ ਆ ਵੀ ਅਸਲ ਰੰਗ ਜਿਹੜਾ ਹੌਲੀ ਹੌਲੀ ਕਰਕੇ ਤੇ ਬਾਹਰ ਆਉਣ ਲੱਗੇ। ਨਹੀਂ ਭਾਈ ਉਹ ਤਾਂ ਹੁਣ ਸਾਨੂੰ ਤਾਂ ਚਲੋ ਉਸ ਸੱਚਾਈ ਬਾਰੇ ਕੋਈ ਏਦਾਂ ਇਲਮ ਨਹੀਂ ਹੈਗਾ, ਲੇਕਿਨ ਸੁਣਨ ਚ ਤੇ ਇਹ ਵੀ ਆ ਰਿਹਾ ਕਿ ਇਹ ਇੰਡੀਆ ਚ ਕੈਟ ਰਿਹਾ ਆ, ਉਹਦੇ ਵਿੱਚ ਹੁਣ ਉਹਦੇ ਕਿੱਥੇ ਤੱਕ ਉਹ ਸੱਚਾਈ ਹੈਗੀ ਆ, ਲੇਕਿਨ ਹੁਣ ਇਹ ਗੱਲਾਂ ਵੀ ਨਿਕਲ ਕੇ ਆ ਰਹੀਆਂ, ਸੁਣਨ ਦੇ ਵਿੱਚ ਆ ਰਹੀਆਂ ਹੈਗੀਆਂ ਆ। ਤੇ ਮੈਂ ਤਾਂ ਜੀ ਹੋਰ ਵੀ ਕਿਦਾਂ ਜਿੱਦਾਂ ਉਹ ਗੱਲ ਤਾਂ ਚਲੋ ਥੋੜੀ ਜਿਹੀ ਹਾਸੇ ਵਾਲੀ ਹੈਗੀ ਆ। ਮੇਰੇ ਉਹ WhatsApp ਤੇ ਨਾ ਇੱਕ ਸਕਿੱਟ ਜੀ ਘੁੰਮਦੀ ਸੀਗੀ, ਕਿਸੇ ਫਿਲਮ ਦਾ ਮੈਨੂੰ ਲੱਗਦਾ ਸੀਨ ਹੋਣਾ ਆ, ਤਾਂ ਉਹ ਕਿਸ ਨੇ ਭੇਜਿਆ ਤਾਂ ਮੈਂ ਦੇਖਦਾ ਸੀਗਾ, ਤਾਂ ਉਹ ਜਿੱਦਾਂ ਬੰਦਾ ਘਰ ਵਾਲਾ ਹੁੰਦਾ ਹੈ ਤੇ ਸ਼ਰਾਬ ਪੀ ਕੇ ਆਉਂਦਾ ਆ ਤੇ ਘਰ ਵਾਲੀ ਨੂੰ ਆ ਕੇ ਕਹਿੰਦਾ ਆ ਕਿ ਮੇਰੇ ਲਈ ਰੋਟੀ ਬਣਾ, ਏਦਾਂ ਗੱਲਾਂ ਕਰਦਾ ਆ ਤੇ ਘਰ ਵਾਲੀ ਕਹਿੰਦੀ ਤੂੰ ਅੱਜ ਫਿਰ ਸ਼ਰਾਬ ਪੀ ਕੇ ਆ ਗਿਆ, ਤੇ ਉਹ ਕਹਿੰਦਾ ਤੂੰ ਮੈਨੂੰ ਸ਼ਰਾਬ ਪੀਂਦੇ ਦੇਖਿਆ ਆ, ਤੇਰੇ ਕੋਲ ਕੀ ਐਵੀਡੈਂਸ ਹੈ ਕਿ ਮੈਂ ਸ਼ਰਾਬ ਪੀਤੀ ਹੈ। ਹੁਣ ਮੇਰੇ ਗੱਲ ਕਲਿੱਕ ਹੋਈ ਕਿ ਹੁਣ ਇਹ ਗੱਲਾਂ ਕਰਦੇ ਕਿ ਭਾਈ ਅਸੀਂ ਸਰਕਾਰੀ ਬੰਦੇ ਨਹੀਂ ਹੈਗੇ ਜਾਂ ਅਸੀਂ RSS ਦੇ ਬੰਦੇ ਨਹੀਂ ਹੈਗੇ, ਹੁਣ ਉਹਦੀ ਸ਼ਰਾਬ ਪੀਤੇ ਦਾ ਐਵੀਡੈਂਸ ਥੋੜ੍ਹਾ ਹੈਗਾ ਆ, ਸਮੈਲ ਆ ਰਹੀ ਹੈ, ਉਹਦਾ ਬਿਹੇਵੀਅਰ ਜਿਹੜਾ ਆ ਬਸ ਉਹਦਾ ਜਿਹੜਾ ਬਿਹੇਵੀਅਰ ਹੈ, ਉਹਦੀ ਸਮੈਲ ਆ, ਉਹਦੀ ਬੋਡੀ ਲੈਂਗੁਏਜ ਹੈ, ਜਿਹੜਾ ਉਹ ਲੜਖੜਾ ਕੇ ਤੁਰ ਰਿਹਾ ਆ, ਬੈਲੈਂਸ ਨਹੀਂ ਹੈਗਾ, ਉਸ ਤੋਂ ਪਤਾ ਚੱਲ ਰਿਹਾ ਕਿ ਇਹਨੇ ਸ਼ਰਾਬ ਪੀਤੀ ਹੋਈ ਹੈ। ਹੁਣ ਤੁਸੀਂ ਕਹੋਗੇ ਉਹ ਘਰ ਵਾਲੀ ਕਹੂ, ਜੇ ਉਹ ਘਰ ਵਾਲੀ ਨੂੰ ਕਹਿੰਦਾ ਕਿ ਮੇਰੀ ਫੋਟੋ ਦਿਖਾ ਕਿ ਮੈਂ ਸ਼ਰਾਬ ਪੀਂਦਾ ਸੀਗਾ, ਤੇ ਉਹ ਥੋੜ੍ਹਾ ਨਾ ਮਿਲਣੀ ਹੈਗੀ ਹੈ। ਇੱਦਾਂ ਹੀ ਜਦੋਂ ਤੁਸੀਂ ਇਹਨਾਂ ਬੰਦਿਆਂ ਨੂੰ ਦੇਖਦੇ ਆ ਨਾ, ਤੇ ਉੱਥੋਂ ਫਿਰ ਗੱਲ ਕਲੀਅਰ ਹੋ ਜਾਂਦੀ ਹੈਗੀ ਹੈ, ਗੱਲ ਮਤਲਬ ਸਮਝ ਦੇ ਵਿੱਚ ਆਉਂਦੀ ਜਦੋਂ ਇਹਨਾਂ ਦੀਆਂ ਹਰਕਤਾਂ ਦੇਖਦੇ ਆ, ਕਿੱਦਾਂ ਕਿਉਂ ਅਸੀਂ ਇਹਨਾਂ ਨੂੰ RSS ਦੇ ਨਾਲ ਜੋੜਦੇ ਆ, ਜਾਂ ਜਿਹੜੀਆਂ ਤਾਕਤਾਂ ਸਿੱਖੀ ਦੀ ਜੜ੍ਹਾਂ ਦੇ ਵਿੱਚ ਤੇਲ ਦੇਣਾ ਚਾਹੁੰਦੀਆਂ ਉਹਨਾਂ ਨਾਲ ਕਿਉਂ ਜੋੜਦੇ ਆ, ਇਹਨਾਂ ਦੀ ਬੋਲਬਾਣੀ ਕਰਕੇ, ਇਹਨਾਂ ਵੱਲੋਂ ਦਿੱਤੀਆਂ ਗਈਆਂ ਸਟੇਟਮੈਂਟਾਂ ਕਰਕੇ, ਇਹਨਾਂ ਵੱਲੋਂ ਕੀਤਾ ਜਿਹੜਾ ਗੁਰੂ ਸਾਹਿਬਾਨ ਜਾਂ ਹੋਰ ਜਿਹੜੇ ਸਿੱਖ ਸ਼ਹੀਦ ਹੈ ਜਾਂ ਗੁਰ ਇਤਿਹਾਸ ਹੈ ਜਾਂ ਸਿੱਖ ਇਤਿਹਾਸ ਦਾ ਜਿਹੜੇ ਪੱਧਰ ਤੇ ਨਰਾਦਰ ਕਰਦੇ ਆ, ਉਹਨਾਂ ਗੱਲਾਂ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਇਹ ਭਾਈ ਸਰਕਾਰੀ ਖੇਡ ਦਾ ਹਿੱਸਾ ਨੇ, ਸਰਕਾਰੀ ਬੰਦੇ ਨੇ, ਸਰਕਾਰੀ ਟੱਟੂ ਨੇ। ਮਤਲਬ ਇੱਕ ਸਿੱਖ ਜਿਹੜਾ ਆ ਉਹ ਹਰਕਤਾਂ ਨਹੀਂ ਕਰ ਸਕਦਾ ਵੀ ਜਿਹੜੀਆਂ ਹਰਕਤਾਂ ਇਹ ਬੰਦੇ ਕਰਦੇ ਹੈਗੇ ਆ, ਤਾਂ ਉਹ ਫਿਰ ਹੁਣ ਇਹ ਭਾਈ ਕਿਸੇ ਦਾ ਵੀ ਤੁਸੀਂ ਜਿੱਦਾਂ ਕਹਿੰਦੇ ਆ ਕਿ ਜੋ ਉਹਦੇ ਗੱਲਾਂ ਰਾਹੀਂ ਤੁਸੀਂ ਉਹਦੇ ਕਰੈਕਟਰ ਨੂੰ ਜਾਣ ਪਾਓਗੇ ਨਾ, ਤੁਸੀਂ ਹੁਣ ਵਿੱਚ ਵੜ ਕੇ ਥੋੜ੍ਹਾ ਨਾ ਦੇਖਣਾ ਉਹਦੇ ਪਿੱਛੇ, ਜਾਂ ਤੁਹਾਨੂੰ ਕੋਈ ਇੱਦਾਂ ਦਾ ਐਵੀਡੈਂਸ ਥੋੜ੍ਹਾ ਨਾ ਮਿਲਣਾ ਹੈਗਾ, ਉਹਦੀਆਂ ਗੱਲਾਂ ਰਾਹੀਂ, ਉਹਦੀ ਸਟੇਟਮੈਂਟਾਂ ਰਾਹੀਂ ਤੁਹਾਨੂੰ ਮਿਲਣਾ ਹੈਗਾ, ਤੇ ਉਹ ਦੀਦਾ ਹੈਗਾ ਸਾਨੂੰ ਇਹਨਾਂ ਗੱਲਾਂ ਰਾਹੀਂ। ਜੀ ਬਿਲਕੁਲ ਜੀ। ਤੇ ਚਲੋ ਆਪਾਂ ਹੁਣ ਜੇ ਚੈਪਟਰ ਪੜ੍ਹੀਏ ਤਾਂ ਇਹ ਲਿਖਦੇ ਨੇ ਵੀ ਕੁਲਦੀਪ ਸਿੰਘ ਸਮਰਾ was fidgety as he sat in the back of the spectators gallery of the small Osgood Hall courtroom. He left the courtroom a few times, always returning after a short while. Finally, as Justice John Osler of the Supreme Court of Ontario started delivering his judgment in the middle of the afternoon on March 18, 1982. So March 18, 1982 ਦੀ ਇਹ ਗੱਲ ਜਿਹੜੀ ਆ ਵੀ ਉਹ ਸੁਣਾ ਰਹੇ ਨੇ। Samra settled down to listen, a stony expression on his face. ਯਾਨੀ ਕਿ ਪੱਥਰ ਦੀ ਮੂਰਤ ਬਣਿਆ ਉੱਥੇ ਬੈਠਾ, ਤੇ ਉਹ ਮਾਰਚ 18, 1982 ਦੇ ਵਿੱਚ ਕੁਲਦੀਪ ਸਿੰਘ ਸਮਰਾ ਜਿਹੜਾ ਆ ਵੀ ਉਹ ਜੱਜ ਦੀ ਜਿਹੜੀ ਇਬਾਰਤ ਸੀਗੀ ਵੀ ਉਹਨੂੰ ਸੁਣਨ ਲੱਗਿਆ। ਔਸਗੁੱਡ ਹਾਲ, ਚਲੋ ਇਹ ਉਹਦੇ ਬਾਰੇ ਦੱਸਦੇ ਨੇ ਵੀ ਔਸਗੁੱਡ ਹਾਲ ਜਿਹੜਾ ਆ ਵੀ ਉਹਦੀ ਬੈਕਗਰਾਊਂਡ ਕੀ ਆ। ਅੱਗੇ ਲਿਖਦੇ ਨੇ ਭਈ although the retired constables wore uniforms, they carried no weapons. Clearly no one inside the courthouse was prepared for Samra's reaction to the judgment. ਯਾਨੀ ਕਿ ਉਹ ਕਹਿੰਦੇ ਵੀ ਰਿਟਾਇਰਡ ਜਿਹੜੇ ਕਾਂਸਟੇਬਲ ਸੀਗੇ ਉਹ ਐਜ਼ ਸਿਕਿਉਰਿਟੀ ਉੱਥੇ ਕੋਰਟ ਦੇ ਪ੍ਰੈਮਿਸਿਸ ਦੇ ਵਿੱਚ ਜੀ ਹੁੰਦੇ ਸੀਗੇ, ਪਰ ਉਹਨਾਂ ਕੋਲੇ ਹਥਿਆਰ ਕੋਈ ਨਹੀਂ ਹੁੰਦਾ। ਸੋ ਇਸ ਕਰਕੇ ਵੀ ਕੋਈ ਵੀ ਬੰਦਾ ਜਿਹੜਾ ਆ ਵੀ ਉਹ ਇਸ ਗੱਲ ਲਈ ਤਿਆਰ ਨਹੀਂ ਸੀਗਾ ਵੀ ਜਦੋਂ ਸਮਰੇ ਨੇ ਬੰਦੂਕ ਕੱਢ ਕੇ ਤੇ ਗੋਲੀ ਚਲਾ ਦਿੱਤੀ ਜੀ।
ਸੋ ਲਿਖਦੇ ਨੇ ਵੀ ਸਮਰਾ ਹੈਡ ਕਮ ਬਿਫੋਰ ਦ ਕੋਰਟ ਇਨ ਅ ਬਿਡ ਟੂ ਬਲੌਕ ਦੀ ਅਪਕਮਿੰਗ ਇਲੈਕਸ਼ਨਸ ਫॉर ਦ ਲੀਡਰਸ਼ਿਪ ਆਫ ਦ ਗੁਰਦੁਆਰਾ, a position within the Sikh community that brought prestige, power, and quite often wealth. Politics play a large role in Gurdwara life, sometimes overshadowing the religious aspects. Samra was at the center of a power struggle for control of the Gurdwara. ਠੀਕ ਹੈ ਜੀ। ਸੋ ਉਹ ਜਿਹੜੀ ਲੜਾਈ ਗੁਰਦੁਆਰੇ ਦੇ ਅਰਾਊਂਡ ਚੱਲ ਰਹੀ ਉਹਦਾ ਕੇਸ ਸੀਗਾ, ਉਹਦੇ ਵਿੱਚ ਜਸਟਿਸ ਔਸਲਰ ਜਿਹੜਾ ਆ ਵੀ ਉਹਨੇ ਆਪਣਾ ਜਿਹੜਾ ਫੈਸਲਾ ਆ ਵੀ ਉਹ ਸੁਣਾਉਣਾ ਹੈ। There were few people in Mr. Justice Osler's second floor courtroom that afternoon. Only those with a personal interest in the outcome of the case were present to hear Mr. Justice Osler as he emphatically dismissed Samra's application. There was no reason for the highest court in the province to intervene in the Gurdwara elections, the judge ruled. To Samra, this rejection was not unexpected. As a leading activist in Toronto's Sikh community, he had been disappointed by the Canadian judicial system before. A dispute between conflicting groups in 75 over missing donations at the Gurdwara had turned violent. Samra and his brother Jaspal had been stabbed and left bleeding on the street in front of the Gurdwara. Metro Toronto police had laid charges in the stabbings, but the case had never reached court. The charges were withdrawn, police said, for lack of evidence. ਜੀ। ਸੋ ਇਹ ਜਿਹੜਾ ਆ ਵੀ ਇਹਦੇ ਵਿੱਚ ਵੀ ਥੋੜੀ ਜਿਹੀ ਜਿਹੜੀ ਆ ਵੀ ਉਹ ਗੱਲ ਫਰਦਰ ਕਹਿ ਲਓ ਇਨਵੈਸਟੀਗੇਸ਼ਨ ਮੰਗਦੀ ਆ, ਕਿਉਂਕਿ ਅੱਗੇ ਜਾ ਕੇ ਉਹ ਲਿਖਦੇ ਨੇ ਵੀ ਸਮਰਾ ਜਿਹੜਾ ਆ ਵੀ 1975 ਦੇ ਵਿੱਚ ਖਜ਼ਾਨਚੀ ਚੁਣਿਆ ਗਿਆ ਸੀ ਗੁਰਦੁਆਰੇ ਦਾ। ਤੇ ਇੱਥੇ ਪੰਗਾ ਜਿਹੜਾ ਉਹ ਦੱਸ ਰਹੇ ਨੇ ਵੀ ਜਦੋਂ ਇਹਨਾਂ ਦੇ ਚਾਕੂ ਮਾਰਿਆ ਗਿਆ ਆ ਭਰਾਵਾਂ ਦੇ, ਇਹ ਸਮਰਾ ਆਪਣਾ ਕੁਲਦੀਪ ਸਿੰਘ ਤੇ ਇਹਦੇ ਭਰਾ ਜਸਪਾਲ ਦੇ ਉੱਤੇ ਜੀ, ਜਦੋਂ ਉਹ ਝਗੜਾ ਜਿਹੜਾ ਆ ਵੀ ਉਹ ਗੋਲਕ ਦੇ ਪੈਸੇ ਦਾ ਸੀ। ਸੋ ਜੇ ਉਸ ਵੇਲੇ ਖਜ਼ਾਨਚੀ ਸੀਗਾ, ਦੈਟ ਮੀਨਸ ਵੀ ਇਹਦੇ ਉੱਤੇ ਇਲਜ਼ਾਮ ਲੱਗਿਆ ਵੀ ਗੋਲਕ ਦਾ ਜਿਹੜਾ ਪੈਸਾ ਆ ਵੀ ਉਹਦਾ ਹਿਸਾਬ ਠੀਕ ਨਹੀਂ ਗਾ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਵੀ ਕੰਸੀਡਰ ਕਰਨੇ ਵਾਲਾ ਆ ਵੀ ਇਹ ਕਹਾਣੀ ਜਿਹੜੀ ਆ ਵੀ ਕਿਵੇਂ ਤੁਰੀ ਅੱਗੇ। ਸਹੀ ਗੱਲ ਹੈ। So as Mr. Justice Osler finished reading his judgment, Samra drew a .357 Magnum handgun and began firing wildly, stepping towards the front of the courtroom. यानी कि उत्थे उन्हें अपनी रिवॉल्वर कढ़ के ते भी गोलियां मारनियां शुरू कर दित्तियां जी। Lawyers in other courtrooms within the cavernous building heard the explosions from the powerful weapon. They sounded like firecrackers, one recalled. But the sound was so foreign that they continued with their legal arguments for a few more minutes before panic swept through the halls. यानी कि मतलब भी गोली चलानी ਜਿਹੜੀ ਆ ਜੀ ਕਚਹਿਰੀ ਦੇ ਅੰਦਰ ਉਹ ਇੰਨੀ ਵੱਡੀ ਅਣਹੋਣੀ ਸੀਗੀ ਭਈ ਲੋਕਾਂ ਨੇ ਯਕੀਨ ਹੀ ਨਹੀਂ ਕੀਤਾ ਵੀ ਇਹ ਗੋਲੀ ਚੱਲਦੀ ਹੋ ਸਕਦਾ ਹੈ, ਵੀ ਇਹ ਗੋਲੀ ਚੱਲਦੀ ਹੋਊਗੀ। ਉਹ ਸਮਝੇ ਇਦਾਂ ਹੀ ਵੀ ਜਿੱਦਾਂ ਪਟਾਕੇ ਚੱਲੇ ਆ। ਸੋ ਮਤਲਬ ਵੀ ਇਦਾਂ ਸਾਰਾ ਜਿਹੜਾ ਆ ਵੀ ਉਹ ਕਰਕੇ ਤੇ ਉਹਨੇ ਦੋ ਬੰਦੇ ਜਿਹੜੇ ਆ ਭਈ ਉਹ ਫੱਟੜ ਕਰ ਦਿੱਤੇ ਵੀ ਇੱਕ ਜਿਹੜਾ ਉਹਨਾਂ ਚੋਂ 1 ਘੰਟੇ ਬਾਅਦ ਮਰ ਗਿਆ ਤੇ ਇੱਕ ਸ਼ਾਇਦ 2 ਘੰਟੇ ਬਾਅਦ ਮਰ ਗਿਆ। ਭਈ ਇੱਕ ਤੇ ਸੀਗਾ ਜੀ ਭਈ ਵਕੀਲ, ਉਹ ਕਹਿੰਦੇ ਨੇ ਭਈ the two men struck by bullets, lawyer Oscar Fonseca and Bhupinder Singh Pannu, a Mississauga truck driver and former wrestler with a reputation as a strong man in the Sikh community. So ਉਹ ਦੋ ਬੰਦੇ ਜਿਹੜੇ ਆ ਵੀ ਉਹਨਾਂ ਦੇ ਗੋਲੀਆਂ ਵੱਜੀਆਂ ਤੇ ਉਹ ਕਹਿੰਦੇ ਨੇ ਵੀ ਜਿਹੜਾ ਹੈਗਾ ਆ 51-year-old lawyer Oscar Fonseca died soon after the 3 p.m. shooting. Ji. Pannu awaiting trial in a lower court on charges of assault, Bhupinder Singh Pannu ਜਿਹੜਾ ਹੈ ਜੀ, and possession of a handgun died 2 hours later. So ਜਿਹੜਾ ਭੁਪਿੰਦਰ ਸਿੰਘ ਪੰਨੂ ਰੈਸਲਰ ਸੀਗਾ ਜੀ, ਉਹ 2 ਘੰਟੇ ਬਾਅਦ ਮਰ ਗਿਆ 5 ਵਜੇ ਯਾਨੀ। There was one other victim as the first shot struck Pannu. Amarjeet Tatla, the outgoing president of the Gurdwara, was bending over to retrieve from beneath his seat a temple records book. A bullet grazed his back and lodged in his shoulder as he turned towards the booming sound of the gun.
he was left crippled from the waist down. ਸੋ ਉਹਨੂੰ ਕਹਿ ਲਓ ਵੀ ਇਹ ਵੀ ਲੱਕ ਤੋਂ ਥੱਲੇ ਜਿਹੜਾ ਆ ਵੀ ਉਹ ਲਕਵਾ ਮਾਰ ਗਿਆ ਜੀ। While recovering in hospital, he told friends that he and Pannu were certain as they huddled on the floor that Samra was aiming towards Mr. Justice Osler, who had dived for safety beneath his raised dais when the shooting began. ਯਾਨੀ ਕਿ ਇਹਦਾ ਜਿਹੜਾ ਸਮਰੇ ਦਾ ਟੀਚਾ ਸੀਗਾ ਜੀ ਉਹ ਜੱਜ ਨੂੰ ਮਾਰਨ ਦਾ ਹੀ। ਜੱਜ ਜਿਹੜਾ ਆ ਉਹ ਕਾਹਲੀ ਦੇ ਨਾਲ ਵੀ ਜਿਹੜੇ ਡਾਇਸ ਦੇ ਉੱਤੇ ਬੈਠਾ ਸੀ ਬੈਂਚ ਦੇ ਉੱਤੇ ਵੀ ਉਹਦੇ ਥੱਲੇ ਉਹ ਲੋਕਿਆ ਤੇ ਬੈਂਚ ਨੇ ਉਹਨੂੰ ਕਹਿ ਲਓ ਬਚਾ ਲਿਆ। ਨਹੀਂ ਤਾਂ ਇਮੈਜਿਨ ਕਰਕੇ ਵੇਖੋ ਵੀ ਜੇ ਜੱਜ ਮਾਰ ਦਿੱਤਾ ਹੁੰਦਾ ਤੇ ਉਹ ਜਦੋਂ ਇੰਡੀਅਨ ਏਜੰਸੀਆਂ ਜਿਹੜੀਆਂ ਵੀ ਉਹਨਾਂ ਨੇ ਅਖਬਾਰਾਂ ਦੇ ਵਿੱਚ ਕਢਾਉਣਾ ਸੀ ਤੇ ਹੋਰ ਥਾਵਾਂ ਦੇ ਉੱਤੇ ਜ਼ੋਰ ਲਾਉਣਾ ਸੀ ਤੇ ਫਿਰ ਰੈਪੂਟੇਸ਼ਨ ਕੀ ਬਣਨੀ ਸੀ। ਔਰ ਉਹੀ ਚੀਜ਼ ਜਿਹੜੀ ਆ ਉਹ ਉਰੇ ਅਜੇ ਤੱਕ ਚੱਲ ਰਹੀ ਆ ਭਈ ਜਿਵੇਂ ਆਪਾਂ ਪਹਿਲਾਂ ਵੀ ਕਿਹਾ ਸੀਗਾ ਵੀ ਇੱਕ ਕੋਈ ਇਹੋ ਜਿਹੀ ਜਿਹੜੀ ਚਾਲ ਹੁੰਦੀ ਆ ਸਰਕਾਰੀ ਵੀ ਉਹਨੂੰ ਨੰਗਿਆਂ ਕਰਕੇ ਖਾਣੀ ਖਤਮ ਨਹੀਂ ਹੋ ਜਾਂਦੀ। ਸਰਕਾਰਾਂ ਜਿਹੜੀਆਂ ਏਜੰਸੀਆਂ ਜਿਹੜੀਆਂ ਉਹ ਆਪਣਾ ਕੰਮ ਜਿਹੜਾ ਆ ਉਹ ਪੁਸ਼ਤਾਂ ਤੱਕ ਜਿਹੜਾ ਵੀ ਉਹ ਜਾਰੀ ਰੱਖਦੀਆਂ। ਜਿੱਦਾਂ ਕਿ ਆ ਹੁਣ ਜਦੋਂ ਨੇਕੀ ਦੇ ਉੱਤੇ ਹਮਲਾ ਹੋਇਆ ਆ ਜੀ ਤੇ ਨੇਕੀ ਬਾਰੇ ਜਿਹੜੀ ਸੱਚਾਈ ਸੀਗੀ ਭਈ ਉਹ ਇੱਕ ਬੰਦੇ ਨੇ ਕਹਿ ਲਓ ਵੀ 3-4 ਦਿਨ ਬਾਅਦ ਹੀ ਭਈ ਇਹ ਵੀ ਜਿਹੜੀ ਆ ਵੀ ਉਹ ਪਹਿਲਾਂ ਹਮਲੇ ਤੋਂ ਅਗਲੇ ਦਿਨ ਉਹਨੇ ਟਵੀਟ ਕੀਤੀ ਜਿਹਦੇ ਵਿੱਚ ਉਹਨੇ ਨੇਕੀ ਦੇ ਹੱਕ ਦੇ ਵਿੱਚ ਲਿਖ ਦਿੱਤਾ। ਪਰ ਸਕਾਟ ਹੈਮਿਲਟਨ ਕਰਕੇ ਹੈਗਾ ਜਰਨਲਿਸਟ ਤੇ ਇਤਿਹਾਸਕਾਰ ਆ, ਉਹਨੇ ਜਦੋਂ ਫਿਰ 3-4 ਦਿਨ ਬਾਅਦ ਵੀ ਮਤਲਬ ਆਪਣੀ ਰਿਸਰਚ ਕੀਤੀ ਤੇ ਹੋਰ ਸਾਰਾ ਕੀਤਾ ਉਹਨੇ ਫਿਰ ਦੁਬਾਰਾ ਟਵੀਟ ਕੀਤੀ। ਇਹ ਗੱਲ ਹੈਗੀ ਕਹਿ ਲਓ ਵੀ ਦਸੰਬਰ 28-29 ਦੀ ਜੀ, ਜਿਹਦੇ ਵਿੱਚ ਉਹਨੇ ਇਹ ਕਿਹਾ ਵੀ ਕਹਿੰਦਾ ਵੀ ਮੈਂ ਗਲਤੀ ਦੇ ਨਾਲ ਵੀ ਨੇਕੀ ਨੂੰ ਇਹ ਕਹਿ ਬੈਠਾ ਸੀਗਾ ਵੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਮਾਰਟਰ ਆ ਵੀ ਸੱਚਾਈ ਬੋਲਣੇ ਦੀ। ਕਹਿੰਦਾ ਵੀ ਹੁਣ ਮੈਂ ਉਹ ਸਾਰਾ ਰਿਵਾਈਜ਼ ਕਰਦਾ ਵੀ ਇਹ ਮਾਰਟਰ ਨੀਗਾ ਭਈ ਇਹ ਤਾਂ ਇੱਕ ਕਹਿ ਲਓ ਭਈ ਸ਼ੈਤਾਨ ਜਿਨਸ ਆ ਵੀ ਜਿਹਦਾ ਕੰਮ ਹੀ ਇਹ ਆ ਵੀ ਤੀਲੀ ਲਾ ਕੇ ਤੇ ਡੱਬੂ ਕੰਧ ਦੇ ਉੱਤੇ ਤੇ ਫਿਰ ਤਮਾਸ਼ਾ ਵੇਖਣਾ। ਸੋ ਜਦੋਂ ਉਹਨੇ ਇਹ ਗਰਦਾਨ ਦਿੱਤਾ ਉਹ ਤੋਂ ਬਾਅਦ ਫਿਰ ਤੁਸੀਂ ਇਹ ਨੋਟ ਕਰਿਓ ਭਈ ਕਿਵੇਂ ਜਿਹੜੇ IT ਸੈੱਲ ਵਾਲੇ ਆ ਇੰਡੀਆ ਦੇ ਸਪੋਰਟ ਕੀਤੇ ਹੋਏ ਤੇ ਜਿਹੜੀਆਂ ਇੰਡੀਆ ਵੱਲੋਂ ਇੰਗੇਜ ਕੀਤੀਆਂ PR ਏਜੰਸੀਆਂ ਨੇ ਜੀ, ਜਿਨ੍ਹਾਂ ਦਾ ਕੰਮ ਇਹ ਹੁੰਦਾ ਭਈ ਜੋ ਵੀ ਹੋਇਆ ਆ ਕੁਝ ਉਹਨੂੰ ਜਿਹੜਾ ਉਹਨਾਂ ਨੂੰ ਏਜੰਸੀਆਂ ਨੂੰ ਪੈਸੇ ਦਿੰਦਾ PR ਏਜੰਸੀਆਂ ਜਿਹੜੀਆਂ ਪਬਲਿਕ ਰਿਲੇਸ਼ਨ ਏਜੰਸੀ ਕਹਿੰਦੇ ਨੇ ਜੀ, ਉਹ ਉਹਨਾਂ ਨੂੰ ਉਹ ਜਿਹੜਾ ਪੈਸੇ ਦਿੰਦਾ ਉਹਨੂੰ ਐਜ਼ ਕਲਾਇੰਟ ਵਜੋਂ ਫਿਰ ਉਹਦਾ ਜੋ ਪੱਖ ਹੁੰਦਾ ਆ ਉਹਨੂੰ ਫਿਰ ਉਹ ਸਾਰੇ ਥਾਂ ਦੇ ਉੱਤੇ ਪੇਸ਼ ਕਰਦੇ ਜ਼ੋਰ ਲਾਉਂਦੇ। ਉਹਦੇ ਵਿੱਚ ਹੀ ਫਿਰ ਇਹ ਸਾਰਾ ਜਿਹੜਾ ਹੈਗਾ ਵੀ ਜਿਹੜਾ ਇੰਟਰਵਿਊ ਛਪੀ ਨੇਕੀ ਦੀ ਭਈ ਅਖਬਾਰ ਦੇ ਵਿੱਚ ਤੇ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਇਹ ਜੀ ਇਹ ਭਈ ਇੱਕ ਸਟਰਕਚਰਲ ਇੰਜੀਨੀਅਰਿੰਗ ਕੰਪਨੀ ਦਾ ਮਾਲਕ ਆ। ਸੋ ਮਤਲਬ ਵੀ ਉੱਥੋਂ ਹੀ ਪਤਾ ਲੱਗ ਜਾਂਦਾ ਵੀ ਜਿਹਨੇ ਵੀ ਇਹ ਇੰਟਰਵਿਊ ਜਾਂ ਜੋ ਕੁਝ ਲਿਖਿਆ ਉਹਦੇ ਵਿੱਚ ਕੋਸ਼ਿਸ਼ ਇਹ ਸੀਗੀ ਵੀ ਸੱਚ ਝੂਠ ਜਿਹੜਾ ਉਹ ਸਾਰਾ ਮਿਕਸ ਕਰਕੇ ਤੇ ਇਮੇਜ ਜਿਹੜੀ ਹੈ ਇਹਦੀ ਉਹ ਬਹਾਲ ਕੀਤੀ ਜਾਵੇ ਵੀ ਜਦ ਕਿ ਉਹ ਨਿਊਜ਼ੀਲੈਂਡ ਦੇ ਅੰਦਰ ਤੇ ਸੰਭਵ ਹੈ ਨਹੀਂਗਾ ਕਿਉਂਕਿ ਨਿਊਜ਼ੀਲੈਂਡ ਦੇ ਅੰਦਰ ਤਕਰੀਬਨ ਸਾਰੇ ਹੀ ਜਾਣਦੇ ਆ, ਖਾਸ ਤੌਰ ਦੇ ਉੱਤੇ ਵੀ ਜਿਹੜੀ ਕਮਿਊਨਿਟੀ ਹੈ ਸਿੱਖ ਕਮਿਊਨਿਟੀ ਉਰੇ ਉਹ ਸਾਰੇ ਇਹਦੀ ਰਗ ਰਗ ਤੋਂ ਵਾਕਿਫ ਨੇ। ਸੋ ਇਸ ਕਰਕੇ ਵੀ ਉਹਨਾਂ ਤੇ ਚੱਲਣਾ ਨਹੀਂ, ਪਰ ਜਿਹੜੇ ਗੋਰੇ ਨੇ ਉਹਨਾਂ ਦੇ ਉੱਤੇ ਜ਼ਰੂਰ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਆਪਣਾ ਰੰਗ ਚਾੜਨੇ ਦੀ। ਬਿਲਕੁਲ ਮਤਲਬ ਮੈਨੂੰ ਲੱਗਦਾ ਹੈ ਕਿ ਭਾਈ ਰਿਪੋਰਟਰ ਤੋਂ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਅਣਗਹਿਲੀ ਰਹਿ ਗਈ ਹੈ। ਉਹਨੂੰ ਰਿਸਰਚ ਕਰਕੇ ਜੋ ਇਹਨੇ ਬਿਆਨ ਦਿੱਤੇ ਉਹ ਰਿਸਰਚ ਕਰਕੇ ਉਹਨੂੰ ਛਾਪਣੇ ਚਾਹੀਦੇ ਸੀਗੇ। ਉਹਨੇ ਜੋ ਬਿਆਨ ਦਿੱਤੇ ਉਹਨੇ ਐਜ਼ ਇਟ ਇਜ਼ ਛਾਪਤੇ ਤਾਂ ਕਿਤੇ ਨਾ ਕਿਤੇ ਜਿੱਦਾਂ ਇਹ ਕਹਿ ਰਹੇ ਨਾ ਕਿ ਹੁਣ ਕੋਰਟ ਦੇ ਵਿੱਚ ਗੋਲੀਆਂ ਚੱਲੀਆਂ ਆ ਤੇ ਕਿਸੇ ਨੂੰ ਐਕਸਪੈਕਟ ਹੀ ਨਹੀਂ ਸੀਗਾ ਕਿ ਇਦਾਂ ਹੋ ਸਕਦਾ ਆ ਤੇ ਮਾਈਟ ਵੀ ਉਹ ਜਿਹੜਾ ਰਿਪੋਰਟਰ ਉਹ ਸੋਚਦਾ ਹੋਵੇ ਕਿ ਸੱਚ ਬੋਲ ਰਿਹਾ ਆ। ਹੁਣ ਉਹਨੂੰ ਕੀ ਪਤਾ, ਉਹ ਵੀ ਸੰਭਾਵਨਾ ਹੈਗੀ ਆ। ਪਰ ਦੂਜੀ ਸੰਭਾਵਨਾ ਇਹ ਵੀ ਆ ਭਈ ਜਦੋਂ PR ਏਜੰਸੀ ਜਿਹੜੀ ਹੈ ਨਾ ਜੀ ਉਹਦੀ ਡਿਊਟੀ ਇਹ ਨਹੀਂ ਹੁੰਦੀ ਵੀ ਉਹਨੇ ਕ੍ਰਾਸ ਚੈੱਕ ਕਰਨਾ ਜੋ ਕਲਾਇੰਟ ਕਹਿ ਰਿਹਾ ਜੀ, ਉਹਦੀ ਡਿਊਟੀ ਇਹ ਹੁੰਦੀ ਆ ਵੀ ਜੋ ਕਲਾਇੰਟ ਕਹਿ ਰਿਹਾ ਆ ਉਹਨੂੰ ਸੱਚ ਬਣਾ ਕੇ ਪੇਸ਼ ਕਰਨਾ। ਸੋ ਇਸ ਕਰਕੇ ਵੀ ਉਹ ਸਾਰਾ ਕੁਝ ਜੋ ਉਹਨੇ ਕੀਤਾ ਨਾ ਉੱਥੋਂ ਇਹ ਪਤਾ ਲੱਗਦਾ ਵੀ ਉਹ ਬੰਦਾ ਜਿਹਨੇ ਲਿਖਿਆ ਆ ਉਹ ਆਰਟੀਕਲ ਉਹ ਐਜ਼ ਜਰਨਲਿਸਟ ਨਹੀਂ ਲਿਖ ਰਿਹਾ, ਉਹ ਐਜ਼ ਕਹਿ ਲਓ ਵੀ PR ਏਜੰਸੀ ਦਾ ਜਿਹੜਾ ਕਾਰਕੁਨ ਆ ਵੀ ਉਹਦੇ ਵਜੋਂ ਉਹਨੇ ਉਹ ਸਾਰਾ ਜਿਹੜਾ ਉਹ ਲਿਖਿਆ ਆ। ਸੋ ਇਸ ਕਰਕੇ ਵੀ ਉਹ ਸਾਰਾ ਕੁਝ ਜਿਹੜਾ ਆ ਵੀ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਇਹ ਵੇਖਦੇ ਹਾਂ ਭਈ ਜਦੋਂ ਇੰਟਰਵਿਊ ਲਈ ਜਾਂਦੀ ਆ ਉਹਦੇ ਵਿੱਚ ਬੰਦੇ ਦੀ ਫੋਟੋ ਨਾਲ ਛਾਪੀ ਜਾਵੇ ਬਿਲਕੁਲ ਤੇ ਉਹ ਕਦੀ ਵੀ ਨਹੀਂ ਹੋ ਸਕਦਾ ਬਿਲਕੁਲ, ਖਾਸ ਤੌਰ ਦੇ ਉੱਤੇ ਉਦੋਂ ਭਈ ਜਦੋਂ ਇੱਕ ਬੰਦਾ ਜਿਹੜਾ ਆ ਭਈ ਉਹ ਐਗਰੀ ਕੀਤਾ ਆ ਭਈ ਹਾਂ ਠੀਕ ਆ ਮੈਂ ਇੰਟਰਵਿਊ ਦੇਣ ਲਈ ਤਿਆਰ ਆ ਤੇ ਜਿਹੜਾ ਜਰਨਲਿਸਟ ਆ ਰਿਹਾ ਆ ਉਹ ਕਵੇ ਵੀ ਅੱਛਾ ਠੀਕ ਆ ਵੀ ਜੇ ਤੇਰੀ ਆਬਜੈਕਸ਼ਨ ਹੈਗੀ ਆ ਫੋਟੋ ਨਾ ਛਾਪਣੇ ਦੀ ਤੇ ਅਸੀਂ ਨਹੀਂ ਛਾਪਦੇ ਫਿਰ ਭਈ ਜੇ ਜਦ ਕਿ ਉਹਦਾ ਕੰਮ ਇਹ ਆ ਜਰਨਲਿਸਟ ਦਾ ਵੀ ਜਦੋਂ ਉਹ ਇੰਟਰਵਿਊ ਲੈਣ ਗਿਆ ਆ ਜੀ
ਉਹਦੀਆਂ ਸ਼ਰਤਾਂ ਆ, ਫਿਰ ਉਹ ਕਿਹੜੀਆਂ ਸ਼ਰਤਾਂ ਦੇ ਇੰਟਰਵਿਊ ਲੈਣ ਗਿਆ। ਬਿਲਕੁਲ। ਸੋ ਉਹਨੇ ਫੋਟੋਆਂ ਛਾਪੀਆਂ, ਬਿਲਕੁਲ, ਕਈ ਟਾਂਕੇ ਲੱਗਿਆਂ ਦੀਆਂ, ਉਹ ਵੀ। ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਵੀ ਜਿਹੜੇ ਹਿਸਾਬ ਦੇ ਨਾਲ ਉਹ ਇੰਟਰਵਿਊ ਛਾਪੀ ਗਈ ਜੀ, ਤੇ ਉਹਦੇ ਵਿੱਚ ਜੋ ਪੇਸ਼ ਕੀਤਾ ਗਿਆ ਜੀ, ਉਹ ਸਾਰਾ ਇਸੇ ਵੱਲ ਨੂੰ ਪੁਆਇੰਟ ਆਊਟ ਕਰਦਾ ਵੀ PR ਏਜੰਸੀ ਜਿਹੜੀ ਆ ਵੀ ਉਹਦਾ ਕੰਮ ਇਹ ਹੋਇਆ ਆ, ਵੀ ਇਹ ਕਿਸੇ ਜਰਨਲਿਸਟ ਦਾ ਕੰਮ ਨਹੀਂਗਾ ਜੀ। ਬਿਲਕੁਲ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਇੱਦਾਂ ਹੀ ਪੁਆਇੰਟ ਆਊਟ ਕਰਦੀਆਂ ਵੀ ਇਹ ਏਜੰਸੀਆਂ ਜਿਹੜੀਆਂ ਆ ਵੀ ਜਿਹੜਾ ਉਹਨਾਂ ਦਾ ਪਿਆਦਾ ਵੀ ਉਹਨਾਂ ਨੇ ਕਾਇਮ ਕੀਤਾ ਆ, ਉਹਨੂੰ ਹੁਣ ਗਾਹ ਫਰਦਰ ਕਿੰਨੀ ਦੇਰ ਤੱਕ ਵਰਤਣਾ ਆ, ਤੇ ਕਦੋਂ ਉਹਨੂੰ ਜਿਹੜਾ ਆ ਵੀ ਇਹ ਵੀ ਸੈਕਰੀਫਾਈਸ ਕਰਕੇ ਵੀ ਇੱਕ ਤਰ੍ਹਾਂ ਕਹਿ ਲਓ ਵੀ ਜਿਹੜੀ ਇਹ ਸ਼ਤਰੰਜ ਦੀ ਖੇਡ ਜਿਹੜੀ ਹੈ ਨਾ ਜੀ, ਵੀ ਜਿਹਦੇ ਵਿੱਚ ਵੀ ਅਗਲੇ ਆਪਣਾ ਮੋਹਰਾ ਕਹਿ ਲਓ ਵੀ ਜਿਹੜਾ ਪੀਸ ਆ ਜਾਂ ਪੌਨ ਆ, ਬਿਲਕੁਲ, ਉਹਨਾਂ ਦੋਵਾਂ ਨੂੰ ਕਿਵੇਂ ਕਿਹੜੇ ਪੁਆਇੰਟ ਤੇ ਸੈਕਰੀਫਾਈਸ ਕਰਕੇ ਤੇ ਜਿਹੜੀ ਗੇਮ ਆ ਉਹਨੂੰ ਉਹਨਾਂ ਨੇ ਗਾਹ ਜਿਹੜਾ ਵੀ ਉਹ ਟੀਚੇ ਤੱਕ ਪਹੁੰਚਾਉਣਾ ਆਉਂਦਾ। ਬਿਲਕੁਲ, ਬਿਲਕੁਲ। ਸੋ ਉਹ ਚੀਜ਼ ਵੱਲ ਨੂੰ ਧਿਆਨ ਜਦੋਂ ਤੁਸੀਂ ਦਿੰਦੇ ਆ ਨਾ ਤੇ ਫੇਰ ਪਤਾ ਲੱਗਦਾ ਆ ਭਈ ਇਹ ਜਿਹੜੇ ਪਿਆਦੇ ਨੇ ਅਗਲਿਆਂ ਨੇ ਤਿਆਰ ਕੀਤੇ ਹੋਏ ਵੀ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਵਰਤਿਆ ਜਾ ਰਿਹਾ ਤੇ ਕਿਸ ਹਿਸਾਬ ਦੇ ਨਾਲ ਬਚਾਇਆ ਜਾ ਰਿਹਾ ਤੇ ਕਿਸ ਹਿਸਾਬ ਦੇ ਨਾਲ ਸੈਕਰੀਫਾਈਸ ਕੀਤਾ ਜਾ ਰਿਹਾ। ਨਹੀਂ, ਗੱਲ ਉਹੀ ਹੈ ਨਾ ਭਾਈ, ਜਿਹੜੀ ਤੁਸੀਂ ਜਿਹੜੀ ਗੱਲ ਵੀ ਕਰਦੇ ਆ ਕਿ ਜਿਹੜੀ PR ਵਾਲੀ, ਜਿੱਦਾਂ ਉਹ ਮਾਰਕੀਟਿੰਗ ਕਰਦੇ ਆ ਕਿ ਵੱਡੇ ਪੱਧਰ ਤੇ ਹੁਣ ਇਹਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਵੇ ਕਿ ਅਗਲੇ ਨੇ ਭਾਈ ਦੇਖੋ ਸੱਚ ਬੋਲਦੇ ਬੋਲਦੇ ਆਪਣੇ ਉੱਤੇ ਸਰੀਰ ਦੇ ਉੱਤੇ ਕਿੰਨਾ ਹੈ ਨਾ, ਸਰੀਰ ਦੇ ਉੱਤੇ ਕਿੰਨਾ ਜ਼ੁਲਮ ਝੇਲਿਆ ਹੈਗਾ ਆ। ਕਹਿਣ ਦਾ ਭਾਵ ਹੈ ਕਿ ਹੁਣ ਉਦੋਂ ਇਹਨਾਂ ਨੂੰ ਸਾਰਾ ਇਤਿਹਾਸ ਚੇਤੇ ਆ ਗਿਆ। ਹੁਣ ਉਹ ਚਾਹੇ ਛੋਟੇ ਸਾਹਿਬਜ਼ਾਦੇ ਦੀ ਗੱਲ ਆ, ਚਾਹੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਆ, ਚਾਹੇ ਹੋਰ ਜਿਹੜਾ ਸਿੱਖ ਇਤਿਹਾਸ ਲਿਖਿਆ ਗਿਆ ਆ, ਉਹ ਸਾਰਾ ਇਤਿਹਾਸ ਇਹਨਾਂ ਨੂੰ ਚੇਤੇ ਆ ਗਿਆ, ਸਾਰੀਆਂ ਉਦਾਹਰਨਾਂ ਚੇਤੇ ਆ ਗਈਆਂ। ਯਾਨੀ ਕਿ ਇਸ ਤੋਂ ਵੱਡੀ ਬੇਈਮਾਨੀ ਕੀ ਹੋ ਸਕਦੀ ਹੈ? ਜਿਹੜੇ ਇਤਿਹਾਸ ਨੂੰ ਤੁਸੀਂ ਨਕਾਰ ਚੁੱਕੀ ਆ, ਜਿਹੜੇ ਇਤਿਹਾਸ ਨੂੰ ਤੁਸੀਂ ਕਹਿੰਦੇ ਕਿ ਇੱਦਾਂ ਕਾਟਾ ਮਾਰ ਦੇਣਾ ਚਾਹੀਦਾ ਆ, ਜਦੋਂ ਆਪਣੇ ਤੇ ਬੀਤੀ ਤੇ ਫਟਾਫਟ ਉਹ ਇਤਿਹਾਸ ਦੀ ਆੜ ਦੇ ਵਿੱਚ ਹੀਰੋ ਬਣਾ ਕੇ ਪੇਸ਼ ਕਰ ਰਹੇ ਆ। ਯਾਨੀ ਕਿ ਜੀ, ਤੇ ਅੱਗੇ ਉਹ ਲਿਖਦੇ ਨੇ ਸਮਰੇ ਬਾਰੇ, ਕੁਲਦੀਪ ਸਿੰਘ ਸਮਰੇ ਬਾਰੇ, ਵੀ ਜਦੋਂ ਉਹਨੇ ਗੋਲੀਆਂ ਚਲਾਈਆਂ ਨਾ ਜੀ, ਤੇ ਉਹ ਤੋਂ ਬਾਅਦ he stepped from a side door that faces the two distinctly curved buildings that make up Toronto City Hall. A car was waiting for him in a private laneway that separates the courthouse and Nathan Phillips Square in front of the City Hall. जी. Samra stepped into the passenger seat and the car bolted onto Queen Street and away from the shock and panic that had descended on the courthouse. यानी कि ਉਹਦੀ ਪਹਿਲਾਂ ਸਾਰੀ ਤਿਆਰੀ ਸੀਗੀ ਔਰ ਉਹਦੀ ਗੈਟਵੇ ਕਾਰ ਵੀ ਹੈਗੀ ਸੀਗੀ, ਸਾਰਾ ਕੁਝ ਸੀਗਾ। ਸੋ ਜਦੋਂ ਉਹਨੇ ਗੋਲੀਆਂ ਚਲਾਈਆਂ ਉਹ ਸਾਈਡ ਵਾਲੇ ਦਰਵਾਜ਼ੇ ਥਾਣੀ ਬਾਹਰ ਗਿਆ, ਉੱਥੇ ਗੱਡੀ ਵੇਟ ਕਰਦੀ ਸੀ ਤੇ ਉਹ ਗੱਡੀ 'ਚ ਬਹਿ ਕੇ ਤੇ ਰਫੂ ਗਿਆ। ਔਰ ਵੱਡੀ ਗੱਲ ਇਹ ਆ ਵੀ ਜਦੋਂ ਇਹ ਕਿਤਾਬ ਛਪੀ ਆ 1989 ਦੇ ਵਿੱਚ, ਇਹ ਜਿਹੜੀ ਗੱਲ ਆ 1982 ਦੀ ਆ, 7 ਸਾਲ ਬਾਅਦ ਤੱਕ ਬੰਦਾ ਅਰੈਸਟ ਨਹੀਂ ਹੋਇਆ। ਇਹ ਕੁਲਦੀਪ ਸਿੰਘ ਸਮਰਾ 7 ਸਾਲ ਤੱਕ ਅਰੈਸਟ ਨਹੀਂ ਹੋਇਆ। ਮੈਨੂੰ ਟਾਈਮ ਨਹੀਂ ਲੱਗਿਆ ਪਤਾ ਕਰਨੇ ਦਾ ਵੀ ਅਜੇ ਤੱਕ ਵੀ ਗੁੰਮਸ਼ੁਦਾ ਹੀ ਆ ਕਿ ਫੜਿਆ ਗਿਆ ਬਾਅਦ ਚ। ਪਰ ਉੱਥੋਂ ਇਹ ਪਤਾ ਲੱਗਦਾ ਆ ਵੀ ਜਿਨ੍ਹਾਂ ਨੇ ਪਲੈਨਿੰਗ ਕੀਤੀ ਸੀ, ਕਿਉਂਕਿ ਇਹਦਾ ਕਨੈਕਸ਼ਨ ਸਾਰਾ ਜਿਹੜਾ ਦਵਿੰਦਰ ਸਿੰਘ ਆਹਲੂਵਾਲੀਆ ਜਿਹੜਾ ਇੰਡੀਅਨ ਹਾਈ ਕਮਿਸ਼ਨ ਦਾ ਕਾਰਕੁਨ ਸੀਗਾ, ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹਦੇ ਵਿੱਚੋਂ ਇਹ ਕਲੀਅਰਲੀ ਨਿਕਲ ਆਉਂਦਾ ਵੀ ਜਦੋਂ ਸਰਕਾਰੀ ਏਜੰਸੀਆਂ ਕਿਸੇ ਦੇ ਉੱਤੇ ਹਮਲਾ ਕਰਾਉਂਦੀਆਂ ਜਾਂ ਹੋਰ ਕਰਦੀਆਂ ਤੇ ਉਹ ਫਿਰ ਉਹਨੂੰ ਬਚਾਉਂਦੀਆਂ ਆ ਵੀ ਤਾਂ ਕਿ ਵੀ ਕਨੈਕਸ਼ਨ ਜਿਹੜਾ ਉਹਨਾਂ ਤੱਕ ਨਾ ਪਹੁੰਚੇ। ਇਹ ਗੱਲ ਹੈਗੀ ਆ 82 ਦੀ। ਤੇ ਉਹ ਤੋਂ ਬਾਅਦ ਅੱਜ ਹਾਲਤ ਇਹ ਆ ਵੀ ਅਗਲੇ ਕਮਿਊਨਿਟੀ ਦੇ ਵਿੱਚੋਂ ਹੀ ਬੰਦੇ ਜਿਹੜੇ ਆ ਉਹ ਪਿਕ ਕਰਕੇ ਉਹਨਾਂ ਨੂੰ ਮੂਰਖ ਬਣਾ ਕੇ ਉਹਨਾਂ ਤੋਂ ਕੰਮ ਜਿਹੜਾ ਆ ਵੀ ਉਹ ਕਰਵਾ ਲੈਂਦੇ, ਯਾਨੀ ਕਿ ਵੀ ਕਨੈਕਸ਼ਨ ਹੀ ਨਾ ਬਣੇਗਾ ਤੱਕ। ਤੇ ਔਰ ਇਹ ਬੜਾ ਸੌਖਾ ਹੋ ਗਿਆ ਆ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ, ਜਿੱਥੇ ਕਿ ਇੱਕ ਜਾਲੀ ID ਜਿਹੜੀ ਆ ਫੇਸਬੁੱਕ ਦੇ ਉੱਤੇ ਜਾਂ WhatsApp ਦੇ ਉੱਤੇ ਜਾਂ ਕਿਤੇ ਹੋਰ, ਉਹ ਤੁਹਾਨੂੰ ਐਸਾ ਭੰਬਲ ਭੂਸੇ ਦੇ ਵਿੱਚ ਪਾਉਂਦੀ ਆ ਘੁੰਮਣ ਘੇਰੀਆਂ ਦੇ ਵਿੱਚ ਕਿੱਧਰੋਂ ਆਪਣੇ ਆਪ ਨੂੰ ਜੋ ਮਰਜ਼ੀ ਸਾਬਤ ਕਰਕੇ ਭਈ ਜਿਹਦੇ ਰਾਹੀਂ ਉਹ ਤੁਹਾਨੂੰ ਪੁੱਠੇ ਰਾਹ ਪਾ ਕੇ ਤੁਹਾਡੇ ਤੋਂ ਕੋਈ ਵੀ ਕਹਿ ਲਓ ਵੀ ਗਲਤ ਕੰਮ ਕਰਵਾ ਕੇ ਤੇ ਉਹ ਤੋਂ ਬਾਅਦ ਵੀ ਤੁਸੀਂ ਲੱਭਦੇ ਫਿਰੋ ਵੀ ਇਹ ਵੀ ਕੌਣ ਸੀਗਾ ਕਿੱਦਾਂ ਸੀਗਾ, ਤੁਹਾਨੂੰ ਕੱਖ ਨਹੀਂ ਲੱਭਣਾ। ਔਰ ਖ਼ਾਸ ਤੌਰ ਤੇ ਉਦੋਂ ਭਈ ਜਦੋਂ ਫੇਸਬੁੱਕ ਕਰਕੇ WhatsApp ਕਰਕੇ ਜਿਹੜੇ ਪਲੇਟਫਾਰਮ ਨੇ ਉਹੀ ਸਰਕਾਰ ਦੇ ਅਧੀਨ, ਜੇ ਉਹ ਚਾਹਣ ਤੇ ਸਾਰੀ ਦੀ ਸਾਰੀ ਚੈਟ ਜਿਹੜੀ ਹਟਾ ਦੇਣ ਤੇ ਤੁਸੀਂ ਬਾਅਦ ਚੋਂ ਲੱਭਦੇ ਫਿਰ ਉਹ ਵੀ ਨਹੀਂ ਜੀ ਨਹੀਂ ਮੇਰੇ ਨਾਲ ਐ ਗੱਲ ਹੋਈ ਹੈ ਜੀ ਚੈਟ ਲੱਭੀ ਚਲੋ ਤੁਹਾਨੂੰ ਚੈਟ ਨਹੀਂ ਲੱਭਣੀ, ਈਮੇਲਾਂ ਲੱਭੀ ਚਲੋ ਤੁਹਾਨੂੰ ਈਮੇਲਾਂ ਨਹੀਂ ਲੱਭਣੀਆਂ, ਕਿਉਂਕਿ ਤੁਹਾਡੀ ਈਮੇਲ ਉਹਨਾਂ ਨੂੰ ਕੰਪਰੋਮਾਈਜ਼ ਕਰਨ ਲੱਗਿਆ 2 ਮਿੰਟ ਲੱਗਦੇ ਜੀ। ਆਫਟਰ ਦਾ ਸ਼ੂਟਿੰਗ, ਅੱਛਾ ਨਹੀਂ ਇਹ ਤੋਂ ਪਹਿਲਾਂ ਉਹ ਕਹਿੰਦੇ ਜੀ ਵੀ ਇਹ ਵੀ ਪੁਲਿਸ ਬਲੀਵ ਦੈਟ ਦਾ .357 ਮੈਗਨਮ ਜਿਹੜੀ ਬੰਦੂਕ ਸੀਗੀ ਜੀ ਰਿਵਾਲਵਰ ਵਾਜ਼ obtained on the morning of the shooting from a metro Sikh known in the community as Billa. He had entered Canada, Billa ਜਿਹੜਾ ਆ ਵੀ ਉਹ he had entered Canada during the influx of 2000 Sikh refugees
refugee claimants the previous year and was one of a number of tough young men who backed Samra. ਯਾਨੀ ਕਿ ਵੀ ਉਹ ਸਾਰੇ ਜਿਹੜੇ ਆ ਵੀ ਇਹ ਵੀ ਜ਼ਰੂਰੀ ਨਹੀਂ ਵੀ ਉਹ ਜਿਹੜੇ ਆਏ ਸੀਗੇ ਜਾਂ ਸਮਰੇ ਦੇ ਜਿਹੜੇ ਬੈਕ ਦੇ ਉੱਤੇ ਸੀਗੇ ਵੀ ਉਹ ਸਾਰੇ ਹੀ ਸਰਕਾਰੀ ਏਜੰਟ ਸੀ ਜੀ ਬਿਲਕੁਲ ਕਿਉਂਕਿ ਨਾਰਮਲੀ ਇਹ ਹੋ ਜਾਂਦਾ ਹੁੰਦਾ ਵੀ ਜਦੋਂ ਤੁਸੀਂ ਨਵੇਂ ਮੁਲਕ ਗਏ ਆ ਜੀ ਉੱਥੇ ਜਿਹੜਾ ਕੋਈ ਸਿਰ ਕੱਢ ਦਿਖਦਾ ਹੋਵੇ ਜਾਂ ਜਿਹਨੂੰ ਕਹਿ ਦੇਣ ਵੀ ਇਹ ਲੀਡਰ ਆ ਇਹਨਾਂ ਗੱਲ ਕਰ ਲਾ ਤੇ ਅਗਲਾ ਉਹਨੂੰ ਸਮਝ ਲੈਂਦਾ ਵੀ ਹਾਂ ਠੀਕ ਆ ਵੀ ਬੰਦਾ ਵਧੀਆ ਉਹਦੇ ਮਗਰ ਲੱਗ ਜਾਂਦੇ ਆ ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਤੁਹਾਨੂੰ ਵੀ ਦੱਸ ਦਿੰਦਾ ਵੀ ਜਿਹੜੀ ਮਾਨਸਿਕਤਾ ਆ ਉਹਨੂੰ ਕਿਵੇਂ ਕੰਟਰੋਲ ਕਰਦੀ ਆ ਸਰਕਾਰ ਤੇ ਕਿਵੇਂ ਆਪਣੇ ਹੱਕ ਦੇ ਵਿੱਚ ਵਰਤਦੀ ਆ ਬਿਲਕੁਲ ਸੋ ਉਹ ਫਿਰ ਅੱਗੇ ਲਿਖਦੇ ਨੇ ਜੀ ਵੀ ਪੁਲਿਸ ਡੂ ਨਾਟ ਬਲੀਵ ਦੇ ਹੈਵ ਸਫੀਸ਼ੀਐਂਟ ਐਵੀਡੈਂਸ ਟੂ ਚਾਰਜ ਬਿੱਲਾ ਅਲੋਨ ਬਟ ਵਿਲ ਡੂ ਸੋ ਵਨਸ ਸਮਰਾ ਇਜ਼ ਕੈਪਚਰਡ ਇਫ ਹੀ ਐਵਰ ਇਜ਼ ਯਾਨੀ ਕਿ 1999 ਤੱਕ ਭਈ ਸਮਰਾ ਕਦੀ ਅਰੈਸਟ ਨਹੀਂ ਹੋਇਆ ਇਸ ਕਰਕੇ ਉਹਨਾਂ ਨੇ ਬਿੱਲੇ ਨੂੰ ਵੀ ਕਦੀ ਚਾਰਜ ਨਹੀਂ ਕੀਤਾ ਕਿਉਂਕਿ ਬਿੱਲੇ ਦੇ ਖਿਲਾਫ ਜੇ ਕੋਈ ਐਵੀਡੈਂਸ ਦੇ ਸਕਦਾ ਸੀ ਤੇ ਉਹ ਸਮਰਾ ਹੀ ਸੀਗਾ So after the shooting, Billa delivered Samra to an apartment on Willow Bridge. So ਅੱਗੇ ਫਿਰ ਉਹ ਸਾਰੀ ਜਿਹੜੀ ਆ ਵੀ ਉਹ ਇਹ ਲਿਖਦੇ ਨੇ ਵੀ ਕਿਵੇਂ ਸਮਰਾ ਜਿਹੜਾ ਆ ਵੀ ਉਹ ਚਕੰਨੀ ਦੇ ਕੇ ਪੁਲਿਸ ਨੂੰ ਤੇ ਦੌੜ ਗਿਆ On day 3 of the massive manhunt, Samra drove to Montreal. From there he flew to Vancouver on a regular flight but under an assumed name. ਜਾਲੀ ਨਾਂ ਥੱਲੇ ਵੀ ਉਹ ਵੈਨਕੂਵਰ ਜਿਹੜਾ ਆ ਵੀ ਮੌਂਟਰੀਅਲ ਤੋਂ ਵੈਨਕੂਵਰ ਚਲ ਗਿਆ ਇਨ ਵੈਨਕੂਵਰ ਹੀ ਮੇਡ ਅ ਟੈਲੀਫੋਨ ਕਾਲ ਟੂ ਹਿਜ਼ ਵਾਈਫ ਜਿਹੜੀ ਉਸ ਵੇਲੇ ਵਾਜ਼ ਅ ਸੈਕਟਰੀ ਇਨ ਓਨਟਾਰੀਓਜ਼ ਅਟਾਰਨੀ ਜਨਰਲਜ਼ ਮਿਨਿਸਟਰੀ ਯਾਨੀ ਕਿ ਦੇਖ ਲਓ ਵੀ ਇਹ ਕੰਮ ਜਿਹੜੇ ਆ ਵੀ ਉਹ ਕਿੱਦਾਂ ਹੁੰਦੇ ਆ The call was traced to a Vancouver phone booth when police surveillance determined that Mrs. Samra was preparing to fly to Vancouver. Sergeant Jamal Khan was assigned to tail her, यानी कि ਉਹਦੇ ਪਿੱਛਾ ਕਰਨੇ ਲਈ ਵੀ ਜਮਾਲ ਖਾਨ ਸੀਗਾ ਕੋਈ ਉਹਨੂੰ ਅਖੇ ਉਹਦੇ ਮਗਰ ਲਾਤਾ ਪਰ ਉਹ ਜਿਹੜਾ ਸੀ ਵੀ ਸਿੱਧਰਾ ਜਿਹਾ ਪੁਲਿਸ ਅਫਸਰ ਸੀਗਾ ਸੋ ਉਹਨੂੰ ਤੇ ਉਹਨੇ ਝਾਟੀ ਅਖੇ ਵੀ ਗੇੜੀ ਦੇ ਦਿੱਤੀ ਉਹ ਉੱਤੇ 에ਅਰਪੋਰਟ ਦੇ ਉੱਤੇ ਅੜੀਕਦਾ ਰਹਿ ਗਿਆ ਤੇ ਬਾਅਦ ਚ 3 ਦਿਨ ਅਖੇ ਵੀ ਖੱਜਲ ਖੁਆਰ ਹੋ ਕੇ ਤੇ ਵਾਪਸ ਆ ਗਿਆ ਜੀ All traces of Samra had vanished, but there was still a slim chance he might be apprehended at the border. यानी कि कनेडा अमरीका ਦਾ ਜਿਹੜਾ border ਹੈ ਉੱਥੇ ਫੜੇ ਜਾਣ ਦਾ ਚਾਂਸ ਸੀਗਾ so the police were quite sure he would cross into US on the west coast and head for California. American border checkpoints were alerted, but one of the customs officers told a metro detective that trying to sift through a carload of Sikhs was like trying to pinpoint one of 101 Dalmatians by its spots. ਯਾਨੀ ਕਿ ਗਲਤ ਜੀ ਦਾ ਦਿੰਦਾ ਆ ਵੀ ਜਿੱਦਾਂ ਨਾ ਵੀ ਚਲੋ ਇਹਨੂੰ ਆਪਾਂ ਇੱਥੇ ਹੀ ਛੱਡ ਦਿੰਦੇ ਆ ਜੀ ਵੀ as it turned out Samra did make his way into the United States but police do not know how. ਸੋ ਅੱਗੇ ਫਿਰ ਉਹ ਥੋੜ੍ਹੀਆਂ ਜਿਹੀਆਂ ਕਹਿ ਲਓ ਵੀ ਜਿਹੜੀ ਸਪੈਕੂਲੇਸ਼ਨ ਆ ਵੀ ਉਹ ਅੰਦਾਜ਼ਾ ਜਿਹਾ ਜਿਹੜਾ ਵੀ ਉਹ ਲਾਉਂਦੇ ਨੇ ਵੀ ਜਿਹੜੀਆਂ ਸਿੱਖ ਕਮਿਊਨਿਟੀ ਦੇ ਅੰਦਰ ਗੱਲਬਾਤ ਸੀਗੀ ਜਾਂ ਰਿਊਮਰ ਸੀ ਅਫਵਾਹਾਂ ਸੀਗੀਆਂ ਜੀ ਵੀ ਉਹ ਕੀ ਸੀਗੀਆਂ ਵੀ ਸਮਰਾ ਕਿੱਦਾਂ ਉੱਥੋਂ ਨਿਕਲ ਗਿਆ ਸਮਰਾ head out in Yuba City in California which has the largest concentration of Sikhs anywhere in North America. Yuba City is a large and sprawling farm area, part of California's fruit belt. Much of the land is owned by wealthy Sikhs whose parents or grandparents settled in British Columbia and California at the turn of the century. Elected officials are sensitive to this large concentration of a single but influential minority. The county declares Sikh Yuba City ਦੀ ਗੱਲ ਕਰਦੇ ਪਏ ਨੇ ਵੀ declares Sikh holy days such as the birth of Guru Nanak, founder of the religion in 1469 as holidays. If he's here ਯਾਨੀ ਕਿ ਵੀ ਉਹ ਸ਼ੈਰਿਫ ਦੀ ਸਟੇਟਮੈਂਟ ਦੇਣਦੇ ਨੇ ਜੀ local sheriff said 1 month after the shootings about Samra, if he's here and we have reason to believe he is, you will never find him here. ਯਾਨੀ ਕਿ ਉਹ ਕਹਿੰਦੇ ਵੀ ਜਿਹੜੇ ਉੱਥੇ 100 ਸਾਲ ਦੇ ਤੋਂ ਪੁਰਾਣੀਆਂ ਪਰਿਵਾਰ ਸਿੱਖ ਪਰਿਵਾਰ ਰਹਿੰਦੇ ਪਏ ਨੇ ਵੀ ਜੇ ਉਹ ਉਹਨਾਂ ਦੇ ਕਿਸੇ ਫਾਰਮ ਦੇ ਉੱਤੇ ਆ ਜੀ ਤੇ ਫਿਰ ਉਹ ਕਹਿੰਦੇ ਵੀ ਸਾਨੂੰ ਲੱਭਣਾ ਨਹੀਂ ਉਹ ਸਮਰਾ ਤੇ ਉਹ ਵਾਕਈ ਹੋਇਆ ਵੀ ਇਦਾਂ ਹੀ ਵੇਖਿਆ ਵੀ ਸਮਰਾ ਲੱਭਿਆ ਨਹੀਂ ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਇਹ ਵੀ ਸਪੈਕੂਲੇਸ਼ਨ ਹੀ ਆ ਅੰਦਾਜ਼ੇ ਹੀ ਆ ਵੀ ਉਹ ਉੱਥੇ ਗਿਆ
ਵੀ ਯੂਬਾ ਸਿਟੀ ਦੇ ਵਿੱਚ ਗਿਆ, ਕਿਉਂਕਿ ਉਹ ਕਹਿੰਦੇ ਵੀ 1983 ਸਮਰਾ ਸਰਫੇਸਡ ਅਗੇਨ ਦਿਸ ਟਾਈਮ ਇਨ ਪੰਜਾਬ। ਹੁਣ ਤੁਸੀਂ ਇਹ ਵੇਖੋ ਵੀ ਜੇ ਉਹ ਖਾਲਿਸਤਾਨ ਦੇ ਹੱਕ ਦੇ ਵਿੱਚ ਹੁੰਦਾ ਜੀ ਤੇ ਪੰਜਾਬ ਚੱਲ ਜਾਂਦਾ ਉਸ ਵੇਲੇ 83 ਦੇ ਵਿੱਚ। ਸੋ ਉਹ ਕਲੀਅਰ ਉਹ ਹੀ ਆ ਵੀ ਉਹ ਵੈਸੇ ਹੀ ਕਹ ਲਓ ਵੀ ਰਿਕਾਰਡ ਦੇ ਉੱਤੇ ਹੀ ਆ ਵੀ ਸਮਰਾ ਜਿਹੜਾ ਉਹ ਖਾਲਿਸਤਾਨ ਦੇ ਬਹੁਤ ਖਿਲਾਫ ਸੀਗਾ, ਸਟੇਟਮੈਂਟਾਂ ਦਿੱਤੀਆਂ, ਉਹ ਸਭ ਕੁਝ ਦਿੱਤਾ। ਤੇ ਉਹ ਖਾਲਿਸਤਾਨ ਦੇ ਖਿਲਾਫ ਇੰਡੀਅਨ ਕੌਂਸੂਲੇਟ ਦੇ ਨਾਲ ਉਹਦੇ ਸੰਬੰਧ ਜੀ, ਤੇ ਉਹ ਗੋਲੀ ਮਾਰ ਕੇ ਜੱਜ ਨੂੰ ਮਾਰਨੇ ਦੀ ਕੋਸ਼ਿਸ਼ ਸੀਗੀ, ਪਰ 2 ਹੋਰਾਂ ਨੂੰ ਮਾਰ ਕੇ ਤੇ ਕੈਨੇਡਾ ਤੋਂ ਦੌੜਿਆ। ਉੱਥੋਂ ਅੰਦਾਜ਼ਾ ਲਾਓ ਭਈ ਜਿਹੜਾ ਅੱਤਵਾਦ ਆ ਜੀ ਬਿਲਕੁਲ ਉਹ ਕਿਹਨੇ ਸ਼ੁਰੂ ਕੀਤਾ, ਕਿਹਨੇ ਪ੍ਰਮੋਟ ਕੀਤਾ, ਕਿੱਦਾਂ ਸਾਰਾ ਕੁਝ ਜਿਹੜਾ ਆ ਵੀ ਉਹ ਚੱਲਦਾ ਰਿਹਾ। ਬਿਲਕੁਲ। So in Punjab he was spotted there by local police but never taken into custody, ਕਿਉਂਕਿ ਏਜੰਸੀਆਂ ਦਾ ਬੰਦਾ ਸੀਗਾ, ਇਸ ਕਰਕੇ ਕੱਲ ਹੀ ਕਰਨਾ ਨਾ। He is thought to have crossed over into Mexico and flown from there to the Middle East, ending up either in Dubai, a flourishing desert city in the oil-rich UAE yani United Arab Emirates, or in one of the other Persian Gulf states। ਸੋ ਉਹ ਸਾਰਾ ਕੁਝ ਜਿਹੜਾ ਫਿਰ ਉਹ ਅੱਗੇ ਦੱਸਦੇ ਨੇ ਵੀ ਜਿਹੜੀ ਸਮਗਲਿੰਗ ਚੱਲਦੀ ਸੀ ਨਾ ਜੀ, ਹਾਜੀ ਮਸਤਾਨ ਇੱਕ ਹੁੰਦਾ ਸੀਗਾ ਅੰਡਰਵਰਲਡ ਦਾ, ਬੰਬੇ ਅੰਡਰਵਰਲਡ ਦਾ ਬੰਦਾ, ਉਹਦੇ ਅਖੇ ਵੀ ਦਿੱਲੀ ਜਿਹੜੇ ਪੋਲੀਟੀਸ਼ੀਅਨ ਸੀਗੇ ਕਾਂਗਰਸੀ ਉਸ ਵੇਲੇ ਦੇ, ਉਹਨਾਂ ਦੇ ਨਾਲ ਈਵਨ ਇੰਦਰਾ ਗਾਂਧੀ ਦੇ ਨਾਲ ਤਗੜੇ ਸੰਬੰਧ ਸੀਗੇ ਜੀ। ਹੁਣ ਓਬਵੀਅਸ ਆ ਭਈ ਸਰਕਾਰੀ ਬੰਦਾ ਆ ਇਹ ਸਮਰਾ, ਉਧਰੋਂ ਸਰਕਾਰ ਦੇ ਨਾਲ ਹਾਜੀ ਮਸਤਾਨ ਜਿਹੜਾ ਆ ਅੰਡਰਵਰਲਡ ਦਾ ਉਹਦੇ ਸੰਬੰਧ ਨੇ ਜੀ। ਸੋ ਉਹ ਇਹ ਕਹਿ ਰਿਹਾ ਵੀ ਅਫਵਾਹਾਂ ਜਿਹੜੀਆਂ ਉਹ ਇਹ ਨੇ ਵੀ ਵਾਇਆ ਮੈਕਸੀਕੋ ਉਹ ਮਿਡਲ ਈਸਟ ਦੇ ਵਿੱਚ ਪਹੁੰਚਿਆ, ਉੱਥੋਂ ਫਿਰ ਜਿਹੜੇ ਸਮਗਲਿੰਗ ਵਾਲੇ ਜਹਾਜ਼ ਇਹਨਾਂ ਦੇ ਚੱਲਦੇ ਸੀਗੇ ਹਾਜੀ ਮਸਤਾਨ ਉਹਨਾਂ ਦੇ, ਉਸ ਜਹਾਜ਼ ਦੇ ਵਿੱਚੋਂ ਇੰਡੀਆ ਪਹੁੰਚਿਆ ਜੀ। The Haji was a clever and ruthless man, a major contributor to the Congress Indira Gandhi party. Politicians attended his gatherings in India often. So ਉਹ ਸਮਰਾ ਜਿਹੜਾ ਆ ਵੀ ਉਹਦੇ ਜਿਹੜਾ ਸਮਗਲਿੰਗ ਵਾਲਾ ਜਹਾਜ਼ ਸੀਗਾ ਵੀ ਉਹਦੇ ਵਿੱਚ ਪਹੁੰਚਿਆ ਜੀ। ਪਰ ਉਹ ਨਾਲ ਇਹ ਵੀ ਲਿਖ ਦਿੰਦੇ ਨੇ ਵੀ ਉੱਪਰ ਜਿੱਥੇ ਉਹ ਕਹਿੰਦੇ ਨਾ ਵੀ ਉਹ ਕਿੱਦਾਂ ਪਹੁੰਚਿਆ, ਕ੍ਰਾਸ ਕਿੱਦਾਂ ਕੀਤਾ ਉਹਨੇ, ਸਮਰੇ ਨੇ ਕੈਨੇਡਾ ਤੋਂ ਅਮਰੀਕਾ ਕਿੱਦਾਂ ਪਹੁੰਚਿਆ ਆ ਉਹਦੇ ਬਾਰੇ ਉੱਪਰ ਉਹ ਲਿਖਦੇ ਨੇ ਵੀ ਹੀ ਮੇ ਹੈਵ ਕ੍ਰਾਸਡ ਦਾ ਬਾਰਡਰ ਇਨ ਅ ਸਿੰਪਲਰ ਮੈਨਰ ਸਮਰੇ ਨੇ, ਕਿਉਂਕਿ ਉਹ ਕਹਾਣੀਆਂ ਜਿਹੜੀਆਂ ਅਫਵਾਹਾਂ ਉੱਪਰ ਲਿਖੀਆਂ ਉਹਨੇ ਵੀ ਵੀ ਇੱਦਾਂ ਗੱਡੀ ਦੇ ਵਿੱਚ ਲੋਕੇ ਤੇ ਐਂ ਚੱਲ ਗਿਆ ਉਹ ਚੱਲ ਗਿਆ, ਪਰ ਉਹ ਕਹਿੰਦਾ ਜਿਹੜਾ ਲਿਖਾਰੀ ਆ ਜੀ ਉਹ ਕਹਿੰਦਾ ਵੀ ਸਮਰਾ ਮੇ ਹੈਵ ਕ੍ਰਾਸਡ ਦਾ ਕੈਨੇਡਾ ਅਮਰੀਕਾ ਬਾਰਡਰ ਇਨ ਅ ਸਿੰਪਲਰ ਮੈਨਰ। ਸਮ ਪੁਲਿਸ ਇਨਵੈਸਟੀਗੇਟਰਸ ਆਰ ਕਨਵਿੰਸਡ, यानी कि Canadian police investigators are convinced that Samra was given a legitimate passport and travel documents through an associate in the Indian consulate in Toronto. Okay. Either way, while the hunt for Samra was taking place in Canada, the prey was no longer in the country. और वो गल जिहड़ी आ भी वो बिल्कुल भरोसे वाली आ, यकीन किया जा सकता ਜਾਂ ਸੰਭਾਵਨਾ ਇਹ ਜਿਹੜੀ ਆ ਵੀ ਇਹਦੀ ਪੂਰੀ ਆ ਵੀ ਉਹਨੂੰ ਜਿਹੜੀ ਇੰਡੀਅਨ ਐਮਬੈਸੀ ਸੀਗੀ ਉਹਨੇ ਹੋਰ ਨਾਂ ਦੇ ਥੱਲੇ ਵੀ ਪਾਸਪੋਰਟ ਤੇ ਹੋਰ ਡਾਕੂਮੈਂਟ ਬਣਾ ਕੇ ਦਿੱਤੇ, ਜਿਹਦੇ ਥੱਲੇ ਅਗਲਾ ਜਿਹੜਾ ਆ ਵੀ ਉਹ ਚੱਲ ਗਿਆ ਵੀ ਜਿੱਦਾਂ ਜਿਹੜੀ ਗੱਲ ਹੈਗੀ ਨਾ ਵੀ ਅਸੀਂ ਜਦੋਂ ਮੈਨੂੰ ਪਹਿਲਾਂ ਬੜੀ ਹੈਰਾਨੀ ਹੁੰਦੀ ਸੀ ਵੀ ਜਦੋਂ ਕਹਿੰਦੇ ਸੀ ਨਾ ਵੀ ਇਹ ਜੀ ਵੀ ਉਸਾਮੇ ਦੀਆਂ ਫੋਟੋ ਜਿਹੜੀਆਂ ਨੇ ਉਸਾਮਾ ਬਿਨ ਲਾਦਨ ਦੀਆਂ ਵੀ ਉਹਨਾਂ ਦੇ ਨਾਲ ਵੀ ਇਹ ਲੋਕੀ ਸਿੱਖਾਂ ਨੂੰ ਕਨਫਿਊਜ਼ ਕਰੀ ਜਾਂਦੇ ਆ ਜੀ, ਤੇ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਵੀ ਇਹ ਵੀ ਹੱਦ ਹੋ ਗਈ ਵੀ ਇਹ ਕਿੱਦਾਂ ਵੀ ਉਹ ਤੇ ਸਾਫ਼ ਮੁਸਲਮਾਨ ਦਿਖਦਾ ਆ ਵੀ ਉਹਨੂੰ ਸਿੱਖਾਂ ਨਾਲ ਕਿੱਦਾਂ ਕਨਫਿਊਜ਼ ਕਰੀ ਜਾਂਦੇ। ਪਰ ਫਿਰ ਜਦੋਂ ਨਾ ਮੈਂ ਦੇਖਿਆ ਵੀ ਇਹ ਵੀ ਉਹਦੀ ਜਿਹੜੀ ਦੂਸਰੀ ਸੀਗੀ ਪੱਗ ਕਹਿ ਲਓ ਜਾਂ ਅਸੀਂ ਤੇ ਕੇਸ ਕੀ ਕਵਾਂਗੇ, ਉਹ ਸਟਾਈਲ ਉਹੋ ਹੀ ਆ ਭਈ ਜਿੱਦਾਂ ਨਾ ਵੀ ਜਦੋਂ ਅਸੀਂ ਛੋਟੀ ਕੇਸ ਕੀ ਬੰਨੀ ਦੀ ਆ ਗੋਲ ਬਿਲਕੁਲ ਉਹ ਅਗੇ ਵੀ ਉਹਦੇ ਵਰਗਾ ਭੁਲੇਖਾ ਪੈਂਦਾ ਤੇ ਦਾੜੀ ਫਿਰ ਪੂਰੀ ਉਹਨੇ ਰੱਖੀ ਹੋਈ ਖੁੱਲੀ ਐ ਤੇ ਮੁੱਛਾਂ ਮੁਸਲਮਾਨ ਕਈ ਸ਼ੇਵ ਕਰ ਲੈਂਦੇ ਆ, ਉਹਦੇ ਮੁੱਛਾਂ ਵੀ ਹੈਗੀਆਂ ਸੋ ਉਹ ਜਿਹੜੀ ਕਨਫਿਊਜ਼ਨ ਆ ਉਹਦੀ ਸੈਂਸ ਬਣਦੀ ਆ ਜੀ। ਔਰ ਉਹੀ ਚੀਜ਼ ਜਿਹੜੀ ਸਟੇਟਮੈਂਟ ਅੱਗੇ ਵੀ ਆਪਾਂ ਵੇਖੀ ਦੀ ਆ ਕਈ ਥਾਵਾਂ ਤੋਂ ਮਿਲਦੀ ਆ ਭਈ ਅਗਲੇ ਜਿਹੜੇ ਆ ਵੀ ਹਰੇਕ ਪੱਗ ਦਾੜੀ ਵਾਲੇ ਨੂੰ ਵੀ ਉਹ ਕਨਫਿਊਜ਼ ਹੋ ਜਾਂਦੇ ਆ ਵੀ ਇਹ ਵੀ ਇਹ ਉਹੀ ਬੰਦਾ ਆ ਕਿ ਕੋਈ ਹੋਰ ਆ ਬਿਲਕੁਲ। ਸੋ ਉਹੀ ਕਨਫਿਊਜ਼ਨ ਜਿਹੜੀ ਆ ਵੀ ਉਹ ਇੱਥੇ ਹੋਈ ਜਾਪਦੀ ਆ ਭਈ ਜੇ ਮੰਨ ਲਓ ਵੀ ਕਿਸੇ ਸਿੱਖ ਦੀ ਫੋਟੋ ਲਾਤੀ ਉਹਨਾਂ ਨੇ ਜਾਂ ਤੇ ਉਹ ਸਾਰੇ ਹਰੇਕ ਸਿੱਖ ਦੇ ਉੱਤੇ ਸ਼ੱਕ ਨਾਲ ਵੇਖੂਗੇ ਤੇ ਜਾਂ ਉਹਨਾਂ ਨੇ ਕਨਫਿਊਜ਼ ਹੋ ਜਾਣਾ ਵੀ ਜਿਹੜਾ ਬੰਦਾ ਹੈਗਾ ਆ ਉਹ ਵੀ ਕਹਿ ਕੇ ਚੱਲ ਜਾਵੇ ਵੀ ਇਹ ਵੀ ਨਾ ਜੀ ਆ ਦੇਖੋ ਮੇਰੇ ਕੋਲੇ ਪਾਸਪੋਰਟ ਆ, ਮੇਰਾ ਤਾਂ ਨਾਂ ਹੀ ਹੈ ਨਹੀਂ ਆ ਤੇ ਮੇਰੀ ਡੇਟ ਆਫ ਬਰਥ ਹੋਰ ਸਾਰਾ, ਅਗਲਿਆਂ ਨੇ ਪਾਸਪੋਰਟ ਜਿਹੜਾ ਆ ਉਹਦੀ ਅਥੈਂਟਿਸਿਟੀ ਚੈੱਕ ਕਰਨੀ ਆ ਵੀ ਇਹ ਪਾਸਪੋਰਟ ਅਸਲੀ ਆ ਕਿ ਜਾਲੀ ਆ ਬਿਲਕੁਲ। ਜਦੋਂ ਅੰਬੈਸੀ ਨੇ ਕਹਿਣਾ ਵੀ ਹਾਂਜੀ ਬਿਲਕੁਲ ਜੀ ਅਸਲੀ ਆ ਸਹੀ ਗੱਲ ਹੈ, ਅਗਲੇ ਨੇ ਕਹਿਣਾ ਵੀ ਠੀਕ ਹੈ ਭਾਈ ਫਿਰ
ਇਹ ਬੰਦਾ ਜੋ ਕਹਿ ਰਿਹਾ ਵੀ ਇਹ ਠੀਕ ਹੀ ਕਹਿ ਰਿਹਾ। ਬਿਲਕੁਲ। ਸੋ ਉਸ ਹਿਸਾਬ ਦੇ ਨਾਲ ਵੀ ਜਿਹੜੀਆਂ ਏਜੰਸੀਆਂ ਆ ਉਹ ਇਸ ਹਿਸਾਬ ਨਾਲ ਕਹਿ ਲਓ ਵੀ ਉਹਨਾਂ ਨੂੰ ਗਾਂਹ ਜਿਹੜਾ ਆ ਵੀ ਉਹ ਜਿਹੜੇ ਟੂਲ ਤਿਆਰ ਕੀਤੇ ਹੁੰਦੇ ਉਹਨਾਂ ਨੇ ਉਹ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਫਿਰ ਫੈਸਿਲੀਟੇਟ ਕਰਦੀਆਂ। ਬਿਲਕੁਲ। ਸੋ ਅੱਗੇ ਫਿਰ ਉਹ ਸਾਰਾ ਜਿਹੜਾ ਆ ਵੀ ਉਹ ਇਹ ਦੱਸਦੇ ਨੇ ਵੀ ਕਿਵੇਂ ਕਿਵੇਂ ਜਿਹੜਾ ਆ ਵੀ ਸਮਰਾ ਜਿਹੜਾ ਵੀ ਉਹ ਏਜੰਸੀਆਂ ਆਪਣਾ ਕੈਨੇਡਾ ਤੋਂ ਜੀ ਨਿਰਾਸ਼ ਹੋਇਆ ਆਪਣੇ ਐਕਸਪੀਰੀਅੰਸ ਤੋਂ, ਤੇ ਕਿੱਦਾਂ ਉਹ ਭਾਰਤ ਸਰਕਾਰ ਦੀਆਂ ਏਜੰਸੀਆਂ ਦੇ ਹੱਥੇ ਚੜ੍ਹਿਆ ਤੇ ਕਿੱਦਾਂ ਉਹਨਾਂ ਨੇ ਵੀ ਜਿਹੜਾ ਆ ਵੀ ਉਹ ਸਾਰਾ ਵੀ ਡਰਾਮਾ ਜਿਹੜਾ ਉਹ ਰਚਿਆ। ਹੁਣ ਇੱਥੇ ਆ ਮਾੜਾ ਜਿਹਾ ਧਿਆਨ ਦਿਓ ਵੀ ਤੁਹਾਨੂੰ ਇੱਦਾਂ ਦੇ ਬੰਦੇ ਜਿਹੜੇ ਆ ਵੀ ਇਹ ਨਿਊਜ਼ੀਲੈਂਡ ਦੇ ਵਿੱਚ ਵੀ ਦੇਖ ਪੈਣੇ ਆ ਵੀ ਹਾਂ ਆਹ ਬੰਦਾ ਜਿਹੜਾ ਬਿਲਕੁਲ ਇਸੇ ਪੈਟਰਨ ਦੇ ਉੱਤੇ ਕੰਮ ਕਰਨ ਦਿਆ, ਤੇ ਬਾਕੀ ਜਿਹੜੇ ਭਾਈ ਵੀ ਨਿਊਜ਼ੀਲੈਂਡ ਤੋਂ ਬਾਹਰ ਬੰਦੇ ਸੁਣ ਰਹੇ ਆ ਵੀ ਉਹ ਵੀ ਆਪਣੇ ਆਪਣੇ ਮੁਲਕ ਦੇ ਵਿੱਚ ਧਿਆਨ ਆਲੇ ਦੁਆਲੇ ਮਾਰ ਲੈਣ ਜੀ। ਬਿਲਕੁਲ। ਤੁਹਾਨੂੰ ਇਹੋ ਜਿਹੇ ਬੰਦੇ ਜਿਹੜੇ ਆ ਵੀ ਉਹ ਹਰ ਥਾਂ ਦੇ ਉੱਤੇ ਲੱਭ ਪੈਣੇ ਆ। ਪਹਿਰਾ ਜਿਹੜਾ ਜੀ ਵੀ ਉਹ ਇਹ ਆ ਵੀ ਦ ਕੈਨੇਡੀਅਨ ਸਿਕਿਉਰਿਟੀ ਸਰਵਿਸ ਡਿਸਕਵਰਡ ਦੈਟ ਸਮਰਾ ਹੈਡ ਗੈਦਰਡ ਅਰਾਊਂਡ ਹਿਮ a group of tough young Sikhs who had access to handguns and reputations for talking with their fists before opening their mouths. The group was involved in several altercations with police during demonstrations protesting against racism and supporting East Indian refugees. Samra was arrested in Toronto in July 1980 and charged with assaulting a police officer in the East Indian business section along Gerrard Street East. The incident only heightened his dislike of the police establishment. Samra behaved like the champion of the underprivileged and downtrodden. He was well liked by the local left-wing activists, including supporters of the African National Congress, various anti-racism groups and the Communist Party of Canada. But curiously, he was equally friendly with the wealthy. जी. While he despised Western culture, he eventually became a real estate agent, and it was his habit to drink Scotch whisky while entertaining his friends with the renderings of Punjabi folk songs. Through a close friend, a millionaire travel agent in Toronto, he met Davinder Singh Ahluwalia, the Indian vice consul in that city. Embassies and consulates are exempt from the duties and taxes that greatly increase the price of liquor. Ahluwalia could get liquor from the consulate stock for a few dollars, and he freely shared this perk as a favor to his cronies, including Samra. With friends such as the travel agent and the consular connections, Samra was never short of scotch or money and was able to support his family through several bouts of unemployment. ਜੀ ਹੁਣ ਇਸ ਚੀਜ਼ ਨੂੰ ਬਾਕੀ ਤੁਸੀਂ ਆਪਣੇ ਆਪਣੇ ਮੁਲਕ ਤੇ ਲਾ ਲਿਓ, ਅਸੀਂ ਤੇ ਨਿਊਜ਼ੀਲੈਂਡ ਤੇ ਲਾ ਕੇ ਗੱਲ ਕਰਨ ਲੱਗੇ ਆ ਜੀ। ਅੱਜ ਕੱਲ ਇੱਕ ਜਿਹੜੀ ਸਭ ਤੋਂ ਜ਼ਿਆਦੀ ਖਬਰਾਂ ਦੇ ਵਿੱਚ ਚੱਲ ਰਹੀ ਆ ਕਹਾਣੀ, ਉਹ ਹੈਗੀ ਆ ਭਈ ਜਿਹੜੀ ਸਿੰਥੈਟਿਕ ਕੈਨੇਬਸ ਆ ਉਹ ਕਿੰਨਾ ਨੁਕਸਾਨ ਕਰਨ ਦਈ ਆ ਬਿਲਕੁਲ ਇੱਥੇ ਨਿਊਜ਼ੀਲੈਂਡ ਦੇ ਵਿੱਚ ਜੀ। ਤੇ ਜਿਹੜੇ ਸਰਕਾਰੀ ਅੰਕੜੇ ਨੇ ਉਹਦੇ ਮੁਤਾਬਕ ਭਈ ਜਿੰਨੀ ਸਿੰਥੈਟਿਕ ਕੈਨੇਬਸ $200 ਦੇ ਵਿੱਚ ਜੀ ਬਾਹਰੋਂ ਖਰੀਦੀ ਜਾ ਸਕਦੀ ਆ ਨਿਊਜ਼ੀਲੈਂਡ ਤੋਂ ਬਾਹਰੋਂ ਜੀ, ਉਹਦਾ ਨਿਊਜ਼ੀਲੈਂਡ ਦੇ ਵਿੱਚ ਮੁੱਲ ਜਿਹੜਾ $2 ਮਿਲੀਅਨ ਆ। $200 ਖਰਚ ਕੇ ਤੁਸੀਂ ਉਰੇ $2 ਮਿਲੀਅਨ ਜਿਹੜਾ ਆ ਵੀ ਉਹ ਤੁਸੀਂ ਬਣਾ ਲੈਣਾ। ਹੁਣ ਜਿਹੜੀ ਗੱਲ ਇੱਥੇ ਸ਼ਰਾਬ ਦੀ ਕੀਤੀ ਜਾ ਰਹੀ ਆ ਭਈ ਸ਼ਰਾਬ ਜਿਹੜੀ ਆ ਵੀ ਉਹਦੇ ਖੁੱਲੇ ਗੱਫੇ ਜਿਹੜੇ ਭਈ ਸਮਰਾ ਆਲੇ ਦੁਆਲੇ ਪਿਲਾਉਂਦੇ ਆ ਜੀ, ਤੇ ਉਹਦੇ ਨਾਲੇ ਤੇ ਆਪਣੇ ਮਗਰ ਚੀਲੇ ਮੇਲੇ ਭੇਡਾਂ ਬਣਾ ਰਿਹਾ ਸੀ, ਤੇ ਨਾਲ ਉਹ ਆਪਣਾ ਜਿਹੜਾ ਇਨਫਲੂਐਂਸ ਆ ਹੋਰ ਨਾ ਕੌਮਾਂ ਦੇ ਕਮਿਊਨਿਟੀਆਂ ਦੇ ਅੰਦਰ ਵੀ ਜਿੱਦਾਂ ਵੀ ਜਿਹੜੀ ਅਫਰੀਕਨ ਨੈਸ਼ਨਲ ਕਾਂਗਰਸ ਜਿਹੜੀ ਸਾਊਥ ਅਫਰੀਕਾ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜਾ ਨਸਲੀ ਵੱਖਵਾਦ ਸੀਗਾ ਵੀ ਉਹਦੇ ਅਗੇਂਸਟ ਜਿਹੜੀ ਵੀ ਇਹ ਲੜ ਰਹੀ ਸੀ ਜੀ। ਵੀ ਉੱਦਾਂ ਹੀ ਕਹਿ ਲਓ ਵੀ ਅੱਜ ਜਿਹੜਾ ਆ ਵੀ ਜਿਹੜੀਆਂ ਦੂਜੀਆਂ ਕੌਮਾਂ ਉਰੇ ਨੇ ਉਹਨਾਂ ਦੇ ਵਿੱਚ ਜੇ ਉਹਨਾਂ ਨੂੰ ਸਿੰਥੈਟਿਕ ਕੈਨੇਬਸ ਸਪਲਾਈ ਕਰਨ ਲੱਗ ਪਏ ਜਿਹੜਾ ਬੰਦਾ ਉਰੇ ਜੀ
ਤੇ ਉਹ ਆਪਾਂ ਨੂੰ ਪਤਾ ਆ ਵੀ ਜਿਹੜੀਆਂ ਪੰਜਾਬੀ ਕਈ ਹੈਗੀਆਂ ਆ ਦੁਕਾਨਾਂ ਗਰੋਸਰੀ ਵਾਲੀਆਂ, ਪਿੱਛੇ ਜੇ ਪਾਪਾ ਟੋਏ ਦੇ ਵਿੱਚ ਛਾਪਾ ਵੀ ਮਾਰਿਆ ਸੀ ਪੁਲਿਸ ਨੇ ਤੇ ਚੰਗਾ ਵਿਖੇ ਵੀ ਫੜਿਆ ਵੀ ਸੀ। ਤੇ 2 ਕੁ ਨਾਮ ਹੈਗੇ, ਇੱਕ ਟਰੰਗੇ ਵਾਲਾ ਤੇ ਇੱਕ ਉਰੇ ਵਾਲਾ, ਵੀ ਜਿਹੜੇ ਆਪ ਕਹਿਣ ਦੇ ਵਿੱਚ ਵੀ ਕੌਮ ਦੇ ਬੜੇ ਕਹਿ ਲਓ ਵੀ ਸਿਰ ਕੱਢ ਨੇ। ਔਰ ਜਿਹੜਾ ਆਕਲੈਂਡ ਵਾਲਾ ਉਹ ਤੇ ਖਾਸਾ ਜੀ ਨੇਕੀ ਦਾ ਸਮਰਥਕ ਵੀ ਆ ਕਈ ਦਹਾਕਿਆਂ ਦਾ ਜੀ। ਬਿਲਕੁਲ ਵੀ ਐਟਲੀਸਟ ਵੀ 2 ਦਹਾਕਿਆਂ ਦਾ ਤਾਂ ਸਾਨੂੰ ਪਤਾ ਹੈ ਜੀ। ਤੇ ਉਹ ਸਾਰਾ ਕੁਝ ਜਿਹੜਾ ਹੈ ਜਦੋਂ ਤੁਸੀਂ ਇਸ ਪਾਸੇ ਨੂੰ ਜੋੜਦੇ ਆ ਭਈ ਉਦੋਂ ਜਿਹੜੀ ਸ਼ਰਾਬ ਆ ਉਹ ਟੈਕਸ ਐਗਜ਼ੈਂਪਟ ਹੁੰਦੀ ਸੀ ਜੀ। ਸੋ ਇਸ ਕਰਕੇ ਵੀ ਹਾਈ ਕਮਿਸ਼ਨ ਤੋਂ ਖੁੱਲੀ ਮਿਲਦੀ ਸੀ। ਤੇ ਹੁਣ ਤੁਸੀਂ ਲਾ ਲਓ ਵੀ ਜਿਹੜਾ ਸਮਾਨ ਹਾਈ ਕਮਿਸ਼ਨ ਦਾ ਆ ਰਿਹਾ ਹੋਵੇ ਉਹਦੇ ਉੱਤੇ ਕਸਟਮ ਵਗੈਰਾ ਜਿਹੜਾ ਆ ਵੀ ਉਹਦਾ ਛਾਪਾ ਪੈਣਾ ਤੇ ਜਾਂ ਉਹਨੂੰ ਮਿਲਣਾ, ਉਹਦੇ ਉੱਤੇ ਵੀ ਡਿਪਲੋਮੈਟਿਕ ਇਮਿਊਨਿਟੀ ਹੁੰਦੀ। ਬਿਲਕੁਲ। ਸੋ ਇਸ ਕਰਕੇ ਵੀ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ $200 ਦੀ ਵੀ ਜੇ ਮੰਨ ਲਓ ਵੀ 6 ਮਹੀਨੇ ਆ ਰਹੀ ਆ ਜੀ ਸਿੰਥੈਟਿਕ ਕੈਨੇਬਸ ਜੀ, ਤੇ ਉਹ $2 ਮਿਲੀਅਨ ਜਿਹੜਾ ਉਹ ਬਣਾ ਰਹੀ ਆ ਨਿਊਜ਼ੀਲੈਂਡ ਦੇ ਅੰਦਰ। ਤੇ ਜੇ ਮਤਲਬ ਆਪਾਂ ਨਹੀਂ ਕਹਿ ਰਹੇ ਵੀ ਇਦਾਂ ਹੋ ਰਿਹਾ ਆ ਜੀ, ਪਰ ਇਹਨੂੰ ਸੰਭਾਵਨਾ ਨੂੰ ਲੈ ਕੇ ਚੱਲੋ ਵੀ ਕਿੰਨਾ ਕੁ ਔਖਾ ਕੰਮ ਹੈ। ਬਿਲਕੁਲ। ਵੀ ਜਿਹੜਾ ਹਾਈ ਕਮਿਸ਼ਨ ਦਾ ਕਿਸੇ ਹਾਈ ਕਮਿਸ਼ਨ ਦਾ ਸਮਾਨ ਜਿਹੜਾ ਆ ਵੀ ਉਹ ਡਿਪਲੋਮੈਟਿਕ ਇਮਿਊਨਿਟੀ ਦੇ ਅੰਦਰ ਨਿਊਜ਼ੀਲੈਂਡ ਦੇ ਵਿੱਚ ਆ ਰਿਹਾ ਹੋਵੇ, ਬਿਲਕੁਲ। ਤੇ ਉਹ ਸਮਾਨ ਜਿਹੜਾ ਆ ਉਹ ਬਾਅਦ ਵਿੱਚੋਂ ਨਿਊਜ਼ੀਲੈਂਡ ਦੇ ਅੰਦਰ ਇਦਾਂ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੋਵੇ ਵੀ ਜਿਹਦੇ ਵਿੱਚ $200 $2 ਮਿਲੀਅਨ ਬਣਾ ਰਿਹਾ ਹੋਵੇ ਜੀ। ਹਾਈ ਕਮਿਸ਼ਨ ਆਪਣੇ ਪੱਲਿਓਂ ਕੁਝ ਨਹੀਂ ਦੇ ਰਿਹਾ, ਪਰ ਜਿਹੜੇ ਅੰਦਰ ਉਹ ਸਮਾਨ ਨਿਊਜ਼ੀਲੈਂਡ ਦੇ ਅੰਦਰ ਵੇਚ ਰਿਹਾ ਉਹਨਾਂ ਨੂੰ $2 ਮਿਲੀਅਨ ਬਣ ਰਿਹਾ। ਬਿਲਕੁਲ। ਸੋ ਚਾਕਰੀ ਤੇ ਆਪੇ ਹੋ ਗਈ। ਬਿਲਕੁਲ ਜੀ। ਵੀ ਨਾਲੇ ਉਹ ਹਾਈ ਕਮਿਸ਼ਨ ਦੇ ਗੁਲਾਮ ਹੋ ਗਏ, ਨਾਲੇ ਉਹਨਾਂ ਨੂੰ ਦਿਖ ਰਿਹਾ ਵੀ ਹਾਈ ਕਮਿਸ਼ਨ ਉਹਨਾਂ ਨੂੰ $2 ਮਿਲੀਅਨ ਦਾ ਸਮਾਨ ਪ੍ਰੋਵਾਈਡ ਕਰ ਰਿਹਾ ਆ, ਉਹਨਾਂ ਨੂੰ $2 ਮਿਲੀਅਨ ਫਾਇਦਾ ਦਿਖ ਰਿਹਾ ਆ। ਸੋ ਇਸ ਕਰਕੇ ਪਲੱਸ ਉਹ ਨਾਲੇ ਅੰਦਰ ਵਰਤਾ ਕੇ ਜੇ ਉਹ ਮੰਨ ਲਓ ਵੀ ਸਿੱਖ ਕਮਿਊਨਿਟੀ ਦੇ ਅੰਦਰ ਵਰਤਾਇਆ ਜਾ ਰਿਹਾ ਜੀ, ਤੇ ਸਿੱਖ ਕਮਿਊਨਿਟੀ ਨੂੰ ਉਹ ਅੰਦਰੋਂ ਘੁਣ ਵਾਂਗ ਖਾ ਰਿਹਾ। ਜੇ ਸਿੱਖ ਕਮਿਊਨਿਟੀ ਤੋਂ ਬਾਹਰ ਵਰਤਾਇਆ ਜਾ ਰਿਹਾ ਹੈ ਤੇ ਉਹ ਆਪਣੀਆਂ ਜਿਹੜੀਆਂ ਕਹਿ ਲਓ ਵੀ ਅਸਾਮੀਆਂ ਬਣਾ ਰਹੇ ਨੇ ਵੀ ਉਹ ਬੰਦੇ ਜਿਹੜੇ ਉਹਨਾਂ ਦੇ ਉੱਤੇ ਡਿਪੈਂਡੈਂਟ ਨੇ ਆਪਣੇ ਨਸ਼ੇ ਲਈ। ਬਿਲਕੁਲ। ਤੇ ਸੋ ਫਿਰ ਜਦੋਂ ਨਸ਼ਾ ਉਹਨਾਂ ਨੂੰ ਜੇ ਕਿਸੇ ਪੁਆਇੰਟ ਦੇ ਉੱਤੇ ਫ੍ਰੀ ਵੀ ਦੇ ਦੇਣੋ ਜੀ, ਬਿਲਕੁਲ, ਉਹਨਾਂ ਤੋਂ ਜਿਹੜਾ ਕੰਮ ਉਹਨਾਂ ਨੇ ਕਰਵਾਉਣਾ ਆ ਉਹ ਕਰਾ ਲੈਣਾ। ਸੋ ਕਰਪਸ਼ਨ ਜਿਹੜੀ ਹੈ ਉਹ ਕਿਸ ਹੱਦ ਤੱਕ ਨਾ ਸਿਰਫ ਸਿੱਖ ਕਮਿਊਨਿਟੀ ਨੂੰ ਇੱਥੇ ਨਿਊਜ਼ੀਲੈਂਡ ਦੇ ਵਿੱਚ ਬਲਕਿ ਨਿਊਜ਼ੀਲੈਂਡ ਨੂੰ ਐਜ਼ ਏ ਕੰਟਰੀ ਕਿਵੇਂ ਖੋਖਲਾ ਕਰ ਰਹੀ ਹੈ, ਔਰ ਜਿਹੜਾ ਸਿਸਟਮ ਹੈ ਸਾਰਾ ਅੰਦਰ ਬਣਿਆ ਹੋਇਆ ਜੀ ਵੀ ਉਹਨੂੰ ਕਿਸ ਹੱਦ ਤੱਕ ਉਹ ਕੰਪਰੋਮਾਈਜ਼ ਕਰ ਰਹੀ ਹੈ। ਸੋ ਇਹ ਸਾਰਾ ਕੁਝ ਜਿਹੜਾ ਆ ਵੀ ਜਦੋਂ ਤੁਸੀਂ ਇਦਾਂ ਜੋੜ ਕੇ ਵੇਖਦੇ ਆ ਤੇ ਜਿਹੜੀ ਤਾਕਤ ਆ ਇੱਕ ਮੁਲਕ ਦੀ, ਬਿਲਕੁਲ ਉਹਦਾ ਅੰਦਾਜ਼ਾ ਲੱਗਣ ਲੱਗ ਪੈਂਦਾ ਵੀ ਤੁਸੀਂ ਉਸ ਤਾਕਤ ਦੇ ਅਗੇਂਸਟ ਕਿੰਨੇ ਇੱਕ ਛੋਟੇ ਜਿਹੇ ਬਣ ਜਾਂਦੇ ਆ ਵੀ ਕਿੰਨੇ ਕਹਿ ਲਓ ਵੀ ਕਮਜ਼ੋਰ ਪੈ ਜਾਂਦੇ ਜੀ ਵੀ ਉਹਨੂੰ ਨੱਥ ਪਾਉਣੇ ਦੇ। ਬਿਲਕੁਲ ਬਿਲਕੁਲ। ਅਨਲੈਸ ਵੀ ਤੁਸੀਂ ਜਿਹੜਾ ਇੰਡੀਵਿਜੂਅਲ ਆ ਉਹਨੂੰ ਇਸ ਹੱਦ ਤੱਕ ਅਵੇਅਰ ਤੇ ਤਾਕਤਵਰ ਸਟਰੋਂਗ ਕਰਦੇ ਹੋ ਵੀ ਉਹ ਇਹ ਸਾਰੇ ਨੂੰ ਜਿਹੜਾ ਆ ਵੀ ਉਹਦੇ ਅਗੇਂਸਟ ਜਿਹੜੀ ਆਪਾਂ ਪਿਛਲੀ ਵਾਰੀ ਇਮਿਊਨਿਟੀ ਦੀ ਗੱਲ ਕੀਤੀ, ਬਿਲਕੁਲ ਵੀ ਜੇ ਉਹ ਇਮਿਊਨਿਟੀ ਜਿੰਨੀ ਦੇਰ ਨਹੀਂ ਬਣਦੀ ਉਨੀ ਦੇਰ ਤੱਕ ਅਸੀਂ ਕਹਿ ਲਓ ਵੀ ਐਵੇਂ ਕਹਿ ਲਓ ਵੀ ਸਾਡੇ ਚੋਂ ਕਿਹੜਾ ਮੋਹਰਾ ਬਣ ਜਾਣਾ ਆ ਕਿਸੇ ਸਰਕਾਰ ਦਾ। ਸਹੀ ਗੱਲ ਹੈ ਭਾਜੀ। ਮੈਨੂੰ ਇੱਥੇ ਉਹ ਇੱਕ ਚੀਜ਼ ਯਾਦ ਆਉਂਦੀ ਹੈ, ਮੈਂ ਦੇਖੀ ਸੀਗੀ, ਉਹ ਮੈਨੂੰ ਹੁਣ ਕੰਟਰੀ ਦਾ ਨਾਮ ਥੋੜਾ ਜਿਹਾ ਮਿਸ ਕਰ ਰਿਹਾ, ਸ਼ਾਇਦ ਇੰਡੀਆਨਾ ਸੀਗਾ ਕਿ ਕੋਈ ਸੀਗਾ, ਉਹਦੇ ਸਟੇਟ ਹੈ ਅਮਰੀਕਾ 'ਚ ਸ਼ਾਇਦ, ਤੇ ਮੈਨੂੰ ਹੁਣ ਇੱਕਦਮ ਸ਼ੋਰ ਨਹੀਂ ਹੈਗਾ, ਲੇਕਿਨ ਉਹ ਸ਼ਾਇਦ ਜੇ ਆਪਾਂ YouTube ਜਾਂ Google ਤੇ ਲੱਭੀਏ ਲੱਭ ਜੂਗੀ। ਯਾਨੀ ਕਿ ਉਹ ਕੰਟਰੀ ਨੂੰ ਕਿੱਦਾਂ ਬਰਬਾਦ ਕੀਤਾ, ਉਹ ਛੋਟੀ ਜਿਹੀ ਸਟੇਟ ਜਾਂ ਕੰਟਰੀ ਸੀਗੀ, ਉਹ ਜਿਹੜਾ ਉਹਦੇ ਵਿੱਚੋਂ ਦੱਸਦੇ ਸੀਗੇ ਰੇਸ਼ੋ ਕੀ ਸੀਗਾ, 5 ਚੋਂ 4 ਕੇ 4.5 ਬੰਦਾ ਨਸ਼ੇ ਤੇ ਲੱਗ ਗਿਆ ਆ। ਠੀਕ ਆ, ਉਹੀ ਆ ਆਪਣਾ ਜਿਹੜਾ ਮਿਡ ਵੈਸਟ ਹੈ ਨਾ ਅਮਰੀਕਾ ਦਾ। ਜੀ ਜੀ, ਬਿਲਕੁਲ। ਉਹਦੇ ਵਿੱਚ ਉਹ ਡਾਕੂਮੈਂਟਰੀ ਹੈਗੀ ਆ ਵੀ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਵੀ ਕਿੱਦਾਂ ਨਸ਼ਿਆਂ ਨੇ ਉਹ ਸਾਰੇ ਦਾ ਸਾਰਾ ਇਲਾਕਾ ਜਿਹੜਾ ਆ ਉਹ ਬਰਬਾਦ ਕੀਤਾ ਪਿਆ। ਉਹ ਮਤਲਬ ਪੂਰੀ ਕੌਮ ਹੀ ਉਹਨਾਂ ਨੇ ਖਤਮ ਕਰ ਦਿੱਤੀ, ਉਹ ਪੂਰੀ ਕੌਮ ਨਸ਼ੇ ਤੇ ਲੱਗ ਗਈ ਹੈ। ਤੇ ਅੱਜ ਉਹਨਾਂ ਦੀ ਹਾਲ ਮਤਲਬ ਕਿਸੇ ਟਾਈਮ ਤੇ ਬੜੀ ਸਟਰੋਂਗ ਕੌਮ ਹੁੰਦੀ ਸੀਗੀ, ਅੱਜ ਉਹਨਾਂ ਦੇ ਹਾਲਾਤ ਇਹ ਹੈਗੇ ਆ ਕਿ ਉਹ ਰੋਟੀ ਇੱਕ ਡੰਗ ਦੀ ਰੋਟੀ ਵਾਸਤੇ ਵੀ ਲਾਈਨ ਤੇ ਲੱਗ ਕੇ ਕੂਪਨ ਲੈਂਦੇ ਆ, ਫਿਰ ਰੋਟੀ ਖਾਂਦੇ ਹੈਗੇ ਆ, ਫੂਡ ਸਟੈਂਪ ਜਿਹਨੂੰ ਫੂਡ ਸਟੈਂਪ ਕਹਿ ਲੈਂਦੇ ਆ। ਤਾਂ ਇਸ ਤਰੀਕੇ ਦੇ ਨਾਲ ਬਿਲਕੁਲ ਸਹੀ ਗੱਲ ਹੈ ਤੁਹਾਡੀ, ਜਿਹੜਾ ਇੱਕ ਤਾਂ ਇਹਦੇ ਨਾਲ ਇੱਕ ਜਿਹੜਾ ਕਰਪਸ਼ਨ ਫੈਲਣੀ ਹੈ, ਉਸ ਤੋਂ ਬਾਅਦ ਜਿਹੜੀ ਕੌਮਾਂ ਦੀ ਨਸਲਕੁਸ਼ੀ ਹੋਣੀ ਹੈਗੀ ਹੈ। ਹੁਣ ਸਿੱਖ ਕੌਮ ਤੇ ਵੀ ਇਹੀ ਪੈਂਤੜਾ ਲਾਇਆ ਜਾ ਰਿਹਾ। ਹੁਣ ਉਹਦੇ ਵਿੱਚ ਭਾਈ ਜਿਹੜੇ ਆ ਮਤਲਬ ਜਿੱਦਾਂ ਗੱਲਾਂ, ਜਦੋਂ ਤੁਸੀਂ ਕਿਸੇ ਕੌਮ ਦੇ ਬਾਰੇ ਗੱਲਾਂ ਕਰਦੇ ਆ ਉਹਨਾਂ ਤੋਂ ਅੰਦਾਜ਼ਾ ਲੱਗ ਜਾਂਦਾ। ਹੁਣ ਕਈ ਤਾਂ ਆਪਣੇ ਆਪ ਹੀ ਆਪਣਾ ਮਜ਼ਾਕ ਬਣਾਉਂਦੇ। ਹੁਣ ਉਦਾਹਰਨ ਦੇ ਤੌਰ 'ਤੇ ਇੱਕ ਛੋਟਾ ਜਿਹਾ ਚੁਟਕਲਾ ਬਹੁਤ ਫੇਮਸ ਆ, ਸਾਰਿਆਂ ਨੇ ਸੁਣਿਆ ਹੋਣਾ ਆ ਕਿ ਭਾਈ ਜਦੋਂ ਮਤਲਬ ਕੋਈ ਨਾ ਪੈਗ ਬਣਾਉਂਦਾ ਆ ਜਿੱਦਾਂ ਸ਼ਰਾਬ ਦਾ, ਜਿੱਦਾਂ, ਤੇ ਉਹ ਕਹਿੰਦੇ ਕਿ ਪਾਣੀ ਦਾ ਪਾ ਦੇ, ਕਹਿੰਦੇ ਇਹਨਾਂ ਤੇ ਪੰਜਾਬੀਆਂ ਇੰਨੀ ਦਾਰੂ ਦੇਖ ਕੇ ਤਾਂ ਪੰਜਾਬੀਆਂ ਦੇ ਮੂੰਹ 'ਚ ਇੰਨਾ ਪਾਣੀ ਤਾਂ ਵੈਸੇ ਹੀ ਆ ਜਾਂਦਾ, ਇੱਦਾਂ ਚੁਟਕਲਾ ਹੈਗਾ। ਯਾਨੀ ਕਿ ਇਸ ਤਰੀਕੇ ਨਾਲ
ਮਤਲਬ ਇੱਕ ਕੌਮ ਨੂੰ ਇਦਾਂ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਕਿ ਇਹ ਨਸ਼ੇੜੀ ਕੌਮ ਹੈ, ਜਾਂ ਇਹ ਮਤਲਬ ਇਸ ਹਿਸਾਬ ਨਾਲ ਉਹਨਾਂ ਦੀ ਜਿਹੜੀ ਮਾਨਸਿਕਤਾ ਆ ਉਹਨਾਂ ਨੂੰ ਗੰਦਲਾ ਕੀਤਾ ਜਾਂਦਾ ਆ, ਤੇ ਉਹਨੂੰ ਬਹਾਦਰੀ ਵਜੋਂ ਪੇਸ਼ ਕੀਤਾ ਜਾਂਦਾ ਕਿ ਇਹ ਬਹਾਦਰੀ ਹੈ। ਨਸ਼ਾ ਕਰਨਾ ਜਾਂ ਹੋਰ ਕੋਈ ਵੀ ਕੁਕਰਮ ਕਰਨਾ ਇਹ ਬਹਾਦਰੀ ਦਾ ਕੰਮ ਹੈਗਾ ਆ। ਤੇ ਫਿਰ ਉਹ ਉੱਦਾਂ ਦੇ ਜਦੋਂ ਤੁਸੀਂ ਇੱਕ ਤੁਹਾਡੇ ਕੌਮ ਦੇ ਵਿੱਚ ਵਿਦਿਨ ਕੌਮ ਦੇ ਵਿੱਚ ਇਦਾਂ ਦੀ ਚੀਜ਼ ਖੜੀ ਹੋ ਜਾਏ ਤਾਂ ਉਹਨੂੰ ਤੋੜਨਾ ਬੜਾ ਮੁਸ਼ਕਿਲ ਬਣ ਜਾਂਦਾ ਹੈਗਾ। ਹੋ ਜਾਂਦਾ ਜੀ, ਖਾਸ ਤੌਰ ਦੇ ਉੱਤੇ ਵੀ ਜਿਹੜੀ ਇਮੇਜ ਦੁਸ਼ਮਣ ਨੇ ਕ੍ਰੀਏਟ ਕੀਤੀ ਆ, ਬਿਲਕੁਲ ਜੀ, ਉਹ ਕੌਮ ਉਸ ਇਮੇਜ ਨੂੰ ਅਪਣਾ ਕੇ ਬਹਿ ਜਾਵੇ ਨੈਗੇਟਿਵ ਇਮੇਜ ਨੂੰ। ਬਿਲਕੁਲ। ਸੋ ਇਸ ਕਰਕੇ ਵੀ ਉਹ ਸਾਰਾ ਕੁਝ ਜਿਹੜਾ ਆ ਬਿਲਕੁਲ ਸਾਡੇ ਸੋਚਣੇ ਵਾਲਾ ਔਰ ਇਮਿਊਨਿਟੀ ਤਿਆਰ ਕਰਨੇ ਵਾਲਾ ਹੈ ਜੀ। ਤੇ ਆਪਾਂ ਆ ਹੁਣ ਜਿਹੜਾ ਆ ਮੈਨੂੰ ਲੱਗਦਾ ਵੀ ਇਹਨੂੰ ਬਿਨਾਂ ਰੁਕਿਆ ਹੀ ਪੜ੍ਹ ਦਈਏ ਵੀ, ਕਿਉਂਕਿ ਇਹ 2 ਪੈਰੇ ਜਿਹੜੇ ਨੇ ਵੀ ਇਹਦੇ ਵਿੱਚੋਂ ਇਹ ਦੱਸਦੇ ਆ ਵੀ ਕਿੱਦਾਂ ਸਮਰੇ ਨੂੰ ਵੀ ਜਿਹੜੀ ਆ ਦਵਿੰਦਰ ਸਿੰਘ ਆਹਲੂਵਾਲੀਆ ਸੀ ਜੀ, ਇਹਨੇ ਕਿਵੇਂ ਸ਼ਰਾਬ ਦੇ ਕੇ ਤੇ ਹੋਰ ਸਪੋਰਟ ਦੇ ਕੇ ਤੇ ਇਹਨੂੰ ਗਾਂਹ ਖੜਾ ਕੀਤਾ ਜੀ। So when Samra's friends and supporters urged him to take over the Gurdwara, he agreed. The Gurdwara had 2 attractions for Samra's benefactors, यानी कि भी समरा ਦੇ ਜਿਹੜੇ ਸਪੋਰਟਰ ਸੀਗੇ ਜੀ, ਵੀ ਏਜੰਸੀਆਂ ਤੇ ਦਵਿੰਦਰ ਸਿੰਘ ਆਹਲੂਵਾਲੀਆ ਵਰਗੇ ਇੰਡੀਅਨ ਹਾਈ ਕਮਿਸ਼ਨ ਦੇ ਏਜੰਟ। It was at that time the only Sikh ਗੁਰਦੁਆਰਾ in Toronto, ਸੋ ਇਸ ਕਰਕੇ ਕੱਲਾ ਗੁਰਦੁਆਰਾ ਸੀ। And it enjoyed both a fat bank account and a large tract of land worth several millions of dollars. ਇਹ ਉਹਨਾਂ ਦਿਨਾਂ ਦੀ ਗੱਲ ਆ, ਅੱਜ ਕੱਲ੍ਹ ਉਹ ਸੈਂਕੜਿਆਂ 'ਚ ਹੋਣੀ ਵੀ ਸੈਂਕੜੇ ਮਿਲੀਅਨ ਡਾਲਰ ਦਾ ਹੋਣਾ। ਔਰ ਇੱਥੇ ਵੀ ਤੁਹਾਨੂੰ ਪਤਾ ਵੀ ਨੇਕੀ ਜਿਹੜੇ ਗੁਰਦੁਆਰੇ ਤੇ ਕਬਜ਼ਾ ਮਾਰੀ ਬੈਠਾ ਆ ਵੀ 14-15 ਮਿਲੀਅਨ ਡਾਲਰ ਦੀ ਪ੍ਰਾਪਰਟੀ ਜਿਹੜੀ 8 ਮਿਲੀਅਨ 'ਚ ਵੇਚਣ ਲੱਗਾ ਸੀ, ਔਰ ਉਹਦੇ ਵਿੱਚੋਂ ਕਹਿ ਲਓ ਵੀ ਘੱਟੋ ਘੱਟ 6 ਮਿਲੀਅਨ ਜਾਂ 5 ਮਿਲੀਅਨ ਜਿਹੜਾ ਵੀ ਉਹ ਕੱਢਣ ਨੂੰ ਫਿਰਦਾ ਸੀ ਇਹ ਜੀ। ਸੋ ਅਜੇ ਵੀ ਲੱਗਾ ਹੋਣਾ ਪਲੈਨਿੰਗਾਂ ਕਰਨ। ਬਿਲਕੁਲ ਜੀ, ਬਿਲਕੁਲ। ਪਰ ਮਤਲਬ ਵੀ ਇਹਨੂੰ ਆਪਣੇ ਲੋਕਲ ਜਿਹੜੇ ਆ, ਕਹਿਣ ਦਾ ਮਤਲਬ ਵੀ ਲੋਕਲ ਜਿਹੜੇ ਹਾਲਾਤ ਨੇ ਉਹਨਾਂ ਦੇ ਉੱਤੇ ਲਾਈ ਚੱਲਿਓ। ਬਿਲਕੁਲ ਜੀ, ਬਿਲਕੁਲ। several million dollars, ਅੱਛਾ ਜੀ, tract of land worth several million dollars in Vaughan Township north of the city. As well, it was the hotbed of overseas Sikh political activities. The Gurdwara where in 1972 the exiled Jagjit Singh Chauhan had delivered his plea for a Sikh homeland of Khalistan. ਜੀ। While the Gurdwara members had initially been skeptical, ਯਾਨੀ ਕਿ ਵੀ ਉਹ ਜਿਹੜਾ ਖਾਲਿਸਤਾਨ ਦਾ ਕਨਸੈਪਟ ਆ ਉਹਦੇ ਏਡੇ ਸਪੋਰਟਰ ਹੈ ਨਹੀਂ ਸੀਗੇ ਜੀ, they eventually began moving towards support of the Khalistan movement. Samra's backers, ਯਾਨੀ ਕਿ ਜਿਹੜੀਆਂ ਇੰਡੀਅਨ ਏਜੰਸੀਆਂ ਸੀਗੀਆਂ, believed that if he could assume a leadership role in the Gurdwara, ਜੀ, he might be able to undermine the pro Khalistan faction. ਯਾਨੀ ਕਿ ਵੀ ਜਿਹੜਾ ਖਾਲਿਸਤਾਨ ਦੇ ਸਪੋਰਟਰ ਸੀਗੇ ਵੀ ਉਹਨਾਂ ਨੂੰ ਉਹ ਨੀਵਾਂ ਕਰ ਸਕਦਾ ਹੈ ਜੀ। Samra was elected secretary treasurer of the temple Gurdwara in 1975, ਯਾਨੀ ਕਿ ਇੱਥੋਂ ਮੈਂ ਕਹਿ ਰਿਹਾ ਸੀਗਾ ਜੀ। ਸੋ ਇੱਥੇ ਕਹਿ ਰਹੇ ਨੇ ਉਹ ਵੀ 75 ਦੇ ਵਿੱਚ ਸਮਰਾ ਜਿਹੜਾ ਆ ਉਹ ਸੈਕਟਰੀ ਤੇ ਖਜ਼ਾਨਚੀ ਜਿਹੜਾ ਵੀ ਗੁਰਦੁਆਰੇ ਦਾ ਉਹ ਚੁਣਿਆ ਗਿਆ, ਔਰ 75 ਦੇ ਵਿੱਚ ਹੀ ਉਹ ਦੂਸਰੀ ਉੱਥੇ ਲੜਾਈ ਹੋਈ ਆ ਜਿਹਦੇ ਵਿੱਚ ਇਹਦੇ ਸਮਰੇ ਦੇ ਤੇ ਇਹਦੇ ਭਰਾ ਦੇ ਚਾਕੂ ਮਾਰਿਆ ਗਿਆ ਜੀ ਵੀ, ਔਰ ਉਹ ਲੜਾਈ ਇਸ ਗੱਲ ਤੇ ਹੋਈ ਵੀ ਗੋਲਕ ਦਾ ਪੈਸਾ ਜਿਹੜਾ ਆ ਵੀ ਉਹਦਾ ਹਿਸਾਬ ਠੀਕ ਨਹੀਂ ਰੱਖਿਆ ਜਾ ਰਿਹਾ ਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਵੀ ਇਹ ਭਾਈ ਨਾਲੋਂ ਨਾਲ ਜੋੜੀ ਚੱਲੇ। ਇੱਥੇ ਵੀ ਲੋਕਲ ਵੀ ਇਹ ਭਾਈ ਲਾ ਕੇ ਦੇਖ ਲਓ, ਹੁਣ ਜਿਹੜੇ ਗੁਰਦੁਆਰਿਆਂ 'ਚ ਤੁਸੀਂ ਸੇਵਾਦਾਰ ਰਹੇ ਆ, ਜਦੋਂ ਉਹਨਾਂ ਗੋਲਕਾਂ ਦੇ ਵਿੱਚੋਂ ਪੈਸਾ ਗਾਇਬ ਹੁੰਦਾ, ਜਦੋਂ ਸਵਾਲ ਕਰਦੇ ਆ ਤੇ ਫਿਰ ਕਿੱਦਾਂ ਲੜਾਈਆਂ ਪੈਂਦੀਆਂ ਹੈਗੀਆਂ। ਇੱਥੇ ਵੀ ਅਸੀਂ ਇੱਕ ਫਸਟ ਹੈਂਡ ਐਕਸਪੀਰੀਅੰਸ ਕੀਤਾ ਉਹਨਾਂ ਗੱਲਾਂ ਤੇ ਜੀ। ਸੋ ਬਟ ਸਮਰਾ ਲੋਸਟ ਇਲੈਕਸ਼ਨਸ ਫॉर ਪ੍ਰੈਜ਼ੀਡੈਂਟ ਇਨ 1977 ਐਂਡ 78 ਜੀ, ਯਾਨੀ ਕਿ ਪ੍ਰਧਾਨ ਬਣਦੇ ਦੇ ਚੱਕਰਾਂ 'ਚ ਸੀਗਾ, ਪਰ 1970 ਤੇ 1978 ਦੇ ਵਿੱਚ ਇਲੈਕਸ਼ਨ ਜਿਹੜੀ ਉਹ ਹਾਰ ਗਿਆ ਜੀ। After his disappearance in 1982, his friends finally took majority control of the Gurdwara. ਜੀ, ਯਾਨੀ ਕਿ ਉਹਦਾ ਬਹਾਨਾ ਬਣਾ ਕੇ ਤੇ ਉਹਦਾ ਸਾਰਾ ਡਰਾਮਾ ਰਚ ਕੇ ਤੇ ਸਰਕਾਰ ਜਿਹੜੀ ਆ ਵੀ ਉਹ ਉਸ ਗੁਰਦੁਆਰੇ ਦੇ ਉੱਤੇ ਫਾਈਨਲੀ 1982 ਦੇ ਵਿੱਚ ਕਬਜ਼ਾ ਮਾਰਨੇ ਦੇ ਵਿੱਚ ਕਾਮਯਾਬ ਹੋ ਗਈ। The same friends were strong supporters of the Indian government and devoutly anti-Khalistan. ਯਾਨੀ ਕਿ ਉਹ ਜਿਹੜਾ ਸਰਕਾਰੀ ਇੰਡੀਅਨ ਸਰਕਾਰ ਦਾ ਸਮਰਥਕ ਗਰੁੱਪ ਸੀਗਾ ਤੇ ਖਾਲਿਸਤਾਨ ਦਾ ਕੱਟੜ ਵਿਰੋਧੀ ਸੀਗਾ ਜੀ, ਉਹਨਾਂ ਨੇ ਗੁਰਦੁਆਰੇ ਦੇ ਵਿੱਚ ਫਾਈਨਲੀ ਜਦੋਂ ਇਹਨੇ ਗੋਲੀਆਂ ਮਾਰ ਕੇ ਤੇ ਉੱਥੋਂ ਖਿਸਕ ਕੇ ਆਇਆ ਸਮਰਾ, ਫਾਈਨਲੀ ਕਬਜ਼ਾ ਕਰ ਲਿਆ।
ਮਤਲਬ ਇਹ ਤੋਂ ਇੱਕ ਗੱਲ ਇਹ ਵੀ ਕਲੀਅਰ ਹੋ ਜਾਂਦੀ ਹੈ ਕਿ ਜਿਹੜਾ ਸਮਰਾ ਉਹਨਾਂ ਦਾ ਇੱਕ ਛੋਟਾ ਜਿਹਾ ਪਿਆਦਾ ਸੀਗਾ, ਜਦੋਂ ਉਹ ਪਾਸੇ ਹੋ ਗਿਆ ਤੇ ਉਹਨਾਂ ਨੇ ਜਿਹੜੇ ਹੋਰ ਪਿਆਦੇ ਵਿਛਾਏ ਹੋਏ ਸੀਗੇ ਉਹਨਾਂ ਨੇ ਆ ਕੇ ਕਬਜ਼ਾ ਮਾਰ ਲਿਆ। ਬਿਲਕੁਲ। ਸੋ ਮਤਲਬ ਉਹ ਖੇਡ ਦਾ ਹਿੱਸਾ ਹੀ ਸੀ ਨਾ, ਉਹਨਾਂ ਨੇ ਸਮਰੇ ਨੂੰ ਸੈਕਰੀਫਾਈਸ ਕੀਤਾ ਤੇ ਗੇਮ ਜਿਹੜੀ ਆਪਣੀ ਆ ਸ਼ਤਰੰਜ ਦੀ ਵੀ ਉਹਨੂੰ ਫਰਦਰ ਆਪਣੇ ਹੱਕ ਦੇ ਵਿੱਚ ਕਰਨੇ ਲਈ। ਬਿਲਕੁਲ। ਸੋ 82 ਤੋਂ ਲੈ ਕੇ 87 ਤੱਕ 1987 ਤੱਕ until 1987 when pro Khalistan Sikhs gained control, the Gurdwara was known as the headquarters of the pro India lobby in Toronto. ਸੋ ਇਹ ਇਦਾਂ ਖੇਡਾਂ ਉਹਨਾਂ ਦੀਆਂ ਚੱਲਦੀਆਂ। ਬਿਲਕੁਲ ਜੀ। ਭਈ 5 ਸਾਲ ਤੱਕ ਅਗਲਿਆਂ ਨੇ ਕੰਟਰੋਲ ਉਹਦੇ ਉੱਤੇ ਗੁਰਦੁਆਰੇ ਦੇ ਉੱਤੇ ਰੱਖਿਆ। ਉਸ ਗਰੁੱਪ ਰਾਹੀਂ ਜਿਹੜਾ ਕਹ ਲਓ ਵੀ ਕੱਟੜ ਖਾਲਿਸਤਾਨ ਦਾ ਵਿਰੋਧੀ ਸੀ ਤੇ ਇੰਡੀਆ ਦਾ ਕੱਟੜ ਸਮਰਥਕ ਸੀਗਾ ਜੀ। Samra's strong anti-Khalistan beliefs, however, did not prevent him from trying to become cozy with Sikh separatist support. ਹੁਣ ਮਤਲਬ ਤੁਸੀਂ ਇਹ ਦੇਖੋ ਵੀ ਖੇਡ ਕਿੱਦਾਂ ਚੱਲਦੀ ਆ। ਇੱਕ ਪਾਸੇ ਉਹ ਖਾਲਿਸਤਾਨ ਦਾ ਕੱਟੜ ਵਿਰੋਧੀ ਆ, ਪਰ ਉਹ ਨਾਲ ਜਿਹੜੇ ਖਾਲਿਸਤਾਨ ਦੇ ਸਮਰਥਕ ਨੇ ਉਹਨਾਂ ਦੇ ਨਾਲ ਵੀ ਉਹ ਆਪਣੀ ਜਿਹੜੀ ਆ ਵੀ ਉਹ ਪੂਰੀ ਬਣਾ ਰਿਹਾ। ਹੁਣ ਉਹ ਉੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਵੀ ਇਹ ਕਿਵੇਂ ਸੰਭਵ ਆ, ਕਿਉਂਕਿ ਜਿਹੜੇ ਖਾਲਿਸਤਾਨ ਦੇ ਸਮਰਥਕ ਸੀਗੇ ਉਹ ਸੀਗੇ ਜਗਜੀਤ ਸਿੰਘ ਚੌਹਾਨ ਵਰਗੇ, ਤੇ ਜਗਜੀਤ ਸਿੰਘ ਚੌਹਾਨ ਵੀ ਸਰਕਾਰ ਦਾ ਏਜੰਟ, ਤੇ ਇਧਰੋਂ ਸਮਰਾ ਜਿਹੜਾ ਖਾਲਿਸਤਾਨ ਦਾ ਕੱਟੜ ਵਿਰੋਧੀ ਉਹ ਵੀ ਸਰਕਾਰ ਦਾ। ਸੋ ਇਸ ਕਰਕੇ ਵੀ ਇੱਥੇ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਅਕਸਰ ਇਹ ਹੁੰਦਾ ਬਈ ਇੱਕ ਪਾਸੇ ਉਹ ਨੇ ਵੀ ਜਿਹੜੇ ਉਹ ਕਹਿੰਦੇ ਆ ਬਈ ਅਸੀਂ ਤੇ ਜੀ ਵੇਖੇ ਵੀ ਪੂਰੇ ਐਨ ਅਕਾਲ ਤਖਤ ਦੇ ਸਮਰਥਕ ਆ ਜੀ, ਦੂਜੇ ਪਾਸੇ ਨੇਕੀ ਵਰਗੇ ਨੇ ਵੀ ਜਿਹੜੇ ਕਹਿੰਦੇ ਵੀ ਮੈਂ ਆਖੇ ਵੀ ਅਕਾਲ ਤਖਤ ਨੂੰ ਵੀ ਉਹ ਜਿਹੜੀ ਵੀ ਭੱਦੀ ਸ਼ਬਦਾਵਲੀ ਵਰਤ ਸਕਦਾ ਵੀ ਉਹ ਪੂਰੀ ਉਹ ਅਕਾਲ ਤਖਤ ਬਾਰੇ ਵਰਤਦਾ। ਪਰ ਜਿਹੜੇ ਖਾਲਿਸਤਾਨ ਦੇ ਸਮਰਥਕ ਆਪਣਾ ਦੂਸਰੇ ਅਕਾਲ ਤਖਤ ਦੇ ਸਮਰਥਕ ਨੇ ਉਹ ਨਾਲ ਨੇਕੀ ਦੀ ਵੀ ਸਪੋਰਟ ਕਰੀ ਜਾ ਰਹੇ ਨੇ। ਸਹੀ ਗੱਲ ਹੈ। ਸੋ ਉਹੀ ਕੰਮ ਉਰੇ ਇੱਥੇ ਖਾਲਿਸਤਾਨ ਦੇ ਨਾਂ ਦੇ ਉੱਤੇ ਹੋ ਰਿਹਾ ਹੈਗਾ, ਕਿਉਂਕਿ ਪਿੱਛੋਂ ਦੋਵੇਂ ਜਿਹੜੇ ਆ ਵੀ ਉਹ ਏਜੰਸੀਆਂ ਨੇ ਚਲਾਏ ਹੋਏ ਪਿਆਦੇ ਨੇ। ਸੋ ਡਿਸਪਾਈਟ ਦਾ ਟਾਇਰੇਡਸ ਹਿਸ ਲੈਫਟਿਸਟ ਈਸਟ ਇੰਡੀਅਨ ਡਿਫੈਂਸ ਕਮੇਟੀ launched against the Khalistan movement, Samra actually swore allegiance to the separatist cause in 1981 ਜੀ। ਸੋ ਇੱਕ ਪਾਸੇ ਉਹ ਨਾਰੇ ਲਾ ਰਿਹਾ ਖਾਲਿਸਤਾਨ ਦੇ ਖਿਲਾਫ ਤੇ ਹੋਰ ਸਾਰਾ, ਦੂਜੇ ਪਾਸੇ ਉਹ 1981 ਦੇ ਵਿੱਚ ਖਾਲਿਸਤਾਨ ਦੇ ਹੱਕ ਦੇ ਵਿੱਚ ਵੀ ਉਹ ਆਪਣੀ ਸਹੁੰ ਵੀ ਖਾਇਆ ਆ। ਚੌਹਾਨ ਜਗਜੀਤ ਸਿੰਘ ਚੌਹਾਨ, ਖਾਲਿਸਤਾਨ's president in exile, had arrived from England and was meeting a group of supporters at the Punjabi Village restaurant on Bloor Street West, a center for Khalistani activity and under the scrutiny of the several intelligence groups including the Research and Analysis Wing of India. ਠੀਕ ਆ ਜੀ। ਸੋ ਮਤਲਬ ਵੀ ਕਈ ਏਜੰਸੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਉਹਨਾਂ ਦੀ ਸਰਵੇਲੈਂਸ ਦੇ ਥੱਲੇ ਸੀਗਾ ਉਹ ਗਰੁੱਪ ਤੇ ਰੈਸਟੋਰੈਂਟ, ਤੇ ਉਹਦੇ ਅੰਦਰ ਵੀ ਸਾਰਾ ਜਿਹੜਾ ਆ ਵੀ ਇਹ ਕੰਮ ਹੋ ਰਿਹਾ। Among those present at that meeting was Samra, who delivered an uncharacteristic warning to Chauhan during a discussion of the work of the Khalistan National Front, the Chauhan's government in exile. Samra quietly informed Chauhan that the most vocal participant in the Khalistan discussion was a raw informant. ਯਾਨੀ ਕਿ ਇੰਡੀਆ ਦਾ ਇਨਫੋਰਮੈਂਟ ਸੀਗਾ ਜਿਹੜਾ ਗੱਜ ਕੇ ਖਾਲਿਸਤਾਨ ਦੇ ਨਾਰੇ ਲਾ ਰਿਹਾ ਸੀ ਉਸ ਮੀਟਿੰਗ ਦੇ ਵਿੱਚ, ਤੇ ਖਾਲਿਸਤਾਨ ਦਾ ਵੱਡੇ ਸਮਰਥਕ ਵਜੋਂ ਜਿਹੜਾ ਵੀ ਉੱਥੇ ਬੈਠਾ ਹੋਇਆ ਹੈ। ਤੇ ਉਹ ਇਹਨੇ ਸਮਰੇ ਨੇ ਉਹਨੂੰ ਚੌਹਾਨ ਨੂੰ ਕਿਹਾ ਵੀ ਆਈ ਹੈਵ ਸੀਨ ਦਿਸ ਮੈਨ ਔਨ ਮਾਈ ਵਿਜ਼ਿਟਸ ਟੂ ਦਾ ਇੰਡੀਅਨ ਕੌਂਸਲੇਟ। ਸਮਰਾ ਟੋਲਡ ਦਾ ਡਾਕਟਰ ਹੂ ਰਿਪਲਾਈਡ ਆਈ ਨੋ ਵਿਚ ਇਜ਼ ਵਾਈ ਆਈ ਹੈਵ ਬਿਨ ਫੀਡਿੰਗ ਹਿਮ ਫਾਲਸ ਪਲਾਨਸ। ਸੋ ਮਤਲਬ ਹੁਣ ਤੁਸੀਂ ਕਿਵੇਂ ਜੱਜ ਕਰੋਗੇ ਵੀ ਵਾਕਈ ਫਾਲਸ ਪਲਾਨ ਉਹਨੂੰ ਲੀਡ ਕਰਵਾਇਆ ਇਨਫੋਰਮੇਸ਼ਨ ਦੇ ਰਿਹਾ ਸੀ ਕਿ ਅਸਲ ਜਿਹੜੇ ਆ ਵੀ ਉਹ ਇਨਫੋਰਮੇਸ਼ਨ ਦੇਈ ਜਾ ਰਿਹਾ। ਸੋ ਮਤਲਬ ਵੀ ਕਿੰਨਾ ਸੌਖਾ ਆ ਵੀ ਜਿਹੜੀ ਇਹ ਦੂਸਰੀ ਏਜੰਟਾਂ ਦੀ ਖੇਡ ਆ ਉਹ ਖੇਡਣੇ ਦੇ ਵਿੱਚ। ਭਈ ਜਿੱਦਾਂ ਹੁਣ ਵੀ ਜੇ ਨੇਕੀ ਨੂੰ ਕੋਈ ਕਹਿੰਦਾ ਵੀ ਇਹਦੇ ਨਾਲ ਦਾ ਭਈ ਉਹ ਤੋਂ ਬਚ ਕੇ ਰਹੀ ਵੀ ਉਹ ਸਰਕਾਰੀ ਏਜੰਟ ਆ, ਇਹਨੇ ਕਹਿਣਾ ਹਾਂ ਮੈਨੂੰ ਪਤਾ ਆ ਮੈਂ ਨਹੀਂ, ਉਹਨੇ ਇਹ ਨਹੀਂ ਕਹਿਣਾ ਵੀ ਮੈਂ, ਉਹਨੇ ਕਹਿਣਾ ਮੈਂ ਉਹਨੂੰ ਤਾਂ ਹੀ ਝੂਠੀ ਇਨਫੋਰਮੇਸ਼ਨ ਦੇਈ ਜਾਂਦਾ। ਸੋ ਜਿਹੜੇ ਭਾਈ ਕਹਿੰਦੇ ਨਾ ਵੀ ਇਹ ਵੀ ਦੱਸੋ ਵੀ ਕਿੱਥੇ ਆ ਜਾਣਕਾਰੀ ਇਹ ਜਾਂ ਵੀ ਇਹ ਵੀ ਫੈਕਟ ਕੀ ਨੇ ਜਾਓ, ਉਹ ਤੁਹਾਨੂੰ ਕੁਝ ਨਹੀਂ ਕਰਨੇ ਦੀ ਲੋੜ ਹੈਗੀ, ਸਿਰਫ ਇਹਦੀਆਂ ਜਿਹੜੇ ਐਕਸ਼ਨ ਨੇ ਉਹਨਾਂ ਨੂੰ ਦੇਖ ਲਓ, ਜਿਹੜੇ ਇਹਦੇ ਬਿਆਨ ਨੇ ਉਹਨਾਂ ਨੂੰ ਦੇਖ ਲਓ, ਤੁਹਾਨੂੰ ਆਪੇ ਪਤਾ ਲੱਗ ਜਾਣਾ। ਸੋ ਜਗਜੀਤ ਸਿੰਘ ਚੌਹਾਨ ਵਾਜ਼ ਕਿਊਰੀਅਸ ਅਬਾਊਟ ਦੀ ਆਊਟਸਪੋਕਨ ਸਮਰਾ and later turned to his closest political advisor in Toronto, Pritam Singh Chauhan, to learn more about him. ਯਾਨੀ ਕਿ ਚੌਹਾਨ ਜਿਹੜਾ ਆ ਉਹ ਸਮਰੇ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਿਹਾ ਸੀ
Chauhan expressed his admiration for Samra's activism on behalf of the Sikhs. ਯਾਨੀ ਕਿ ਹੁਣ ਇਹ ਗੱਲ ਮੰਨਣੇ ਵਾਲੀ ਹੈਗੀ ਆ ਵੀ ਨਾ ਚੌਹਾਨ ਨੂੰ ਪਤਾ ਸੀਗਾ ਭਈ ਸਮਰਾ ਸਰਕਾਰੀ ਏਜੰਟ ਆ ਤੇ ਨਾ ਸਮਰੇ ਨੂੰ ਪਤਾ ਸੀਗਾ ਵੀ ਚੌਹਾਨ ਸਰਕਾਰੀ ਏਜੰਟ ਆ। ਸੋ ਇਸ ਕਰਕੇ ਉਹਨਾਂ ਦੋਵਾਂ ਨੇ ਇੱਕ ਦੂਜੇ ਬਾਰੇ ਜਿਹੜੀ ਜਾਣਕਾਰੀ ਆ ਉਹ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ। ਜਿੱਦਾਂ ਸਮਰੇ ਨੇ ਉਹਨੂੰ ਇਹ ਕਹਿ ਕੇ ਵੀ ਉਹ ਫਲਾਨਾ ਜਿਹੜਾ ਸਰਕਾਰੀ ਏਜੰਟ ਆ ਉਹਨੇ ਉਹਦੀਆਂ ਗੁੱਡ ਬੁੱਕਸ ਦੇ ਵਿੱਚ ਜਾਣੇ ਦੀ ਕੋਸ਼ਿਸ਼ ਕੀਤੀ ਤੇ ਚੌਹਾਨ ਨੇ ਉਹਨੂੰ ਇਹ ਕਹਿ ਕੇ ਵੀ ਹਾਂ ਮੈਨੂੰ ਪਤਾ ਆ ਵੀ ਤਾਂ ਹੀ ਮੈਂ ਉਹਨੂੰ ਗਲਤ ਜਾਣਕਾਰੀ ਦੀ ਫੀਡ ਕਰੀ ਜਾਂਦਾ। ਪਰ ਉਹ ਤੋਂ ਬਾਅਦ ਉਹਨੇ ਸਮਰੇ ਬਾਰੇ ਹੋਰ ਜਾਣਕਾਰੀ ਜਿਹੜੀ ਆ ਵੀ ਉਹ ਜਾਣਨ ਦੀ ਕੋਸ਼ਿਸ਼ ਕੀਤੀ ਪ੍ਰੀਤਮ ਸਿੰਘ ਚੌਹਾਨ ਤੋਂ। ਜੀ ਜੀ। ਸੋ ਇੱਦਾਂ ਹੀ ਮਤਲਬ ਕਹਿ ਲਓ ਵੀ ਜਿਹੜੀਆਂ ਸਰਕਾਰੀ ਖੇਡਾਂ ਆ ਉਹ ਚੱਲਦੀਆਂ ਆ ਵੀ ਜਦੋਂ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਪਤਾ ਵੀ ਦੋਵੇਂ ਪਾਸੇ ਦੇ ਪਿਆਦੇ ਜਿਹੜੇ ਉਹ ਸਾਡੇ ਨੇ, ਪਰ ਜੇ ਪਿਆਦਿਆਂ ਨੂੰ ਪਤਾ ਲੱਗ ਗਿਆ ਭਈ ਇਹ ਅਸੀਂ ਦੋਵੇਂ ਹੀ ਇੱਕੋ ਸਰਕਾਰ ਲਈ ਕੰਮ ਕਰੀ ਜਾਂਦੇ ਆ ਤੇ ਉਹ ਖੇਡ ਜਿਹੜੀ ਆ ਫਿਰ ਝੂਠੀ ਜੀ ਪੈਣ ਲੱਗ ਪੈਂਦੀ ਆ। ਫਿਰ ਉਹ ਇੱਕ ਦੂਜੇ ਨੂੰ ਸਪੇਅਰ ਕਰਨ ਲੱਗ ਪੈਂਦੇ ਆ, ਫਿਰ ਉਹ ਉਹਨਾਂ ਅਸਰ ਨਹੀਂ ਰਹਿੰਦਾ। ਖਾਸ ਤੌਰ ਤੇ ਉੱਤੇ ਉਦੋਂ ਵੀ ਜਦੋਂ ਉਹਨਾਂ ਨੇ ਇੱਕ ਪਿਆਦੇ ਨੂੰ ਦੂਜੇ ਪਿਆਦੇ ਦੇ ਖਿਲਾਫ ਭਈ ਜੇ ਜਾਨਲੇਵਾ ਹਮਲਾ ਕਰਾਉਣਾ ਹੋਵੇ ਤੇ ਫਿਰ ਉਹ ਜਿਹਾ ਕੰਮ ਕਰਨਾ ਹੋਵੇ, ਭੁਗਤਾਉਣਾ ਹੋਵੇ ਜਾਂ ਹੋਰ ਕਰਨਾ ਹੋਵੇ, ਉਹ ਔਖਾ ਹੋ ਜਾਂਦਾ ਫਿਰ ਕਰਨਾ। ਸੋ ਜਾਂ ਫਿਰ ਇਹ ਆ ਵੀ ਉਹਦੇ ਦਿਮਾਗ ਦੇ ਵਿੱਚ ਆ ਜਾਣਾ ਵੇ ਭਾਈ ਵੀ ਜੇ ਉਹ ਵੀ ਸਰਕਾਰੀ ਪਿਆਦਾ ਆ ਤੇ ਮੈਂ ਵੀ ਸਰਕਾਰੀ ਪਿਆਦਾ ਆ ਤੇ ਜੇ ਮੇਰੇ ਕੋਲੋਂ ਉਹਨੂੰ ਮਰਾਉਣ ਲੱਗੇ ਆ ਜਾਂ ਉਹਦੇ ਉੱਤੇ ਹਮਲਾ ਕਰਵਾਉਣ ਲੱਗੇ ਆ ਤੇ ਫਿਰ ਕੱਲ ਨੂੰ ਉਹਦੇ ਤੋਂ ਮੇਰੇ ਤੇ ਵੀ ਕਰਵਾ ਸਕਦੇ ਆ। ਤੇ ਜਦੋਂ ਇਹ ਦਿਮਾਗ ਦੇ ਵਿੱਚ ਸੋਚ ਆ ਗਈ ਤੇ ਫਿਰ ਪਿਆਦਾ ਜਿਹੜਾ ਆ ਵੀ ਉਹਨੂੰ ਆਪਣਾ ਜਿਹੜਾ ਖਤਰਾ ਆ ਵੀ ਉਹ ਮਹਿਸੂਸ ਹੋਣ ਲੱਗ ਪੈਂਦਾ, ਫਿਰ ਉਹ ਪਿਆਦਾ ਰਹਿੰਦਾ ਨਹੀਂ। ਸੋ ਤਾਂ ਕਰਕੇ ਭਾਈ ਵੀ ਉਹ ਇਹ ਜਿਹੜੀ ਖੇਡ ਆ ਵੀ ਇਸ ਹਿਸਾਬ ਨਾਲ ਖੇਡੀ ਜਾਂਦੀ ਆ ਭਈ ਇੱਕ ਨੂੰ ਇੱਕ ਸਾਈਡ ਵਾਲੇ ਪਿਆਦੇ ਨੂੰ ਦੂਜੇ ਸਾਈਡ ਵਾਲੇ ਪਿਆਦੇ ਦਾ ਨਾਂ ਪਤਾ ਹੋਵੇ ਵੀ ਇਹ ਤੇ ਦੋਵਾਂ ਨੂੰ ਚਲਾਉਣੇ ਵਾਲਾ ਇੱਕੋ ਹੀ ਖਿਡਾਰੀ ਹੈ। ਸਹੀ ਗੱਲ ਹੈ। ਸੋ ਉਹ ਚੀਜ਼ਾਂ ਜਿਹੜੀਆਂ ਵੀ ਉਹਨੂੰ ਭਾਈ ਜਿਹੜੇ ਪਿਆਦੇ ਬਣੇ ਹੋਏ ਆ ਉਹ ਇਹ ਗੱਲ ਵਿਚਾਰ ਲਿਓ। ਸਹੀ ਗੱਲ। ਨਾਲੇ ਆਪਣੇ ਆਪ ਨੂੰ ਥੋੜਾ ਜਿਹਾ ਇਸ ਪਾਸਿਓਂ ਐਜੂਕੇਟ ਕਰ ਲਿਓ ਵੀ ਪਹਿਲਾਂ ਜਿਹੜੀਆਂ ਇਹ ਖੇਡਾਂ ਖੇਡੀਆਂ ਜਾ ਚੁੱਕੀਆਂ ਸਹੀ ਗੱਲ ਉਹਦੇ ਵਿੱਚ ਕੋਈ ਹੈਗਾ ਐਸਾ ਵੀ ਜਿਹੜਾ ਭਈ ਬੜਾ ਸਿਆਣਾ ਬਣ ਕੇ ਤੇ ਸੁਰਖਰੂ ਹੋ ਕੇ ਨਿਕਲਿਆ ਹੋਵੇ ਜਾਂ ਆਪਣਾ ਫਾਇਦਾ ਕੱਢ ਕੇ ਕੋਈ ਨਿਕਲ ਆਇਆ ਹੋਵੇ। ਸੋ ਮਰਨਾ ਤੁਸੀਂ ਸਾਰਿਆਂ ਨੇ ਹੀ ਆ ਭਈ ਇਹ ਕਿਉਂਕਿ ਜਿਹੜੀ ਖੇਡ ਆ ਇਹਦੇ ਰੂਲ ਹੀ ਇਹ ਨੇ ਭਈ ਜਿਹੜੇ ਕਹਿ ਲਓ ਭਈ ਉੱਦਾਂ ਹੀ ਬਚ ਗਏ ਉਸ ਹਿਸਾਬ ਦੇ ਨਾਲ ਵੀ ਅਗਲੀ ਕਿਸੇ ਹੋਰ ਖੇਡ ਦੇ ਵਿੱਚ ਵਰਤੇ ਜਾਣੇ ਆ ਭਈ ਉਹ ਗੱਲ ਵੱਖਰੀ ਆ। ਪਰ ਇਹ ਲੈ ਕੇ ਚੱਲੋ ਭਈ ਇਹ ਸਰਕਾਰ ਦੀ ਖੇਡ ਆ, ਇਹਦੇ ਵਿੱਚ ਕਦੋਂ ਤੁਹਾਡਾ ਜਿਹੜਾ ਸੈਕਰੀਫਾਈਸ ਆ ਉਹ ਸਰਕਾਰ ਦੇ ਫਾਇਦੇ ਦੇ ਵਿੱਚ ਆ ਜਾਣਾ ਆ, ਉਹ ਸਰਕਾਰ ਦਾ ਫੈਸਲਾ ਹੋਣਾ, ਤੁਹਾਡਾ ਉੱਤੇ ਕੋਈ ਕੰਟਰੋਲ ਨਹੀਂ। ਬਿਲਕੁਲ ਬਿਹਤਰ ਇਹ ਹੀ ਆ ਭਈ ਸਰਕਾਰੀ ਪਿਆਦੇ ਬਣਨ ਤੋਂ ਗਰੇਜ ਕਰੋ। ਸਹੀ ਗੱਲ ਹੈ। ਸੋ ਅੱਗੇ ਫਿਰ ਉਹ ਲਿਖਦੇ ਨੇ ਭਈ ਜਿਹੜਾ ਸੀਗਾ ਇਹ ਪ੍ਰੀਤਮ ਸਿੰਘ ਚੌਹਾਨ he explained that Samra had taken up the cause of 2000 Sikh refugees by forming the East Indian Refugee Aid Committee. Samra also worked zealously helping Sikhs with immigration and police problems, family disputes and financial woes. But he was a communist. ਯਾਨੀ ਕਿ ਉਹਨੇ ਚੌਹਾਨ ਨੇ ਉਹਨੂੰ ਦੱਸਿਆ, ਆਪਣਾ ਪ੍ਰੀਤਮ ਸਿੰਘ ਚੌਹਾਨ ਨੇ ਜਗਜੀਤ ਸਿੰਘ ਚੌਹਾਨ ਨੂੰ ਦੱਸਿਆ ਭਈ ਸਮਰਾ ਜਿਹੜਾ ਇਹ ਕਮਿਊਨਿਸਟ ਆ। ਚੌਹਾਨ told the doctor and not prone to supporting a separate Sikh religious homeland at the cost of Indian unity. Nevertheless, the doctor wanted to meet privately with Samra. ਸੋ ਹੁਣ ਇੱਥੋਂ ਆਪੇ ਤੁਸੀਂ 2 ਤੇ 2 4 ਜਿਹੜੇ ਆ ਵੀ ਉਹ ਕਰੀ ਚੱਲੋ ਵੀ ਕਿੱਦਾਂ ਕਿਹੜਾ ਕਿੱਥੇ ਜੁੜ ਰਿਹਾ। ਬਿਲਕੁਲ। ਸੋ ਸਮਰਾ ਐਂਡ ਜਗਜੀਤ ਸਿੰਘ ਚੌਹਾਨ met in December 1981 at Pritam Singh Chauhan's suburban home, where the doctor had once predicted future trouble for Canada through the covert work of the Indian intelligence agencies through the refugees. ਕਿਉਂਕਿ ਤੁਹਾਨੂੰ ਚੇਤੇ ਹੋਣਾ ਵੀ ਜਗਜੀਤ ਸਿੰਘ ਚੌਹਾਨ ਕਹਿ ਰਿਹਾ ਸੀਗਾ ਵੀ ਜਿਹੜੇ ਰਿਫਿਊਜੀ ਬਣ ਕੇ ਆ ਰਹੇ ਆ ਵੀ ਉਹਨਾਂ ਦੇ ਵਿੱਚ ਇੰਡੀਅਨ ਏਜੰਟ ਵੀ ਹੈਗੇ ਆ ਤੇ ਸਮਰਾ ਜਿਹੜਾ ਆ ਉਹ ਉਹਨਾਂ ਰਿਫਿਊਜੀਆਂ ਦੀ ਹੈਲਪ ਲਈ ਉਹਨਾਂ ਨੇ ਬਿਠਾਤਾ ਉੱਥੇ। ਤੇ ਹੁਣ ਜਗਜੀਤ ਸਿੰਘ ਚੌਹਾਨ ਜਿਹੜਾ ਆ ਉਹ ਸਮਰੇ ਨੂੰ ਉਹਦੇ ਘਰੇ ਬੰਦ ਕਮਰੇ 'ਚ ਮਿਲਣਾ ਚਾਹੁੰਦਾ ਹੈ। ਸੋ ਦੇ ਸਪੋਕ ਫॉर 2 hours, ਜਗਜੀਤ ਸਿੰਘ ਚੌਹਾਨ ਤੇ ਸਮਰਾ। And when Samra emerged from the meeting, he claimed to be a changed man. He swore that he would follow the Khalsa, the pure faith, to the last letter and openly pledged support for Khalistan. However, Jagjit Singh Chauhan, drawing on his studies of mysticism, made one observation. His disfigured thumb, that scar on his thumb, worries me. ਮਤਲਬ ਹੁਣ ਤੁਸੀਂ ਦੇਖੀ ਚੱਲਿਓ ਵੀ ਜਗਜੀਤ ਸਿੰਘ ਚੌਹਾਨ ਕਹਿੰਦਾ ਵੀ ਜਿਹੜਾ ਸਮਰੇ ਦਾ ਨਾ ਇਹ ਪਈ ਵੱਢਿਆ ਹੋਇਆ ਅੰਗੂਠਾ ਆ
ਭਈ ਉਹ ਮੈਨੂੰ ਅਖੇ ਵੀ ਚਿੰਤਾ ਦਾ ਵਿਸ਼ਾ ਆ ਮੇਰੇ ਲਈ। ਇਫ ਯੂ ਰੀਡ ਕੈਰੋਜ਼ ਬੁੱਕ ਆਫ ਪਾਮਿਸਟਰੀ that is the sign of a man who is prone to violent acts. Samra has a darker side to his personality. ਸੋ ਮਤਲਬ ਭਈ ਤੁਸੀਂ ਹੁਣ ਆਪੇ ਹੀ ਇਹਦੇ ਵਿੱਚ 2 ਤੇ 2 4 ਜਿਹੜੇ ਆ ਵੀ ਭਾਈ ਵੀ ਉਹ ਕਰੀ ਚੱਲੋ ਭਈ ਕਿਵੇਂ ਏਜੰਸੀਆਂ ਕੰਮ ਕਰਦੀਆਂ, ਕਿੱਦਾਂ ਉਹ ਕਿਸੇ ਨੂੰ ਆਪਣਾ ਹੱਥ ਠੋਕਾ ਬਣਾਉਂਦੀਆਂ ਆ, ਤੇ ਕਿੱਦਾਂ ਉਹ ਭਈ ਜਦੋਂ ਉਹਨਾਂ ਨੂੰ ਲੱਗਦਾ ਵੀ ਇਹ ਬੰਦਾ ਜਿਹੜਾ ਆ ਭਈ ਜਿਹੜਾ ਇਹਦਾ ਹੈਂਡਲਰ ਹੈਗਾ ਆ, ਉਹ ਭਾਵੇਂ ਦਵਿੰਦਰ ਸਿੰਘ ਆਹਲੂਵਾਲੀਆ ਹੋਵੇ ਇੰਡੀਅਨ ਹਾਈ ਕਮਿਸ਼ਨ ਦਾ, ਭਾਵੇਂ ਕੋਈ ਹੋਰ ਹੋਵੇ, ਵੀ ਜੇ ਉਹਨਾਂ ਨੂੰ ਲੱਗਦਾ ਵੀ ਉਹਦੇ ਅਸਰ ਦੇ ਥੱਲੇੋਂ ਨਿਕਲ ਰਿਹਾ ਆ, ਤੇ ਕਿੱਦਾਂ ਉਹਨਾਂ ਨੇ ਦੂਏ ਪਾਸਿਓਂ ਦੀ ਲਿਆ ਕੇ ਆਪਣਾ ਹੋਰ ਜਿਹੜਾ ਕੋਈ ਪਿਆਦਾ ਹੈਗਾ ਉਹਦੇ ਰਾਹੀਂ ਤੁਹਾਨੂੰ ਕੰਟਰੋਲ ਦੇ ਵਿੱਚ ਕਰ ਲੈਣਾ। ਸੋ ਇਸ ਕਰਕੇ ਭਈ ਇਹ ਸਾਰਾ ਕੁਝ ਜਿਹੜਾ ਆ ਵੀ ਆਪਾਂ ਜਿਹੜੇ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਐਜੂਕੇਟ ਨਹੀਂ ਕਰਦੇ, ਅਵੇਅਰ ਨਹੀਂ ਕਰਦੇ, ਬਿਲਕੁਲ ਜੀ, ਤੇ ਆਪਣੀ ਜਿਹੜੀ ਕਹਿ ਲਓ ਭਈ ਆਜ਼ਾਦੀ ਆ ਉਹਦੇ ਰਾਖੇ ਨਹੀਂ ਬਣਦੇ ਜੀ, ਬਿਲਕੁਲ, ਤੇ ਕਿਸੇ ਨਾ ਕਿਸੇ ਨੇ, ਕਿਸੇ ਏਜੰਸੀ ਨੇ ਤੁਹਾਨੂੰ ਕਿਸੇ ਨਾ ਕਿਸੇ ਰਾਹੀਂ ਜਿਹੜਾ ਆ ਵੀ ਉਹ ਕਾਬੂ ਕਰਨੇ ਦੇ ਵਿੱਚ ਸਫਲ ਹੋ ਜਾਣਾ। ਬਿਲਕੁਲ ਬਿਲਕੁਲ। ਸੋ ਮੇਰਾ ਖਿਆਲ ਆ ਵੀ ਇਸ ਪੁਆਇੰਟ ਦੇ ਉੱਤੇ ਆਪਾਂ ਇਹਨੂੰ ਛੱਡ ਦਈਏ, ਤੇ ਜਿਹੜੀ ਅੱਗੇ ਗਾਂਹ ਦੀ ਕਹਾਣੀ ਆ ਸਮਰੇ ਦੀ ਤੇ ਹੋਰ ਆਹਲੂਵਾਲੀਏ ਦੀ ਤੇ ਜਗਜੀਤ ਸਿੰਘ ਚੌਹਾਨ ਦੀ ਕੈਨੇਡਾ ਦੇ ਵਿੱਚ ਜੀ, ਉਹਨੂੰ ਫਿਰ ਆਪਾਂ ਜਿਹੜਾ ਆ ਵੀ ਇੱਥੋਂ ਗਾਂਹ ਜਿਹੜਾ ਵੀ ਪੜ੍ਹਾਂਗੇ, ਤੇ ਉਹ ਫਿਰ ਅੱਗੇ ਇੰਨਾ ਕੁ ਪਹਿਰਾ ਆਪਾਂ ਪੜ੍ਹਦੇ ਨੇ ਵੀ ਸਮਰਾ ਇੰਡੀਡ ਹੈਡ ਮੈਨੀ ਸਾਈਡਸ ਜੀ, ਡਿਸਪਾਈਟ ਹਿਜ਼ ਸਵੋਰਨ ਅਲੀਜੀਅੰਸ ਟੂ ਖਾਲਿਸਤਾਨ he was emphatic amongst his own friends that ਖਾਲਿਸਤਾਨ had to be opposed। ਯਾਨੀ ਕਿ ਪਬਲਿਕ ਦੇ ਵਿੱਚ ਉਹ ਖਾਲਿਸਤਾਨ ਦਾ ਸਪੋਰਟਰ ਬਣ ਗਿਆ ਫਿਰ, ਬਿਲਕੁਲ, ਪਰ ਪ੍ਰਾਈਵੇਟਲੀ ਉਹਦੇ ਦੋਸਤ ਮਿੱਤਰ ਪਰਿਵਾਰ ਸਾਰੇ ਜਾਣਦੇ ਸੀਗੇ ਵੀ ਉਹ ਖਾਲਿਸਤਾਨ ਦਾ ਕੱਟੜ ਵਿਰੋਧੀ ਹੈ। Police officers following Samra before the Osgood Hall shootings heard him repeatedly denounce fundamentalist Sikhism and Khalistan। ਸੋ ਇਹਦੇ ਕਈ ਰੰਗ ਸੀਗੇ, ਔਰ ਜੇ ਤੁਸੀਂ ਨੇਕੀ ਦੇ ਬਾਰੇ ਗੱਲ ਕਰਕੇ ਦੇਖ ਲਓ ਵੀ ਨੇਕੀ ਦੇ ਤੁਹਾਨੂੰ ਇੰਨੇ ਕੁ ਰੰਗ ਦਿਖਣੇ ਆ ਵੀ ਲੋਕਾਂ ਨਾਲ ਜਿਹੜੀ ਗੱਲ ਕਰੋਗੇ ਤੁਸੀਂ ਗਿਰਗਿਟ ਨੂੰ ਵੀ ਮੱਥਾ ਟੇਕ ਗਿਰਗਿਟ ਅਸੀਂ ਦੇਖ ਲਓ ਵੀ ਕਿੰਨੇ ਸਾਲਾਂ ਤੋਂ ਕਹਿ ਰਹੇ ਆ ਭਾਈ ਵੀ ਇਹਦੇ ਗਿਰਗਿਟ ਨੂੰ ਵੀ ਮਾਤ ਦਿੰਦੇ ਰੰਗ ਬਦਲਣੇ ਦੇ ਵਿੱਚ, ਕੋਈ ਸ਼ੱਕ ਨਹੀਂ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਇਹ ਅੱਜ ਦਾ ਨਹੀਂਗਾ ਜੀ, ਤੁਹਾਨੂੰ ਆ ਨੇਕੀ ਦੇ ਜਿਹੜੇ ਰੂਪ ਆ, ਬਦਲਵੇਂ ਰੂਪ ਜਿਹੜੇ ਉਹ ਪਹਿਲਾਂ ਪਿੱਛੇ ਤੱਕ ਦਿਖ ਜਾਣੇ ਆ। ਸਮਰਾ ਜਿਹੜਾ ਆ ਵੀ ਇਹ ਕਹ ਲਓ ਵੀ ਨੇਕੀ ਦਾ ਹੀ ਬਦਲਵਾਂ ਰੂਪ ਜਿਹੜਾ ਵੀ ਸਮਰੇ ਦਾ ਬਦਲਵਾਂ ਰੂਪ ਨੇਕੀ ਦੇ, ਨੇਕੀ ਦਾ ਬਦਲਵਾਂ ਰੂਪ ਸਮਰਾ। ਸੋ ਉਹ ਜਿਹੜੇ ਆ ਵੀ ਉਹ ਤੁਹਾਨੂੰ ਹਰੇਕ ਥਾਂ ਦੇ ਉੱਤੇ ਹਰੇਕ ਟਾਈਮ ਪੀਰੀਅਡ ਦੇ ਵਿੱਚ ਲੱਭ ਪੈਣੇ ਆ ਵੀ ਜਿਹੜੇ ਏਜੰਸੀਆਂ ਦੇ ਹੱਥ ਟੋਕੇ ਵਜੋਂ ਵੀ ਕੰਮ ਕਰਨ ਦਾ ਆ। ਸਹੀ ਗੱਲ ਹੈ। ਔਰ ਉਹਨਾਂ ਦਾ ਪਰਪਸ ਇਹ ਹੀ ਆ ਵੀ ਜੋ ਏਜੰਸੀਆਂ ਦਾ ਮਿੱਥਿਆ ਹੋਇਆ ਟੀਚਾ ਹੈਗਾ ਆ ਵੀ ਉਹਨੂੰ ਕਿਵੇਂ ਗਾਂਹ ਲੈ ਕੇ ਜਾਣਾ ਜੀ। ਸੋ ਮੇਰਾ ਖਿਆਲ ਇੱਥੇ ਆਪਾਂ ਜੀ ਸਮਾਪਤੀ ਕਰੀਏ। ਨਹੀਂ ਸਹੀ ਗੱਲ ਹੈ ਭਾਜੀ। ਤਾਂ ਮੁੜ ਕੇ ਗੱਲ ਫਿਰ ਮੁੱਕਦੀ ਗੱਲ ਤਾਂ ਭਾਜੀ ਉੱਥੇ ਹੀ ਹੈ, ਜਦ ਤੱਕ ਅਸੀਂ ਆਪਣੇ ਆਪ ਨੂੰ ਗਿਆਨਵਾਨ ਨਹੀਂ ਕਰਦੇ ਹੈਗੇ, ਆਪਣੀ ਇਮਿਊਨਿਟੀ ਨਹੀਂ ਕ੍ਰੀਏਟ ਕਰਦੇ। ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਇਹ ਪਹਿਲਾਂ ਵੀ ਸੀਗੇ, ਅੱਜ ਵੀ ਹੈਗੇ ਤੇ ਗਾਹਾਂ ਵੀ ਹੋਣਗੇ। ਤਾਂ ਮਸਲਾ ਆਪਣੇ ਆਪ ਨੂੰ ਸਟਰੋਂਗ ਕਰਨ ਦਾ ਹੈ, ਆਪਣੀ ਮਾਨਸਿਕਤਾ ਨੂੰ ਸਟਰੋਂਗ ਕਰਨ ਦਾ ਹੈ, ਆਪਣੀ ਇਮਿਊਨਿਟੀ ਕ੍ਰੀਏਟ ਕਰਨ ਦਾ ਹੈ, ਤਾਂ ਕਿ ਅਸੀਂ ਇਹਨਾਂ ਵੱਲੋਂ ਠੱਗੇ ਨਾ ਜਾਈਏ। ਤਾਂ ਇਹ ਕਿਤਾਬ ਦੇ ਵਿੱਚੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲ ਰਿਹਾ ਆ। ਤਾਂ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇਸੇ ਨੋਟ ਤੇ ਫਿਰ ਸਮਾਪਤ ਕਰਦੇ ਹਾਂ, ਤੇ ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।